दिल्ली आखिरी मीटिंग तो पहला 26 मई 1984 ਨੂੰ मीटिंग हुई है एक अपना सर्किट हाउस दिल्ली ਦੇ ਵਿੱਚ, ਜਿਹਦੇ 'ਚ ਰਘਵੀਰ ਸਿੰਘ ਬਿਆਨ ਦੇ ਰਿਹਾ ਪੰਜਾਬੀ ਟ੍ਰਿਬਿਊਨ ਨੂੰ ਕਿ ਸਾਰੇ ਜਿਹੜੇ ਅਕਾਲੀ ਲੀਡਰ ਸੀ ਖੌਫਜ਼ਦਾ ਸੀਗੇ ਤੇ ਹਰ ਕੀਮਤ ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਆਪਣੇ ਰਸਤੇ ਦੇ ਵਿੱਚੋਂ ਹਟਾਉਣਾ ਚਾਹੁੰਦੇ ਸੀ। रूप सिंह दे मुंडे दे प्रिथी सिंह दा सगन, उस सगन दे विच मनप्रीत कहंदा भी मैं मेरे पिता गुरदास बादल ते मेरा ताया प्रकाश सिंह बादल हाजिर सी। हुण तुसीं दसो 2 जून दी मीटिंग लई ते करफ्यू लग्या ते करफ्यू ते सारे पंजाब च लगा। ਤੁਸੀਂ फोटो भी कोई हैगी है? ठीक है। ये मनप्रीत बादल ਵੱਲੋਂ ਇਹ फोटो ਜਿਹੜੀ ਹੈ ਇਹ ਅਖਬਾਰਾਂ ਨੂੰ ਦਿੱਤੀ ਗਈ, अखबारों में दी गई। अखबारों ये लिखा सा कि जथेदार रूप सिंह दे मुंडे प्रिथी सिंह दे सगन की रस्म दे विच मैं मेरे पिता जी ते सरदार बादल हाजिर सन ते नाल उन्हें यह भी दिखाया कि बादल साहब ने उस सगन की संगत नूं संबोधन भी किया। आ बादल साहब खड़े, बादल दा कोई ਇਹਦੇ ਸਹੁਰਿਓਂ ਕੋਈ ਰਿਸ਼ਤੇਦਾਰ ਹੈ ਰਮੇਸ਼ ਇੰਦਰ ਸਿੰਘ, ਉਹ ਵੈਸਟ ਬੰਗਾਲ ਦੇ ਵਿੱਚ ISC ਅਫਸਰ, ਉਹਨੂੰ ਬੰਗਾਲ ਦੇ ਵਿੱਚੋਂ ਬਾਈ ਏਅਰ ਐਮਰਜੈਂਸੀ ਅੰਮ੍ਰਿਤਸਰ ਲਿਆਂਦਾ ਗਿਆ ਔਰ ਉਹਦਾ ਉਹ ਰੈਂਕ ਬਦਲ ਕੇ ਤੇ ਅੰਮ੍ਰਿਤਸਰ ਦਾ DC ਲਾਇਆ ਗਿਆ। ਹੁਣ ਜੇ ਪੁੱਛਿਆ ਜਾਏ ਕਿ ਕੀ अपना पंजाब के 14 ਜ਼ਿਲ੍ਹੇ 13 ਜ਼ਿਲ੍ਹੇ 13 DC होर बैठे है, जे एक DC चला गया लंबी छुट्टी दे तो बाकी दे 12 DCआं च किसी नूं लिया जा सकता सी सरकार वालों। ते बादल ने अपनी रिश्तेदारी नूं क्यों चुनिया? उन्होंने आके DC बनाया गया, DC बन के उन्हें सैन किते, सैन करके और फिर हमला होया और हमले तो बाद जिहड़ी गल बाद भी चलो आपां करनी है, पहले ही दस दईए कि इस बंदे नूं 9 साल ਅੰਮ੍ਰਿਤਸਰ DC ਰੱਖਿਆ ਗਿਆ। ਹੁਣ ਐਤਕੀ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ 6 ਜੂਨ ਨੂੰ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਦਿਹਾੜਾ, ਕਿਉਂਕਿ ਸ਼ਹੀਦੀ ਦੇ ਦਿਹਾੜਾ ਤੇ ਮਨਾ ਲਿਆ ਇਹਨਾਂ ਨੇ ਮਈ ਨੂੰ, ਮਈ 'ਚ ਤੇ ਆਉਂਦਾ ਹੀ ਨਹੀਂ। 15-16 ਜੂਨ ਨੂੰ ਸ਼ਹੀਦੀ ਦਿਹਾੜਾ ਆਉਂਦਾ ਗੁਰੂ ਅਰਜਨ ਸਾਹਿਬ ਦਾ ਤੇ ਪ੍ਰਕਾਸ਼ ਦਿਹਾੜਾ ਹਰਗੋਬਿੰਦ ਸਾਹਿਬ ਦਾ ਅੱਗੇ ਜਾ ਕੇ ਆਉਂਦਾ ਜੁਲਾਈ 'ਚ, ਜਦੋਂ ਆਪਾਂ ਮਿੱਸੀਆਂ ਰੋਟੀਆਂ। ਐਤਕੀ ਇਹਨਾਂ ਨੇ ਐਸਾ ਰਲਟ ਗਲਟ ਕੀਤਾ ਕਿ ਮਤਲਬ ਕਿ ਜਿਸ ਦਿਨ ਸਿੱਖਾਂ ਨੇ ਆਪਣੇ ਦਰਬਾਰ ਸਾਹਿਬ ਤੇ ਅਟੈਕ ਤੇ ਰੋਸ ਵਜੋਂ ਇਕੱਠੇ ਹੋਣਾ ਸੀ, ਉਸੇ ਦਿਨ ਹੀ ਅਕਾਲ ਤਖਤ ਤੇ ਮੀਰੀ ਪੀਰੀ ਦੇ ਸਿਧਾਂਤ ਦੇ ਮਾਲਕ ਦਾ ਪ੍ਰਕਾਸ਼ ਪੁਰਬ ਕੱਢ ਕੇ ਸਿੱਖਾਂ ਨੂੰ ਮਤਲਬ ਇੱਕ ਸੋਚ 'ਚ ਪਾਤਾ। ਜਿਹੜੀ ਅਡਵਾਨੀ ਨੇ ਕਿਤਾਬ ਲਿਖੀ ਹੈ ਉਹਦਾ ਨਾਮ ਹੈ ਮਾਈ ਕੰਟਰੀ ਮਾਈ ਲਾਈਫ। ਉਹਦੇ ਵਿੱਚ ਉਹਨੇ ਜਿਹੜੀ ਸਟੋਰੀ ਬਣਾਈ ਹੈ ਇਹਦੇ ਪਿਛਲੇ ਪਾਸੇ ਮੈਂ ਉਹਦੀ ਫੋਟੋ ਕੀਤੀ ਹੋਈ ਆ, ਉਹਦੀ ਮਾਈ ਕੰਟਰੀ ਮਾਈ ਲਾਈਫ ਦੀ ਜੋ ਉਹਨੇ ਲਿਖਤ ਹੈ ਉਹਦੇ 'ਚ ਬੜਾ ਸ਼ੁੱਧ ਤੇ ਸਪਸ਼ਟ ਲਿਖਦਾ ਕਿ ਮੈਂ ਤੇ ਵਾਜਪਾਈ ਇੰਦਰਾ ਦੇ ਕੋਲ ਗਏ ਤੇ ਅਸੀਂ ਦੇਖਿਆ ਵੀ ਉਹ ਦੁਚਿੱਤੀ 'ਚ ਸੀਗੀ ਕਿ ਵੀ ਮੈਂ ਦਰਬਾਰ ਸਾਹਿਬ ਅਟੈਕ ਕਰਾਂ, ਉਹਦੇ ਨਤੀਜੇ ਕੀ ਹੋਣਗੇ। ਕਹਿੰਦਾ ਜਦੋਂ ਅਸੀਂ ਉਹਨੂੰ ਦੁਚਿੱਤੀ 'ਚ ਦੇਖਿਆ ਤੇ ਫਿਰ ਕਹਿੰਦਾ ਅਸੀਂ ਉਕਸਾਇਆ ਉਹਨੂੰ। ਜੂਨ 1984 ਘੱਲੂਘਾਰਾ, ਜੂਨ 1984। ਆਜ਼ਾਦ ਭਾਰਤ ਵਿੱਚ ਸਿੱਖ ਕੌਮ ਸਮਝਦੀ ਹੈ ਕਿ ਅਸੀਂ ਆਪਣੇ ਪਿੰਡੇ ਦੇ ਉੱਪਰ ਤੀਜਾ ਵੱਡਾ ਘੱਲੂਘਾਰਾ ਝੱਲਿਆ ਹੈਗਾ। ਸੋ ਇਸ ਸੰਬੰਧ ਵਿੱਚ ਅਸੀਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪ੍ਰੋਗਰਾਮਾਂ ਦੀ ਇੱਕ ਲੜੀ ਚਲਾਈ ਹੋਈ ਹੈ। ਉਸ ਲੜੀ ਦੇ ਤਹਿਤ ਅੱਜ ਅਸੀਂ ਜਿਸ ਸ਼ਖਸ ਦੇ ਕੋਲ ਆਏ ਹੈਗੇ ਆ ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਉਹ ਸ਼ਖਸ ਦੱਸਦੇ ਨੇ ਕਿ ਉਸ ਹਮਲੇ ਦੇ ਲਈ ਕੌਣ ਲੋਕ ਜ਼ਿੰਮੇਵਾਰ ਨੇ। ਜਿੱਥੇ ਸਾਰੇ ਇਹ ਗੱਲ ਕਹਿੰਦੇ ਹੈਗੇ ਕਿ ਕਾਂਗਰਸ ਦੀ ਉਸ ਵੇਲੇ ਸਰਕਾਰ ਸੀ, ਇੰਦਰਾ ਗਾਂਧੀ ਉਸ ਵੇਲੇ ਦੇਸ਼ ਦੀ ਪ੍ਰਧਾਨ ਮੰਤਰੀ ਸੀ, ਕਾਂਗਰਸ ਜ਼ਿੰਮੇਵਾਰ ਹੈ। BJP ਬਾਰੇ ਵੀ ਕਿਹਾ ਜਾਂਦਾ ਕਿ BJP ਵੀ ਜ਼ਿੰਮੇਵਾਰ ਹੈ। ਕਿਵੇਂ ਜ਼ਿੰਮੇਵਾਰ ਹੈ? ਇੱਕੋ ਹੀ ਗੱਲ ਹੁੰਦੀ ਹੈਗੀ ਹੈ ਕਿ LK ਅਡਵਾਨੀ ਨੇ ਆਪਣੀ ਕਿਤਾਬ ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਕਿਹਾ ਹੈਗਾ ਕਿ ਇੰਦਰਾ ਗਾਂਧੀ ਹਮਲੇ ਵਾਸਤੇ ਤਿਆਰ ਨਹੀਂ ਸੀ, ਅਸੀਂ ਇੰਦਰਾ ਗਾਂਧੀ ਨੂੰ ਮਜਬੂਰ ਕੀਤਾ ਦਰਬਾਰ ਸਾਹਿਬ ਦੇ ਉੱਪਰ ਹਮਲਾ ਕਰਨ ਵਾਸਤੇ। ਬਸ ਇਸ ਤੋਂ ਜ਼ਿਆਦਾ ਹੋਰ ਕੋਈ ਤੱਥ ਸਬੂਤ ਪੇਸ਼ ਨਹੀਂ ਕੀਤੇ ਜਾਂਦੇ ਕਿ BJP ਦਾ ਕਿਵੇਂ ਰੋਲ ਸੀਗਾ। ਇਸ ਤੋਂ ਇਲਾਵਾ
ਵੱਡੀਆਂ ਵੱਡੀਆਂ ਸਟੇਜਾਂ ਦੇ ਉੱਪਰ ਜਦੋਂ ਪੰਜਾਬ ਦੇ ਵਿੱਚ ਵੀ ਚੋਣਾਂ ਹੁੰਦੀਆਂ ਨੇ ਤਾਂ ਅਕਾਲੀ ਪਾਰਟੀ ਦੇ ਲੀਡਰ ਬਾਹਾਂ ਖੜੀਆਂ ਕਰ ਕਰਕੇ ਅੱਜ ਤੱਕ ਵੀ ਕਹਿੰਦੇ ਆਏ ਨੇ ਕਿ ਕਾਂਗਰਸ ਪਾਰਟੀ ਜ਼ਿੰਮੇਵਾਰ ਹੈ, ਕਾਂਗਰਸ ਨੇ ਹੀ ਦਰਬਾਰ ਸਾਹਿਬ ਦੇ ਉੱਪਰ ਟੈਂਕਾਂ ਤੇ ਤੋਪਾਂ ਦੇ ਨਾਲ ਹਮਲਾ ਕਰਵਾਇਆ ਸੀਗਾ। ਪਰ ਇਹ ਜਿਹੜੇ ਸ਼ਖਸ ਦੇ ਕੋਲ ਆਪਾਂ ਬੈਠੇ ਹੈਗੇ ਆ ਉਹ ਬੜੇ ਹੀ ਵਿਸਥਾਰ ਦੇ ਨਾਲ ਦੱਸਦੇ ਨੇ ਕਿ ਤੱਥਾਂ ਦੇ ਆਧਾਰ ਤੇ ਮੈਂ ਗੱਲ ਕਰਦਾ ਕਿ ਜਿਵੇਂ ਕਾਂਗਰਸ ਜ਼ਿੰਮੇਵਾਰ ਹੈ, ਜਿਵੇਂ ਬੀਜੇਪੀ ਜ਼ਿੰਮੇਵਾਰ ਹੈ, ਉਸ ਤੋਂ ਕਿਤੇ ਵੱਧ ਦੋਸ਼ੀ ਉਹ ਲੋਕ ਨੇ ਜਿਨ੍ਹਾਂ ਨੇ ਪੰਜਾਬ ਦੀ ਸੱਤਾ ਦੇ ਉੱਪਰ ਕਈ ਵਾਰ ਕਾਬਜ਼ ਹੋ ਕੇ ਸੱਤਾ ਦਾ ਸੁੱਖ ਮਾਣਿਆ। ਪ੍ਰਕਾਸ਼ ਸਿੰਘ ਬਾਦਲ ਐਂਡ ਪਾਰਟੀ ਅਕਾਲੀ ਦਲ ਬਾਦਲ। ਸੋ ਮੇਰੀ ਮੁਰਾਦ ਹੈ ਖਾਲਸਾ ਪੰਚਾਇਤ ਦੇ ਮੁੱਖ ਸੇਵਾਦਾਰ ਚਰਨਜੀਤ ਸਿੰਘ ਜੀ ਚੰਨੀ ਲੁਧਿਆਣੇ ਤੋਂ। ਚੰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੰਨੀ ਜੀ ਮੈਂ ਚਾਹੁੰਦਾ ਕਿ ਵੱਧ ਤੋਂ ਵੱਧ ਇਨਫੋਰਮੇਸ਼ਨ ਅਸੀਂ ਤੁਹਾਡੇ ਕੋਲ ਲਈਏ, ਸਮਾਂ ਬਰਬਾਦ ਨਾ ਕਰੀਏ। ਕਾਂਗਰਸ ਪਾਰਟੀ ਬਾਰੇ ਸਾਰੇ ਹੀ ਕਹਿੰਦੇ ਨੇ ਕਿ ਕਾਂਗਰਸ ਜ਼ਿੰਮੇਵਾਰ ਹੈ, ਤੁਸੀਂ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰਦੇ ਹੋ, ਕੀ ਕੇਵਲ ਗੱਲਾਂ ਬਾਤਾਂ ਨਾਲ ਹੀ ਹੈ ਜਾਂ ਤੱਥਾਂ ਦੇ ਆਧਾਰ ਦੇ ਉੱਪਰ ਕੀ ਕੁਝ ਤੁਹਾਡੇ ਕੋਲ ਹੈਗਾ? ਨਹੀਂ ਜੀ, ਸਭ ਕੁਝ ਬੜਾ ਸ਼ੁੱਧ ਤੇ ਸਪਸ਼ਟ ਸੰਸਾਰ ਦੇ ਵਿੱਚ ਹੈ। ਕੁਝ ਜਥੇਬੰਦੀਆਂ ਆਪਣੀਆਂ ਹੀ ਜਿਹੜੀਆਂ ਨੇ ਕਿ ਉਹ ਬਾਦਲ ਕਹਿੰਦਾ ਪੱਖ ਪੂਰਨ ਕਰਕੇ ਉਹਨਾਂ ਦਾ ਨਾਂ ਲੈਣਾ ਮੁਨਾਸਬ ਨਹੀਂ ਸਮਝਦੀਆਂ, ਲੇਕਿਨ ਕੋਈ ਤੱਥ ਇਹੋ ਜਿਹਾ ਨਹੀਂ ਹੈਗਾ ਜਿਹਨੂੰ ਬਾਦਲ ਚੁਣੌਤੀ ਦੇ ਸਕੇ। ਹਰ ਤਰ੍ਹਾਂ ਦਾ ਤੱਥ ਜਿਹੜਾ ਉਹ ਮੌਜੂਦ ਪਿਆ ਹੋਇਆ। ਮੈਂ ਬਹੁਤਾ ਪਿਛੋਕੜ ਨਾ ਜਾਵਾਂ ਜੀ, ਤੇ ਜਦੋਂ 2012 ਤੋਂ ਬਾਅਦ ਇਲੈਕਸ਼ਨਾਂ ਬਾਦਲ ਦੇ ਰਾਜ ਤੋਂ ਬਾਅਦ ਇਲੈਕਸ਼ਨਾਂ ਹੋਈਆਂ ਤੇ ਉਸ ਸਮੇਂ ਅਮਰਿੰਦਰ ਸਿੰਘ, ਕੈਪਟਨ ਅਮਰਿੰਦਰ ਸਿੰਘ ਜੀ, ਉਹਨਾਂ ਨੇ ਬਾਦਲ ਦੇ ਵਿਰੁੱਧ ਇੱਕ ਬਿਆਨ ਲਾਇਆ ਸੀ ਕਿ ਜਿਹੜਾ ਦਰਬਾਰ ਸਾਹਿਬ ਤੇ ਹਮਲਾ ਹੋਇਆ ਹੈ ਉੱਥੇ ਇਹ ਬਾਦਲ ਜਿਹੜਾ ਹੈ ਉਹ 100% ਜ਼ਿੰਮੇਵਾਰ ਹੈ ਜੀ। ਬਾਦਲ ਨੇ ਇਸ ਬਿਆਨ ਤੋਂ ਬਾਅਦ ਅਖਬਾਰਾਂ ਦੇ ਵਿੱਚ ਬਿਆਨ ਦਿੱਤਾ, ਟ੍ਰਿਬਿਊਨ 'ਚ ਬਿਆਨ ਆਇਆ ਸ਼ਾਇਦ, ਕਿ ਅਮਰਿੰਦਰ ਸਾਡਾ ਇੱਕ ਸਿਆਸੀ ਸ਼ਰੀਕ ਹੈ ਤੇ ਇਹ ਸਾਡੇ ਵਿਰੁੱਧ ਝੂਠ ਬੋਲਦਾ ਹੀ ਰਹਿੰਦਾ, ਇਹਨੂੰ ਆਦਤ ਹੈ। ਇਹ ਬਾਦਲ ਦਾ ਬਿਆਨ ਹੈ, ਟ੍ਰਿਬਿਊਨ 'ਚ ਲਿਖਿਆ ਹੈ ਵੀ ਇਹਨੂੰ ਸਾਡੇ ਵਿਰੁੱਧ ਝੂਠ ਬੋਲਣ ਦੀ ਆਦਤ ਹੈ, ਇਹ ਆਦਤ ਹੈ ਤੇ ਇਸ ਕਰਕੇ ਵੀ ਇਹ ਝੂਠ ਬੋਲਦਾ ਤੇ ਸਾਡਾ ਕੋਈ ਸਬੰਧ ਨਹੀਂ ਦਰਬਾਰ ਸਾਹਿਬ ਤੇ ਅਟੈਕ ਕਰਨ ਦਾ। ਉਸ ਤੋਂ ਬਾਅਦ ਅਮਰਿੰਦਰ ਨੇ ਕਿਹਾ ਵੀ ਨਰਸਿਮਹਾ ਰਾਓ ਦੇ ਨਾਲ ਮੈਂ ਮਤਲਬ ਕਿ ਇਹਨਾਂ ਦੀ ਵਿਚੋਲਗੀ 'ਚ ਕਈ ਮੀਟਿੰਗਾਂ ਜਿਹੜੀਆਂ ਸੈਂਟਰ ਸਰਕਾਰ ਨਾਲ ਹੋਈਆਂ ਬਾਦਲ ਦੀਆਂ, ਤੇ ਨਰਸਿਮਹਾ ਰਾਓ ਨਾਲ ਮੀਟਿੰਗ ਹੋਈ ਹੈ ਬਾਦਲ ਦੀ। ਬਾਦਲ ਨੇ ਦੁਬਾਰਾ ਫਿਰ ਇਹਦੇ ਬਿਆਨ ਨੂੰ ਰਿਜੈਕਟ ਕਰਕੇ ਕੈਪਟਨ ਸਾਹਿਬ ਦੇ ਤੇ ਕਿਹਾ ਕਿ ਮਤਲਬ ਕਿ ਇਹ ਵੀ ਮੈਂ ਨਰਸਿਮਹਾ ਤੋਂ ਰਾਓ ਕੀ ਮੈਂ ਕਿਸੇ ਵੀ ਮੰਤਰੀ ਦੇ ਨਾਲ ਮੀਟਿੰਗ ਨਹੀਂ ਕੀਤੀ, ਨਾ ਮੈਂ ਕਿਸੇ ਨੂੰ ਮਿਲਿਆ ਜੀ। ਇੰਨੀ ਦੇਰ ਨੂੰ ਜਿਹੜਾ ਹੁਣ ਮੈਂ ਪ੍ਰਤੱਖ ਸਬੂਤ ਦੇਣਾ ਚਾਹੁੰਦਾ, ਉਹ ਸਰਦਾਰ ਰਘਵੀਰ ਸਿੰਘ ਜੀ ਚੰਡੀਗੜ੍ਹ ਉਸ ਸਮੇਂ 1984 ਦੇ ਵਿੱਚ ਡੀਸੀ ਸਨ ਚੰਡੀਗੜ੍ਹ ਦੇ, ਔਰ ਉਹ ਨਾਲ ਦੇ ਨਾਲ ਉਸ ਵੇਲੇ ਦੋ ਉਹਦੇ ਕੰਮ ਕਰਦੇ ਸੀ, ਇੱਕ ਆਈਜੀ ਜੇਲ੍ਹ ਵੀ ਸਨ। ਉਹਨਾਂ ਨੇ ਬਿਆਨ ਦਿੱਤਾ ਕਿ ਮੈਂ ਸਾਖਸ਼ਤ ਜਿੰਦਾ ਬੈਠਾ। ਉਹਨਾਂ ਦਾ ਬਿਆਨ ਵੀ ਮੈਂ ਤੁਹਾਨੂੰ ਦੱਸ ਦੇਵਾਂ ਵੀ ਪੰਜਾਬੀ ਟ੍ਰਿਬਿਊਨ ਦੇ ਵਿੱਚ ਸ਼ਾਇਦ 14 ਫਰਵਰੀ ਦੀ ਹੈਗੀ ਹੈ ਟ੍ਰਿਬਿਊਨ 2014। 14 ਫਰਵਰੀ 2014 ਪੰਜਾਬੀ ਟ੍ਰਿਬਿਊਨ ਦੇ ਵਿੱਚ ਉਹਨਾਂ ਦਾ ਬਿਆਨ ਛਪਿਆ। ਉਸ ਬਿਆਨ ਦੇ ਵਿੱਚ ਉਹ ਕਹਿੰਦੇ ਵੀ ਕੈਪਟਨ ਅਮਰਿੰਦਰ ਸਿੰਘ ਝੂਠਾ ਨਹੀਂ, ਬਾਦਲ 100% ਝੂਠਾ ਹੈ। ਉਹ ਇਸ ਆਧਾਰ ਤੇ ਕਹਿੰਦੇ ਆ ਕਿ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਮੇਰੀ ਡਿਊਟੀ ਲੱਗੀ ਸੀ ਬਾਦਲ ਦੇ ਅਕਾਲੀਆਂ ਨਾਲ ਤੇ ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗ ਕਰਾਉਣ ਦੀ। ਔਰ ਮੈਂ ਜੇਲ੍ਹ ਦੇ ਵਿੱਚ ਆਈਜੀ ਹੋਣ ਕਰਕੇ ਤੇ ਉਹਨਾਂ ਨੇ ਇਹ ਸਪਸ਼ਟ ਦੱਸਿਆ ਵੀ ਮੇਰਾ ਜਿਹੜਾ ਸੁਪਰਡੈਂਟ ਸੀਗਾ ਉਹ ਬੜਾ ਚਲਾਕ ਕਿਸਮ ਦਾ ਆਦਮੀ ਸੀ ਤੇ ਮੇਰੀ ਜਿਹੜੀ ਡਿਊਟੀ ਸੀ ਮੈਂ ਲਿਖ ਕੇ ਰੱਖਿਆ ਆਪਣੇ ਕੋਲ। ਉਹ ਕਹਿੰਦੇ ਵੀ ਮੇਰੀ ਜਿਹੜੀ ਡਿਊਟੀ ਸੀਗੀ ਉਹ ਕੋਈ ਚੀਫ ਕਮਿਸ਼ਨਰ ਸੀ ਕੋਈ ਬੈਨਰਜੀ ਜੀ, ਕ੍ਰਿਸ਼ਨਾ ਬੈਨਰਜੀ, ਉਹਨੇ ਕਿਹਾ ਸੀ ਮੈਨੂੰ ਵੀ ਇੱਕ ਆਲਾ ਮਿਆਰੀ ਆਪਾਂ ਮੀਟਿੰਗ ਕਰਨੀ ਤੇ ਉਹਦੇ 'ਚ ਖਾਸ ਕਰਕੇ ਕੇਂਦਰ ਦੀਆਂ ਹਦਾਇਤਾਂ ਨੇ ਵੀ ਆਪਾਂ ਨੂੰ ਕੋਈ ਪੁਲਿਸ ਦਾ ਬੰਦਾ ਜਿਹੜਾ ਇਸ ਮੀਟਿੰਗ ਦੇ ਨੇੜੇ ਤੇੜੇ ਫੜਕਣਾ ਨਹੀਂ ਚਾਹੀਦਾ। ਤੇ ਕਹਿੰਦਾ ਜੀ ਸਭ ਤੋਂ ਪਹਿਲਾਂ ਫਿਰ ਮੈਂ ਜੇਲ੍ਹ ਦੇ ਸੁਪਰਡੈਂਟ ਜਿਹੜਾ ਸੀਗਾ ਉਹ ਕਹਿੰਦਾ ਵੀ ਮਤਲਬ ਕਿ ਨਾ ਬਹੁਤ ਸੀਗਾ ਉਹ ਚਲਾਕ ਕਿਸਮ ਦਾ ਆਦਮੀ, ਤੇ ਮੈਂ ਉਹਨੂੰ ਲੁਧਿਆਣੇ ਭੇਜ ਦਿੱਤਾ ਕਿਸੇ ਕੰਮ ਖਰੀਦੋ ਫਰੋਖਤ ਵਾਸਤੇ।
ਤੇ ਇਸ ਤਰੀਕੇ ਕਹਿੰਦਾ ਵੀ ਮੈਂ ਜਦੋਂ ਪਹਿਲੀ ਮੀਟਿੰਗ ਜਿਹੜੀ ਇਹਨਾਂ ਦੀ ਕਰਾਈ ਹੈ ਉਹ ਮੈਂ ਕਰਾਈ ਹੈ, ਕਹਿੰਦਾ ਵੀ ਸੈਕਟਰ 2 ਦੇ ਵਿੱਚ ਇੱਕ ਪ੍ਰਾਈਵੇਟ ਕੋਠੀ ਦਾ ਇੰਤਜ਼ਾਮ ਕੀਤਾ। ਉਹ ਇੰਤਜ਼ਾਮ ਕਹਿੰਦਾ ਮੇਰਾ ਕੀਤਾ, ਮੇਰਾ ਜਿਹੜਾ SDM ਸੀਗਾ ਮੇਰੇ ਨਾਲ ਇਹ TC ਗੁਪਤਾ, TC ਗੁਪਤੇ ਨੇ ਕਹਿੰਦਾ 2 ਨੰਬਰ ਸੈਕਟਰ 'ਚ ਕੋਠੀ ਦੇ ਵਿੱਚ ਕੋਠੀ ਦਾ ਇੰਤਜ਼ਾਮ ਕਰਕੇ ਦਿੱਤਾ। ਤੇ ਅਸੀਂ ਉਹਦੇ ਵਿੱਚ 27 ਮਾਰਚ ਤੇ 29 ਮਾਰਚ 1984 2 ਮੀਟਿੰਗਾਂ ਜਿਹੜੀਆਂ ਨੇ ਅਸੀਂ ਕਰਾਈਆਂ। ਹੁਣ ਮੈਂ ਇੱਥੇ ਜਾਣਾ ਵੀ ਜਿੱਦਾਂ ਉਹ ਕਹਿੰਦਾ ਵੀ ਬਾਦਲ ਕਹਿੰਦਾ ਵੀ ਮੈਂ ਨਰਸਿਮਹਾ ਰਾਓ ਦੇ ਨਾਲ ਕੀ ਤੇ ਮੈਂ ਤਾਂ ਕਿਸੇ ਕੇਂਦਰੀ ਮੰਤਰੀ ਨੂੰ ਮਿਲਿਆ ਜੀ। ਹੁਣ ਇੱਥੇ ਸਰਦਾਰ ਰਘਵੀਰ ਸਿੰਘ ਜੀ ਕਹਿੰਦੇ ਆ ਕਿ ਮੈਂ 1 ਮਿੰਟ ਮੈਂ ਤੁਹਾਨੂੰ ਮੈਂ ਐਨਕ ਲਾ ਲਓ। ਮੈਨੂੰ ਲੱਗਦਾ ਕਿ ਬੜੇ ਵੱਡੇ ਦੋਸ਼ ਹੈਗੇ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਲੋਕਾਂ ਨੇ ਅੱਜ ਤੱਕ ਬਾਦਲ ਕਿਆਂ ਨੂੰ ਪੰਥਕ ਹੀ ਸਮਝਿਆ ਹੈਗਾ। ਉਹਨਾਂ ਵਾਸਤੇ ਬਹੁਤ ਜ਼ਿਆਦਾ ਅਚੰਭੇ ਵਾਲੀਆਂ ਗੱਲਾਂ ਹੋਣਗੀਆਂ ਸ਼ਾਇਦ ਸਾਰੀਆਂ ਇਹ। ਹਾਂ, ਕਿਉਂਕਿ ਰਘਵੀਰ ਸਿੰਘ ਨੇ ਦੱਸਿਆ ਕਿ ਮੈਂ ਇੱਕ ਬਿਨਾ ਨੰਬਰ ਕਾਰ ਪਲੇਟ ਲਈ ਪਲੇਟ ਨੰਬਰ ਨਹੀਂ ਸੀ ਉਹਦੇ ਤੇ ਜਾਲੀ ਨੰਬਰ ਲਾ ਕੇ ਮੈਂ ਸੁਪਰਡੈਂਟ ਨੂੰ ਜੇਲ੍ਹ ਦੇ ਨੂੰ ਭੇਜਿਆ ਲੁਧਿਆਣੇ ਖਰੀਦੋ ਫਰੋਖਤ ਵਾਸਤੇ। ਤੇ ਉਸ ਤੋਂ ਬਾਅਦ ਮੈਂ ਕਹਿੰਦਾ ਜੀ ਅਕਾਲੀ ਲੀਡਰਾਂ ਨੂੰ ਕੱਢ ਕੇ ਤੇ ਮੀਟਿੰਗ ਵਾਲੀ ਥਾਂ ਤੇ ਲੈ ਕੇ ਗਿਆ। ਇਹ ਮੀਟਿੰਗ ਕਹਿੰਦੇ ਜੀ 27 ਮਾਰਚ 1984 ਨੂੰ ਤੇ 29 ਮਾਰਚ 1984 ਨੂੰ ਹੋਈ ਹੈ। ਔਰ ਉਹਦੇ ਵਿੱਚ ਜਿਹੜੀ ਉਹਨਾਂ ਨੇ ਦੱਸੀ ਹੈ ਵੀ ਕੌਣ ਸ਼ਾਮਲ ਹੋਇਆ, ਉਹਦੇ 'ਚ ਬਰਨਾਲਾ, ਟੋੜਾ, ਰਵਿੰਦਰ, ਚੀਮਾ ਵਗੈਰਾ ਇਹ ਸਾਰੇ ਜਿਹੜੇ ਹੈ ਇਹ ਅਕਾਲੀ ਇੱਥੋਂ ਚੰਡੀਗੜ੍ਹ ਜੇਲ੍ਹ 'ਚੋਂ ਕੱਢੇ ਆ। ਦਲਜੀਤ ਸਿੰਘ ਚੀਮਾ ਨੋ ਇੱਕ ਤਲਵੰਡੀ ਦੇ ਨਾਲ ਕੋਈ ਚੀਮਾ ਸੀਗਾ, ਸੈਕਟਰੀ ਸੀ ਚੀਮਾ। ਤਲਵੰਡੀ ਬਿਮਾਰੀ ਦਾ ਬਹਾਨਾ ਲਾ ਕੇ ਹਸਪਤਾਲ ਚਲਾ ਗਿਆ ਤੇ ਉਹਨੇ ਆਪਣੇ ਭੇਜਿਆ। ਇਹ ਲੋਂਗੋਵਾਲ ਵੱਲੋਂ ਇੱਕ ਕੋਈ ਭਾਨ ਸਿੰਘ ਸੀਗਾ ਉਹਦਾ ਸੈਕਟਰੀ, ਉਹਦਾ ਵਿਚੋਲਾ ਸੀ। ਔਰ ਹੁਣ ਜਿਹੜੀ ਗੱਲ ਆਈ ਹੈ ਵੀ ਬਾਦਲ ਦੀ, ਕਿ ਜਿਹੜਾ ਬਾਦਲ ਕਹਿੰਦਾ ਕਿ ਮੈਂ ਮਤਲਬ ਕਿ ਕਿਸੇ ਨੂੰ ਨਹੀਂ ਮਿਲਿਆ। ਬਾਦਲ ਕੇਂਦਰੀ ਜਿਹੜੇ ਸਕੱਤਰ ਜਾਂ ਹੋਰ ਬੰਦੇ ਆਏ ਬਾਹਰੋਂ ਦਿੱਲੀ ਤੋਂ, PVC ਨਰਸਿਮਹਾ ਰਾਓ, ਪ੍ਰਣਾਬ ਮੁਖਰਜੀ, CR ਕ੍ਰਿਸ਼ਨਾ ਸਵਾਮੀ, MK ਵੱਲੀ ਤੇ ਇੰਦਰਾ ਗਾਂਧੀ ਦਾ ਪ੍ਰਮੁੱਖ ਸਕੱਤਰ ਸੀ PC ਅਲੈਗਜ਼ੈਂਡਰ, ਇੱਕ ਕੇਂਦਰੀ ਗ੍ਰਹਿ ਸਕੱਤਰ ਸੀ ਪ੍ਰੇਮ ਕੁਮਾਰ ਤੇ ਇਹ ਸ਼ਿਵ ਸ਼ੰਕਰ। ਇਹ ਬਾਦਲ ਨੂੰ ਨਾਲ ਲੈ ਕੇ ਦਿੱਲੀੋਂ ਜਹਾਜ਼ ਦੇ ਵਿੱਚ ਚੰਡੀਗੜ੍ਹ ਪਹੁੰਚੇ। ਹੁਣ ਅੱਜ ਦੀ ਡੇਟ ਦੇ ਵਿੱਚ ਰਘਵੀਰ ਸਿੰਘ ਵੀ ਜਿੰਦਾ ਬੈਠਾ, ਠੀਕ ਹੈ ਜੀ, ਜਿਹਨੇ ਇਹ ਬਿਆਨ ਲਾਇਆ। ਤਰੀਕ ਤੁਹਾਨੂੰ ਮੈਂ ਦੱਸ ਦਿੱਤੀ ਹੈ 14 ਫਰਵਰੀ 2014 1984 ਤੇ ਟ੍ਰਿਬਿਊਨ ਪੰਜਾਬੀ, ਠੀਕ ਹੈ ਜੀ, ਇਹ ਅਖਬਾਰ ਹੋ ਗਈ ਜਿਹਨੇ ਖਬਰ ਲਾਈ। ਰਘਵੀਰ ਸਿੰਘ ਜਿਹੜਾ ਬਹੁਤ ਵੱਡੇ ਅਹੁਦੇ ਦਾ ਆਧਾਰ ਸੀ ਉਹ ਅੱਜ ਵੀ ਜਿੰਦਾ ਤੇ ਮੈਂ ਬਿਆਨ ਲਾਣ ਵਾਲਾ ਵੀ ਜਿੰਦਾ ਬੈਠਾ। ਜੇ ਇਹ ਗੱਲਾਂ ਝੂਠੀਆਂ ਨੇ ਤੇ ਬਾਦਲ ਸਾਹਿਬ ਆਪ ਜਾਂ ਬਾਦਲ ਆਪਣਾ ਕੋਈ ਕਰਿੰਦਾ ਲੈ ਕੇ ਆਪਣੇ ਘਰ ਦਾ ਬੰਦਾ ਤੇ ਉਹ ਪੰਜਾਬੀ ਟ੍ਰਿਬਿਊਨ ਤੇ ਖਬਰ ਲਾਉਣ ਵਾਲਿਆਂ ਤੇ, ਰਘਵੀਰ ਸਿੰਘ ਦੇ ਬਿਆਨ ਦੇਣ ਵਾਲਿਆਂ ਤੇ ਮੈਂ ਤੁਹਾਡੇ TV ਤੇ ਬਿਆਨ ਦੇਣ ਲੱਗਿਆ, ਇਹ ਸਾਡੇ ਤੇ ਕੇਸ ਕਰਨ, ਅਸੀਂ ਸਾਬਤ ਕਰਾਂਗੇ ਅਦਾਲਤਾਂ 'ਚ ਵੀ ਤੁਸੀਂ ਇਹ ਮੀਟਿੰਗਾਂ ਕੀਤੀਆਂ ਕਿ ਨਹੀਂ ਕੀਤੀਆਂ। ਪਰ ਚੰਨੀ ਜੀ ਇਹ ਜਿਹੜੀ ਮੀਟਿੰਗ ਹੋਈ ਆ ਜਾਂ ਇਹ ਮੀਟਿੰਗਾਂ ਇਦਾਂ ਦੀਆਂ ਇੱਕ ਤੋਂ ਵੱਧ ਵੀ ਹੋ ਸਕਦੀਆਂ ਹੋਣਗੀਆਂ, ਇਹ ਤੋਂ ਇਹ ਕਿੱਦਾਂ ਪਤਾ ਲੱਗਦਾ ਵੀ ਇਹ ਲੋਕ 84 ਦੇ ਹਮਲੇ ਲਈ ਜ਼ਿੰਮੇਵਾਰ ਨੇ? ਜਦ ਕੇਂਦਰੀ ਮੰਤਰੀਆਂ ਦੇ ਮੈਂ ਅੱਗੋਂ ਜਿਹੜੀ ਆ ਰਹੀ ਤੀਜੀ ਮੀਟਿੰਗ ਸਾਰਾ ਵੇਰਵਾ ਤੁਹਾਨੂੰ ਮੈਂ ਦੱਸ ਦੇਣਾ ਨਾ ਜੀ। ਜਦੋਂ ਇਹ 2 ਮੀਟਿੰਗਾਂ ਹੋ ਗਈਆਂ ਬਿਨਾਂ ਸਿੱਟਾ ਤੇ ਉਹ ਕੇਂਦਰੀ ਜਿਹੜੀ ਟੀਮ ਹੈ ਸਾਰੀ ਦਿੱਲੀ ਵਾਪਸ ਚਲੀ, ਠੀਕ ਹੈ ਜੀ। ਉਸ ਤੋਂ ਬਾਅਦ ਇਹਨਾਂ ਮੀਟਿੰਗਾਂ ਦਾ ਏਰੀਆ ਤਬਦੀਲ ਕਰਕੇ ਦਿੱਲੀ ਰੱਖਿਆ ਗਿਆ। ਦਿੱਲੀ ਆਖਰੀ ਮੀਟਿੰਗ ਤੋਂ ਪਹਿਲਾਂ 26 ਮਈ 1984 ਨੂੰ ਮੀਟਿੰਗ ਹੋਈ ਹੈ ਇੱਕ ਆਪਣਾ ਸਰਕਟ ਹਾਊਸ ਦਿੱਲੀ ਦੇ ਵਿੱਚ, ਜਿਹਦੇ 'ਚ ਰਘਵੀਰ ਸਿੰਘ ਬਿਆਨ ਦੇ ਰਹੇ ਆ ਪੰਜਾਬੀ ਟ੍ਰਿਬਿਊਨ ਨੂੰ ਕਿ ਸਾਰੇ ਜਿਹੜੇ ਅਕਾਲੀ ਲੀਡਰ ਸੀ ਖੌਫਜ਼ਦਾ ਸੀਗੇ ਤੇ ਹਰ ਕੀਮਤ ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਆਪਣੇ ਰਸਤੇ ਦੇ ਵਿੱਚੋਂ ਹਟਾਉਣਾ ਚਾਹੁੰਦੇ ਸੀ। ਇਹ ਮੀਟਿੰਗ 26 ਮਈ 1984 ਦੀ ਜਿਹੜੀ ਹੈ ਸਰਕਟ ਹਾਊਸ ਦੀ, ਇਹ ਵੀ ਕੋਈ ਹੱਲ ਨਹੀਂ ਕਰ ਸਕੇ। ਲਾਸਟ ਮੈਂ ਤੁਹਾਨੂੰ ਸਾਰੇ ਪ੍ਰੂਫ ਦਿਆਂਗਾ ਨਾਲ, ਹਾਂ ਟ੍ਰਿਬਿਊਨ ਦੀਆਂ ਕਾਪੀਆਂ ਵੀ ਦਾਂਗਾ। ਆਖਰੀ ਮੀਟਿੰਗ ਬਾਦਲ ਦੀ ਜਿਹੜੀ ਹੈ ਉਹ ਨਰਸਿਮਹਾ ਰਾਓ ਦੇ ਨਾਲ ਹੋਈ। ਉਹ 29 ਤੇ 30 ਮਈ ਦੀ ਦਰਮਿਆਨੀ ਰਾਤ, ਉਹਦੇ ਵਿੱਚ
ਬਲੂ ਸਟਾਰ ਆਪਰੇਸ਼ਨ ਦੀ ਸਾਰੀ ਬੁਣਤ ਬੁਣੀ ਗਈ ਹੈ ਜੀ ਕਿਉਂਕਿ ਬਾਦਲ ਦੀ ਅੱਜ ਤੱਕ ਕਾਮਯਾਬੀ ਦਾ ਇੱਕੋ ਇੱਕ ਰਾਜ਼ ਹੈ, ਜਦੋਂ ਉਹਨੇ ਕੋਈ ਪੰਥ ਵਿਰੋਧੀ ਪੰਜਾਬ ਵਿਰੋਧੀ ਫੈਸਲਾ ਲੈਣਾ ਹੈ ਤੇ ਉਦੋਂ ਉਹ ਕਿਸੇ ਆਪਣੇ ਘਰ ਦੇ ਸ਼ਖਸ ਨੂੰ ਨਾਲ ਨਹੀਂ ਰੱਖਦਾ। ਜਿਹੜੀਆਂ ਮੀਟਿੰਗਾਂ ਹੁੰਦੀਆਂ ਰਹੀਆਂ ਕੋਈ ਨਤੀਜਾ ਨਹੀਂ ਕੱਢਣ ਦਿੱਤਾ ਉਹਦੇ 'ਚ, ਲੇਕਿਨ ਜਿਸ ਮੁਕਾਮ ਤੇ ਪਹੁੰਚਣਾ ਚਾਹੁੰਦਾ ਜੋ ਉਹਨੇ ਆਪਣੇ ਮਨ 'ਚ ਧਾਰਿਆ ਹੋਇਆ ਸੀ ਉਹ ਉਹਨੇ ਕੱਲਿਆਂ ਨਰਸਿਮਹਾ ਰਾਓ ਨਾਲ ਜਾ ਕੇ ਮੀਟਿੰਗ ਕੀਤੀ ਹੈ। ਉਸ ਮੀਟਿੰਗ ਦੇ ਵਿੱਚ ਬਲੂ ਸਟਾਰ ਆਪਰੇਸ਼ਨ ਦੀ ਬੁਣਤ ਬੁਣੀ ਗਈ ਹੈ। ਉਹ ਮੀਟਿੰਗ ਇਹਨੇ ਕੱਲਿਆਂ ਕੀਤੀ ਹੈ ਨਰਸਿਮਹਾ ਰਾਓ ਦੇ ਨਾਲ, ਤੇ ਉਸ ਤੋਂ ਬਾਅਦ 30 ਮਈ ਤੋਂ ਬਾਅਦ ਜਿਹੜਾ ਇਹ ਬਲੂ ਸਟਾਰ ਆਪਰੇਸ਼ਨ ਦੀ ਇੰਦਰਾ ਗਾਂਧੀ ਨੇ ਤਿਆਰੀ ਕਰ ਲਈ ਤੇ ਸਾਰੀਆਂ ਮੀਟਿੰਗਾਂ ਦਾ ਜਿਹੜਾ ਸਿਲਸਿਲਾ ਉਹ ਖਤਮ ਕਰ ਦਿੱਤਾ। ਚੰਨ ਜੀ ਇੱਕ ਹੋਰ ਸਵਾਲ ਆਮ ਲੋਕਾਂ ਵੱਲੋਂ ਹੀ ਸਵਾਲ ਹੈਗਾ, ਜਿਹੜੇ ਇਹ ਸਮਝਦੇ ਹੈਗੇ ਕਿ ਸਰਕਾਰ ਨੇ ਜੋ ਕੀਤਾ ਚੰਗਾ ਕੀਤਾ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜਿਨ੍ਹਾਂ ਲੋਕਾਂ ਨੂੰ ਅੱਤਵਾਦੀ ਦੀਦੇ ਹੋਣਗੇ ਅੱਜ ਤੱਕ ਵੀ, ਉਹ ਲੋਕ ਇੱਥੇ ਸਵਾਲ ਸ਼ਾਇਦ ਉਹਨਾਂ ਦੇ ਮਨ ਵਿੱਚ ਆਉਂਦਾ ਹੋਊਗਾ ਵੀ ਜਦੋਂ ਆ ਤੁਸੀਂ ਅਕਾਲੀਆਂ ਦੀ ਗੱਲ ਕੀਤੀ ਆ ਵੀ ਉਹ ਖੌਫਜ਼ਦਾ ਸੀਗੇ ਸੰਤ ਭਿੰਡਰਾਂ ਵਾਲੇ ਦੇ ਕੋਲੋਂ, ਇਸ ਕਰਕੇ ਉਹ ਹਟਾਉਣਾ ਚਾਹੁੰਦੇ ਸੀਗੇ ਉਹਨਾਂ ਨੂੰ। ਉਹ ਖੌਫਜ਼ਦਾ ਕਿਉਂ ਸੀਗੇ, ਕਿਉਂ ਹਟਾਉਣਾ ਚਾਹੁੰਦੇ ਸੀਗੇ? ਕੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਕੋਈ ਗਲਤ ਕੰਮ ਕਰ ਰਹੇ ਸੀਗੇ? ਨਹੀਂ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਗਲਤ ਨਹੀਂ ਸੀ ਕੰਮ ਕਰ ਰਹੇ। ਇਹ ਖੌਫਜ਼ਦਾ ਕਿਉਂ ਸੀ ਉਹਨਾਂ ਤੋਂ? ਖੌਫਜ਼ਦਾ ਉਹ ਆਪਣੀਆਂ ਕਰਤੂਤਾਂ ਕਰਕੇ ਸੀ ਕਾਲੀ, ਕਿਉਂਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਤੁਸੀਂ ਮੰਜੀ ਸਾਹਿਬ ਹਾਲ ਦੇ ਵਿੱਚ ਜਿਹੜੀਆਂ ਸਪੀਚਾਂ ਵੀ ਸੁਣ ਲਓ, ਜਿਹੜੀਆਂ ਅੱਜ ਵੀ ਮੌਜੂਦ ਨੇ, ਆਉਂਦੀਆਂ ਸੋਸ਼ਲ ਮੀਡੀਆ 'ਤੇ ਵੀ ਹੈਗੀਆਂ ਨੇ, 15-16 ਸਪੀਚਾਂ ਆ ਰਹੀਆਂ ਨੇ, ਟਕਸਾਲ ਵਾਲਿਆਂ ਨੇ ਵੀ ਕੱਢੀਆਂ ਨੇ ਪਿੱਛੇ। ਮਤਲਬ ਕਿ ਉਹ ਸਾਫ਼ ਲਫ਼ਜ਼ਾਂ 'ਚ ਕਹਿੰਦੇ ਸੀ ਮੋਰਚੇ ਦੇ ਦੌਰਾਨ ਜਦੋਂ ਵੀ ਕੋਈ ਜੱਥਾ ਗ੍ਰਿਫਤਾਰੀ ਨੂੰ ਜਾਂਦਾ ਸੀ ਉਹ ਸ਼ਰੇਆਮ ਸੰਗਤ 'ਚ ਕਹਿੰਦੇ ਸੀ ਕਿ ਮੈਨੂੰ ਕੱਲਾ ਸੰਤ ਨਾ ਸਮਝੋ, ਮੇਰੀ ਨਜ਼ਰ ਤੁਹਾਡੇ ਤੇ ਬਾਜ ਅੱਖਾਂ ਵਾਂਗੂ ਹੈ। ਤੁਸੀਂ ਜਿਹੜੀਆਂ ਗੁਪਤ ਮੀਟਿੰਗਾਂ ਕਰਦੇ ਪਿਓ ਸੈਂਟਰ ਦੇ ਨਾਲ ਤੇ ਨਾਲੇ ਮੋਰਚੇ ਚਲਾਉਂਦੇ ਪਿਓ, ਮੈਨੂੰ ਸਭ ਜਾਣਕਾਰੀ। ਇਹ ਆਪਣੀਆਂ ਕਰਤੂਤਾਂ ਕਰਕੇ ਉਹਦੇ ਤੋਂ ਖੌਫਜ਼ਦਾ ਸਨ, ਨਾ ਕਿ ਉਹ ਗਲਤ ਕੰਮ ਨਹੀਂ ਸੀ ਕਰ ਰਿਹਾ, ਇਹ ਇਹਦੇ ਤੋਂ ਡਰਦੇ ਸਨ। ਹੁਣ ਡਰ ਇੰਨਾ ਪੈ ਚੁੱਕਾ ਸੀ ਕਿ ਮਤਲਬ ਕਿ ਵੀ ਆਰ ਪਾਰ ਦੀ ਲੜਾਈ ਜਿਹੜੀ ਸੀ ਸੰਤ ਜਰਨੈਲ ਸਿੰਘ ਕਹਿੰਦੇ ਵੀ ਮੈਂ ਤਾਂ ਲੜਨੀ ਜੇ ਵੀ ਜੋ ਮਰਜ਼ੀ ਹੋ ਜੇ। ਲੇਕਿਨ ਇਹ ਜਿਹੜੇ ਇਸ ਕਰਕੇ ਖੌਫਜ਼ਦਾ ਸੀ ਵੀ ਜੇ ਤੇ ਕੋਈ ਆਰਮੀ ਅਟੈਕ ਜਾਂ ਕੁਝ ਹੋ ਗਿਆ ਤੇ ਅਸੀਂ ਮਾਰੇ ਜਾਵਾਂਗੇ, ਤੇ ਉਹ ਚਾਹੁੰਦੇ ਸੀ ਵੀ ਸਾਡੇ ਨਾਲੋਂ ਬਿਹਤਰ ਹੈ ਕਿ ਵੀ ਕੋਈ ਇਹੋ ਜਿਹਾ ਹੱਲ ਕੱਢੋ ਵੀ ਜਿਹੜਾ ਇਹਦਾ ਕੰਡਾ ਖਿੱਚ ਦਿਓ ਤੇ ਅਸੀਂ ਸਾਰੇ ਬਚ ਜਾਈਏ। ਆਹ ਮਸਲਾ ਸੀ। ਤੁਸੀਂ ਕਰਤੂਤਾਂ ਦਾ ਜ਼ਿਕਰ ਕੀਤਾ ਕਿ ਭਈ ਉਹਨਾਂ ਨੂੰ ਆਪਣੀਆਂ ਕਰਤੂਤਾਂ ਤੋਂ ਡਰ ਲੱਗਦਾ ਸੀਗਾ। ਇੱਕ ਤੇ ਇਹ ਕਰਤੂਤ ਹੋ ਗਈ ਤੁਹਾਡੇ ਦੱਸਣ ਮੁਤਾਬਕ ਭਈ ਉਹ ਇਹ ਚਾਹੁੰਦੇ ਸੀਗੇ ਕਿ ਹਨਾ ਭਈ ਅਸੀਂ ਕਾਬਜ ਹੋ ਜਾਈਏ ਤੇ ਸੰਤ ਭਿੰਡਰਾਂ ਵਾਲਾ ਸਾਡੇ ਰਾਹ ਦਾ ਕੰਡਾ ਹੈਗਾ ਵੀ ਉਹ ਨਿਕਲ ਜਾਵੇ ਤੇ ਅਸੀਂ ਸੱਤਾ ਦੇ ਸੁੱਖ ਮਾਣੀਏ। ਕਰਤੂਤਾਂ ਦਾ ਵੀ ਮੈਂ ਕਹਿੰਦਾ ਥੋੜ੍ਹਾ ਜਿਹਾ ਹੋਰ ਜ਼ਿਕਰ ਹੋ ਜਾਵੇ। ਕਰਤੂਤਾਂ ਦਾ ਜ਼ਿਕਰ ਇਸ ਤਰ੍ਹਾਂ ਕਿ ਦੇਖੋ ਜਦੋਂ ਮੀਟਿੰਗਾਂ 'ਚ ਕੋਈ ਮਸਲਾ ਹੱਲ ਨਹੀਂ ਸੀ ਹੋ ਰਿਹਾ ਤੇ ਲੌਂਗੋਵਾਲ ਨੇ ਅਕਾਲੀ ਦਲ ਦੀ ਇੱਕ ਮੀਟਿੰਗ ਜਿਹੜੀ ਹੈ ਅਤ ਜ਼ਰੂਰੀ ਐਮਰਜੈਂਸੀ ਮੀਟਿੰਗ ਜਿਹੜੀ ਕਿ ਪੂਰੇ ਸੰਸਾਰ ਨੂੰ ਇਸ ਮੀਟਿੰਗ ਦਾ ਇਲਮ ਹੈ, ਉਹ 2 ਜੂਨ ਨੂੰ ਸੱਦ ਲਈ। ਹੁਣ ਉਹਨਾਂ ਨੂੰ ਨਹੀਂ ਸੀ ਪਤਾ ਵੀ ਅੰਦਰ ਕੀ ਗੁੰਦਣ ਹੋਣ ਡੀਆਂ ਅਕਾਲੀਆਂ ਦੀ, ਲੌਂਗੋਵਾਲ ਨੂੰ ਬਿਲਕੁਲ ਖਬਰ ਨਹੀਂ ਸੀ ਕਿਉਂਕਿ ਜਿਹੜੀਆਂ ਲੌਂਗੋਵਾਲ ਦੇ ਬੰਦੇ ਹਾਜ਼ਰ ਹੁੰਦੇ ਸੀ ਮੀਟਿੰਗਾਂ 'ਚ ਉਹ ਮੀਟਿੰਗਾਂ ਬਿਨਾਂ ਸਿੱਟਾਂ ਨਿਕਲ ਗਈਆਂ। ਤੇ ਲੇਕਿਨ ਜਿੱਥੇ ਅਪਰੂਵਲ ਦੇ ਕੇ ਆਇਆ ਬਾਦਲ ਉਹ 29 ਤੇ 30 ਜੂਨ ਦੀ ਦਰਮਿਆਨੀ ਰਾਤ ਦੀ, ਤੇ ਬਾਦਲ ਨੂੰ ਸਿਰਫ ਜਾਣਕਾਰੀ ਸੀ ਕਿ ਮਤਲਬ ਕਿ ਹਮਲਾ ਹੋਣਾ। 2 ਜੂਨ ਨੂੰ ਲੌਂਗੋਵਾਲ ਨੇ ਜਦੋਂ ਮੀਟਿੰਗ ਸੱਦੀ ਸਾਰੇ ਅਕਾਲੀ ਹਾਜ਼ਰ ਸਨ ਲੇਕਿਨ ਬਾਦਲ ਗੈਰ ਹਾਜ਼ਰ ਸੀ। ਜਦੋਂ ਬਾਦਲ ਗੈਰ ਹਾਜ਼ਰ ਸੀ ਤੇ ਬਾਦਲ ਨੇ ਇਹ ਗੱਲ ਕਹੀ, ਪੁੱਛਿਆ ਜਦੋਂ ਪੱਤਰਕਾਰਾਂ ਨੇ ਵੀ ਅੱਜ ਬੜੀ ਜ਼ਰੂਰੀ ਮੀਟਿੰਗ ਹੈ ਤੁਸੀਂ ਹਾਜ਼ਰ ਨਹੀਂ ਹੋਏ, ਉਹ ਕਹਿੰਦਾ ਜੀ ਪੂਰੇ ਪੰਜਾਬ 'ਚ ਕਰਫਿਊ ਲੱਗਿਆ ਹੋਇਆ ਤੇ ਮੈਂ ਬਾਹਰ ਹੋਣ ਕਰਕੇ ਦਰਬਾਰ ਸਾਹਿਬ ਤੋਂ ਇਸ ਕਰਕੇ ਮੈਂ ਹਾਜ਼ਰ ਨਹੀਂ ਹੋ ਸਕਿਆ। ਹੁਣ ਇਸ ਗੱਲ ਦਾ ਤੁਸੀਂ ਇੱਕ ਹੋਰ ਪ੍ਰੂਫ ਲੈ ਲਓ, ਜੇ ਦਰਬਾਰ ਸਾਹਿਬ ਦੇ ਅੰਦਰ ਕੌਮ ਦੇ ਡਿਕਟੇਟਰ ਨੇ ਮੀਟਿੰਗ ਸੱਦੀ ਹੈ, ਸੰਤ ਹਰਚੰਦ ਸਿੰਘ ਲੌਂਗੋਵਾਲ ਜਿਹੜੇ ਮੋਰਚਾ ਡਿਕਟੇਟਰ ਸਨ, ਮੋਰਚਾ ਡਿਕਟੇਟਰ ਨੇ ਮੀਟਿੰਗ ਸੱਦੀ ਤੇ ਸਾਰਿਆਂ ਨੂੰ ਹਾਜ਼ਰ ਹੋਣਾ ਪੈਂਦਾ, ਸਾਰੇ ਹਾਜ਼ਰ ਹੋ ਗਏ। ਬਾਦਲ ਕਹਿੰਦਾ ਵੀ ਉੱਥੇ ਕਰਫਿਊ ਲੱਗਾ ਮੈਂ ਹਾਜ਼ਰ ਨਹੀਂ ਹੋ ਸਕਿਆ। ਇਹ 2 ਜੂਨ ਦੀ ਗੱਲ ਆ ਨਾ ਜੀ, 2 ਜੂਨ ਦੀ ਗੱਲ ਹੈ। ਔਰ ਜਿਹੜਾ ਮਤਲਬ ਕਿ ਇਹਦਾ ਭਤੀਜਾ ਮਨਪ੍ਰੀਤ ਸਿੰਘ ਬਾਦਲ, ਮਨਪ੍ਰੀਤ ਸਿੰਘ ਬਾਦਲ ਕਹਿੰਦਾ ਕਿ ਸਾਡੇ ਗਿੱਦੜਬਾਹ ਦੇ ਹਲਕੇ ਦੇ ਵਿੱਚ ਸਾਡੇ ਪਿੰਡ ਪੈਂਦਾ ਗੁਰੀ ਸਿੰਘਾਰ ਪਿੰਡ ਪੈਂਦਾ, ਇਹ ਮਨਪ੍ਰੀਤ ਬਾਦਲ ਇਹਦਾ ਭਤੀਜੇ ਦਾ ਬਿਆਨ ਹੈ, ਇਹ ਮੈਂ ਤੁਹਾਨੂੰ ਫੋਟੋ ਵੀ ਦੂੰਗਾ। ਗੁਰੀ ਸਿੰਘਾਰ ਪਿੰਡ ਪੈਂਦਾ ਸਾਡੇ ਗਿੱਦੜਬਾਹ ਦੇ ਹਲਕੇ 'ਚ, ਉੱਥੇ 3 ਜੂਨ ਨੂੰ ਸਾਡੇ ਜਥੇਦਾਰ ਨੇ ਰੂਪ ਸਿੰਘ, ਗੁਰੀ ਸਿੰਘਾਰ ਦੇ ਅਕਾਲੀ ਜਥੇਦਾਰ ਰੂਪ ਸਿੰਘ ਦੇ ਮੁੰਡੇ ਦੇ ਪ੍ਰਿਥੀ ਸਿੰਘ ਦਾ ਸਗਨ ਹੈ।
ਉਸ ਸਗਨ ਦੇ ਵਿੱਚ ਮਨਪ੍ਰੀਤ ਕਹਿੰਦਾ ਵੀ ਮੈਂ, ਮੇਰੇ ਪਿਤਾ ਗੁਰਦਾਸ ਬਾਦਲ ਤੇ ਮੇਰਾ ਤਾਇਆ ਪ੍ਰਕਾਸ਼ ਸਿੰਘ ਬਾਦਲ ਹਾਜ਼ਰ ਸੀ। ਹੁਣ ਤੁਸੀਂ ਦੱਸੋ 2 ਜੂਨ ਦੀ ਮੀਟਿੰਗ ਲਈ ਤੇ ਕਰਫਿਊ ਲੱਗਿਆ, ਤੇ ਕਰਫਿਊ ਤੇ ਸਾਰੇ ਪੰਜਾਬ 'ਚ ਲੱਗਾ। ਤੁਸੀਂ ਫੋਟੋ ਵੀ ਕੋਈ ਹੈਗੀ ਆ? ਹਾਂਜੀ ਬਿਲਕੁਲ ਹੈਗੀ ਜੀ। ਮੈਂ ਉਹ ਤੁਹਾਨੂੰ ਆਹ ਫੋਟੋ ਜਿਹੜੀ ਹੈ ਜੀ, ਇਹ ਮਨਪ੍ਰੀਤ ਬਾਦਲ ਦੀ ਇਦਾਂ ਜੀ। ਅੱਛਾ, ਇਹ ਠੀਕ ਹੈ ਜੀ। ਇਹ ਮਨਪ੍ਰੀਤ ਬਾਦਲ ਵੱਲੋਂ ਇਹ ਫੋਟੋ ਜਿਹੜੀ ਹੈ ਇਹ ਅਖਬਾਰਾਂ ਨੂੰ ਦਿੱਤੀ ਗਈ ਹੈ। ਇਹ ਅਖਬਾਰਾਂ ਨੂੰ ਦਿੱਤੀ ਗਈ ਹੈ। ਅਖਬਾਰਾਂ 'ਚ ਇਹਦੇ 'ਚ ਲਿਖਿਆ ਸਾਫ ਕਿ ਜਥੇਦਾਰ ਰੂਪ ਸਿੰਘ ਦੇ ਮੁੰਡੇ ਪ੍ਰਿਥੀ ਸਿੰਘ ਦੇ ਸਗਨ ਦੀ ਰਸਮ ਦੇ ਵਿੱਚ ਮੈਂ, ਮੇਰੇ ਪਿਤਾ ਜੀ ਤੇ ਸਰਦਾਰ ਬਾਦਲ ਹਾਜ਼ਰ ਸਨ, ਤੇ ਨਾਲ ਉਹਨੇ ਇਹ ਵੀ ਦਿਖਾਇਆ ਕਿ ਬਾਦਲ ਸਾਹਿਬ ਨੇ ਉਸ ਸਗਨ ਦੀ ਸੰਗਤ ਨੂੰ ਸੰਬੋਧਨ ਵੀ ਕੀਤਾ। ਆਹ ਬਾਦਲ ਸਾਹਿਬ ਖੜੇ ਮਾਈਕ ਦੇ ਅੱਗੇ, ਉਹ ਸੰਬੋਧਨ ਕਰ ਰਹੇ ਨੇ। ਇਹ 3 ਜੂਨ ਦੀ ਗੱਲ ਹੈ। ਜੇ 2 ਜੂਨ ਦੀ ਮੀਟਿੰਗ 'ਚ ਹਾਜ਼ਰ ਨਹੀਂ ਹੋਏ ਤੇ 3 ਜੂਨ ਦੀ ਸਗਨ 'ਚ ਕਿੱਦਾਂ ਕਰਫਿਊ 'ਚ ਪਹੁੰਚ ਗਏ ਜੀ? ਇਹ ਕਿਉਂਕਿ ਕਿਸੇ ਅਕਾਲੀ ਨੂੰ ਨਹੀਂ ਪਤਾ ਸੀ ਵੀ ਬਾਦਲ ਕੀ ਗੁਲ ਖਿਲਾ ਕੇ ਆਇਆ ਸੈਂਟਰ ਦੇ ਵਿੱਚ। ਇਸ ਕਰਕੇ ਸਿਰਫ ਬਾਦਲ ਨੂੰ ਪਤਾ ਸੀ ਵੀ ਇਹ ਹਮਲਾ ਹੋਣਾ ਹੀ ਹੋਣਾ। ਇਸ ਕਰਕੇ ਇਹ ਬਾਦਲ ਮੀਟਿੰਗ 'ਤੇ ਜਾਣ ਕੇ ਨਹੀਂ ਹਾਜ਼ਰ ਹੋਇਆ। ਚੰਨੀ ਜੀ, ਮੈਨੂੰ ਲੱਗਦਾ ਬੜੀ ਇੱਕ ਵੱਡੀ ਗੱਲ ਹੈਗੀ ਆ ਜਿਹੜੀ ਤੁਸੀਂ ਕਰ ਰਹੇ ਹੈਗੇ ਆ। ਹਾਲਾਂਕਿ ਤੁਸੀਂ ਜ਼ਿਕਰ ਕੀਤਾ ਰਘੁਵੀਰ ਸਿੰਘ ਹੋਣਾ ਦਾ ਕਿ ਉਹ ਵੀ ਜਿਉਂਦੇ ਹੈਗੇ ਨੇ, ਉਹਨਾਂ ਤੇ ਜੇ ਇਹਨਾਂ ਨੂੰ ਹੈਗਾ ਤੇ ਮੁਕੱਦਮੇ ਦਰਜ ਕਰਨ। ਤੁਸੀਂ ਆਖਿਆ ਕਿ ਮੇਰੇ ਤੇ ਵੀ ਕਰ ਦਿਓ, ਹਾਂਜੀ ਹੈ ਨਾ। ਪਰ ਮੈਨੂੰ ਲੱਗਦਾ ਕਿ ਇੱਕ ਬੜੀ ਵੱਡੀ ਗੱਲ ਹੈਗੀ ਆ। ਤੁਸੀਂ ਗੱਲ ਕਰ ਰਹੇ ਆ, ਉਹ ਗੱਲ ਕਰ ਰਹੇ ਨੇ, ਅਖਬਾਰਾਂ ਸਾਹਮਣੇ ਨੇ, ਆ ਫੋਟੋ ਤੁਸੀਂ ਦੱਸਿਆ ਸਾਹਮਣੇ ਹੈਗੀ ਆ। ਇਹਦੇ ਬਾਵਜੂਦ ਵੀ ਜਿਹੜੇ ਲੋਕ ਇਹਨਾਂ ਦੇ ਸਪੋਰਟਰ ਨੇ, 5 ਵਾਰ ਲਗਾਤਾਰ ਇਹ ਮੁੱਖ ਮੰਤਰੀ ਬਣੇ ਪੰਜਾਬ ਦੇ, ਜਿਹੜੇ ਇਹਨਾਂ ਦੇ ਸਪੋਰਟਰ ਹੈਗੇ ਆ, ਇਹ ਚੀਜ਼ਾਂ ਉਹਨਾਂ ਤੱਕ ਕਿਉਂ ਨਹੀਂ ਪਹੁੰਚਦੀਆਂ? ਨਹੀਂ, ਬਿਲਕੁਲ ਪਹੁੰਚਦੀਆਂ ਜੀ। ਮੈਂ ਪਿੱਛੇ ਵੀ ਥੋੜੇ ਦਿਨ ਪਹਿਲਾਂ ਵੀ ਗੱਲ ਚੱਲੀ ਸੀਗੀ, ਇੱਥੇ ਦੇ ਲੀਡਰ ਨੇ ਸਾਡੇ ਲੁਧਿਆਣੇ ਦੇ, ਉਹ ਕਹਿੰਦੇ ਵੀ ਭਾਈ ਤੂੰ ਬਹੁਤ ਕੁਝ ਬੋਲਦਾ, ਕੋਈ ਆਪਣੇ ਪਰਿਵਾਰ ਬਾਰੇ ਵੀ ਸੋਚ ਲੈ। ਮੈਂ ਕਿਹਾ ਜੀ ਸੋਚਣਾ ਕੀ ਹੈ ਪਰਿਵਾਰ ਬਾਰੇ? ਜੋ ਸੱਚ ਹੈ ਉਹ ਤਾਂ ਬੋਲਣਾ ਹੀ ਪੈਣਾ ਜੀ, ਠੀਕ ਹੈ ਕਿ ਨਹੀਂ ਜੀ? ਤੇ ਮੈਨੂੰ ਇਸ ਤਰ੍ਹਾਂ ਦੀਆਂ ਕੋਈ ਧਮਕੀਆਂ ਦਾ ਕੋਈ ਪਰਵਾਹ ਨਹੀਂ ਬਹੁਤੀ, ਠੀਕ ਹੈ। ਮੈਂ ਤਾਂ ਇੱਥੇ ਤੱਕ ਵੀ ਕਹਿੰਦਾ, ਬਾਦਲ ਜਦੋਂ ਆ ਹਮਲਾ ਹੋਇਆ ਦਰਬਾਰ ਸਾਹਿਬ ਤੇ ਜਿਹੜਾ ਡੀਸੀ ਸੀਗਾ ਗੁਰਦੇਵ ਸਿੰਘ ਬਰਾੜ ਕੋਈ, ਉਸ ਸਮੇਂ ਕਹਿੰਦੇ ਜੀ ਉਹ ਆਪਣੀ ਛੁੱਟੀ ਲੈ ਕੇ ਚਲਾ ਗਿਆ। ਅੱਛਾ, ਅੰਮ੍ਰਿਤਸਰ ਦਾ ਡੀਸੀ ਸੀ ਜਿਹੜਾ? ਅੰਮ੍ਰਿਤਸਰ ਦਾ ਡੀਸੀ ਸੀ। ਉਹਨੂੰ ਪਤਾ ਸੀ ਕਿ ਮਤਲਬ ਕਿ ਵੀ ਆਪਣਾ ਇਹ ਜਿਹੜਾ ਡੀਸੀ ਹੈ ਅਗਰ ਉਹ ਸਾਈਨ ਕਰੂਗਾ ਤੇ ਆਰਮੀ ਜਿਹੜਾ ਅਟੈਕ ਕਰ ਸਕਦੀ, ਅੰਦਰ ਵੜ ਸਕਦੀ, ਤੇ ਉਹ ਛੁੱਟੀ ਲੈ ਕੇ ਚਲਾ ਗਿਆ। ਹੁਣ ਆਰਮੀ ਵਾਲਿਆਂ ਨੂੰ ਪ੍ਰੋਬਲਮ ਕ੍ਰੀਏਟ ਹੋ ਗਈ ਤੇ ਉਹ ਕਹਿੰਦੇ ਵੀ ਇਹ ਮਸਲਾ ਬਾਦਲ ਨੇ ਹੱਲ ਕੀਤਾ। ਉਹ ਕਿਵੇਂ? ਬਾਦਲ ਦਾ ਕੋਈ ਇਹਦੇ ਸਹੁਰਿਓਂ ਕੋਈ ਰਿਸ਼ਤੇਦਾਰ ਹੈ, ਰਮੇਸ਼ ਇੰਦਰ ਸਿੰਘ। ਅੱਛਾ, ਉਹ ਵੈਸਟ ਬੰਗਾਲ ਦੇ ਵਿੱਚ ISC ਅਫਸਰ, ਉਹਨੂੰ ਬੰਗਾਲ ਦੇ ਵਿੱਚੋਂ ਬਾਈ ਏਅਰ ਐਮਰਜੈਂਸੀ ਅੰਮ੍ਰਿਤਸਰ ਲਿਆਂਦਾ ਗਿਆ, ਔਰ ਉਹਦਾ ਉਹ ਰੈਂਕ ਬਦਲ ਕੇ ਤੇ ਅੰਮ੍ਰਿਤਸਰ ਦਾ DC ਲਾਇਆ ਗਿਆ। ਹੁਣ ਜੇ ਪੁੱਛਿਆ ਜਾਏ ਕਿ ਕੀ ਆਪਣਾ ਪੰਜਾਬ ਦੇ ਵਿੱਚ 14 ਜ਼ਿਲ੍ਹੇ 13 ਜ਼ਿਲ੍ਹੇ 13 DC ਹੋਰ ਬੈਠੇ ਹੈ, ਜੇ ਇੱਕ DC ਚਲਾ ਗਿਆ ਲੰਬੀ ਛੁੱਟੀ ਦੇ ਤੇ ਬਾਕੀ ਦੇ 12 DCਆਂ 'ਚ ਕਿਸੇ ਨੂੰ ਲਿਆ ਜਾ ਸਕਦਾ ਸੀ ਸਰਕਾਰ ਵੱਲੋਂ, ਤੇ ਬਾਦਲ ਨੇ ਆਪਣੀ ਰਿਸ਼ਤੇਦਾਰੀ ਨੂੰ ਕਿਉਂ ਚੁਣਿਆ? ਮੈਨੂੰ ਤੁਹਾਨੂੰ ਇਹ ਲੱਗਦਾ ਕਿ ਉਹਨਾਂ ਨੇ ਉਹ ਬੰਦਾ ਚੁਣਿਆ ਜਿਹੜਾ ਸਾਈਨ ਕਰਨ ਨੂੰ ਮੰਨਦਾ ਹੋਵੇ ਵੀ ਤੁਸੀਂ ਆਓ, ਵੈਲਕਮ ਇੰਡੀਅਨ ਆਰਮੀ, ਹਮਲਾ ਕਰੋ, ਇਦਾਂ ਹੀ ਹੈ ਜੀ? ਸਾਈਨ ਕੀਤੇ ਉਹਨੇ, ਉਹਨੂੰ ਆ ਕੇ DC ਬਣਾਇਆ ਗਿਆ, DC ਬਣ ਕੇ ਉਹਨੇ ਸਾਈਨ ਕੀਤੇ, ਸਾਈਨ ਕਰਕੇ ਔਰ ਫਿਰ ਹਮਲਾ ਹੋਇਆ। ਔਰ ਹਮਲੇ ਤੋਂ ਬਾਅਦ ਜਿਹੜੀ ਗੱਲ ਬਾਅਦ ਵੀ ਚਲੋ ਆਪਾਂ ਕਰਨੀ ਹੈ, ਪਹਿਲਾਂ ਹੀ ਦੱਸ ਦਈਏ ਕਿ ਇਸ ਬੰਦੇ ਨੂੰ 9 ਸਾਲ ਅੰਮ੍ਰਿਤਸਰ DC ਰੱਖਿਆ ਗਿਆ। 9 ਸਾਲ, ਠੀਕ ਹੈ, 9 ਸਾਲ DC ਰੱਖਿਆ ਗਿਆ। ਜਦੋਂ 1997 ਦੇ ਵਿੱਚ ਬਾਦਲ ਦੀ ਸਰਕਾਰ ਆਈ, ਇਸ ਰਮੇਸ਼ ਇੰਦਰ ਸਿੰਘ ਨੂੰ ਬਾਦਲ ਨੇ ਆਪਣਾ ਚੀਫ ਸਕੱਤਰ ਬਣਾਇਆ। ਚੀਫ ਸਕੱਤਰ ਤੋਂ ਬਾਅਦ ਜਦੋਂ ਇਹ ਰਿਟਾਇਰਮੈਂਟ ਹੋ ਗਈ ਇਹਦੀ, ਉਸ ਤੋਂ ਬਾਅਦ ਇਹਨੂੰ ਜਿਹੜੀ RTI ਉਹਦੇ ਵਿੱਚ ਇਹਦਾ ਚੇਅਰਮੈਨ ਲਾ ਦਿੱਤਾ ਗਿਆ। ਔਰ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਇਹ ਪਹਿਲਾ ਗੌਰਮੈਂਟ ਜੋਬ ਕਰਨ ਵਾਲਾ ਬੰਦਾ ਹੋਊਗਾ ਜਿਹਨੂੰ ਵਿਧਾਨ ਸਭਾ ਦੇ ਵਿੱਚ ਸਨਮਾਨਿਤ ਕੀਤਾ ਗਿਆ। ਔਰ ਇਹ ਕਹਿ ਕੇ ਬਾਦਲ ਵੱਲੋਂ ਕਿ ਇਹਦੀਆਂ ਜਿਹੜੀਆਂ ਦੇਸ਼ ਪ੍ਰਤੀ ਵਫਾਦਾਰੀਆਂ ਵੀ ਉਹਦੇ ਲਈ ਅਸੀਂ ਇਹਨੂੰ ਸਨਮਾਨਿਤ ਕਰ ਰਹੇ ਹਾਂ, ਤੇ ਵਫਾਦਾਰੀਆਂ ਇਹੀ ਸੀ ਕਿ ਇੱਕ DC ਸਿੱਖੀ ਦੇ ਨਾਤੇ ਲੰਬੀ ਛੁੱਟੀ ਲੈ ਕੇ ਚਲਾ ਜਾਂਦਾ
ਤੇ ਇਹਨੂੰ ਡੀਸੀ ਬਣਾ ਕੇ ਤੇ ਇਹਨੇ ਫੌਜ ਦੀ ਐਂਟਰੀ ਖੋਲੀ ਹੈ। ਇਹੀ ਇਹਦੀ ਦੇਸ਼ ਪ੍ਰਤੀ ਵਫਾਦਾਰੀ ਹੈ ਤੇ ਬਾਦਲ ਨੇ ਇਹਨੂੰ ਸਨਮਾਨਿਤ ਕੀਤਾ। ਚੰਨੀ ਜੀ, ਰਮੇਸ਼ਿੰਦਰ ਸਿੰਘ ਇਸ ਵੇਲੇ ਉਹੀ ਨੇ ਜਿਹੜੇ ਤੁਹਾਡੇ ਲੁਧਿਆਣੇ 'ਚ ਰਹਿੰਦੇ ਨੇ? ਨਹੀਂ, ਉਹ ਮਹੇਸ਼ਿੰਦਰ ਸਿੰਘ ਨੇ ਅਕਾਲੀ ਦਲ ਬਾਦਲ ਦੇ ਨਾਲ ਸੰਬੰਧ, ਪਹਿਲਾਂ ਟੋੜਾ ਸਾਹਿਬ ਨੇ। ਮੈਂ ਤਾਂ ਗੱਲ ਕਰਦਾ ਤਾਂ ਕਿ ਜਿੰਨੇ ਵੀ ਸਾਡੇ ਦਰਸ਼ਕ ਜਿਹੜੇ ਹੁਣ ਦੇਖ ਰਹੇ ਨੇ ਜਾਂ ਜਿਹਨਾਂ ਨੇ ਬਾਅਦ ਵਿੱਚ ਗੱਲਬਾਤ ਨੂੰ ਸੁਣਨਾ ਦੇਖਣਾ, ਉਹਨਾਂ ਨੂੰ ਜਿਹੜਾ ਚੰਗੀ ਤਰ੍ਹਾਂ ਕਲੀਅਰ ਹੋ ਜਾਵੇ ਵੀ ਅੱਛਾ ਉਹ ਰਮੇਸ਼ਿੰਦਰ ਸਿੰਘ ਗਰੇਵਾਲ ਆ ਤੇ ਇਹ ਜਿਹੜਾ ਡੀਸੀ ਲਾਇਆ ਗਿਆ ਸੀਗਾ ਇਹਦੇ ਬਾਰੇ ਥੋੜਾ ਜਿਹਾ ਕਲੀਅਰ ਕਰ ਦਿਓ ਵੀ ਕੌਣ ਆ ਇਹ। ਮਹੇਸ਼ਿੰਦਰ ਸਿੰਘ ਤਾਂ ਟੋੜੇ ਗਰੁੱਪ ਦੇ ਨਾਲ ਹੈ ਜੀ, ਅਕਾਲੀ ਦਲ ਬਾਦਲ ਨਾਲ ਅੱਜ ਵੀ ਸੰਬੰਧਿਤ ਹੈ। ਜਿਹੜਾ ਰਮੇਸ਼ਿੰਦਰ ਹੈ ਇਹ ਤਾਂ ਜਿਹੜਾ ਬਾਦਲਕਾਂ ਦੇ ਪਿਛੋਕੜ ਦੇ ਵਿੱਚ ਇਹਨਾਂ ਦੇ ਕੋਈ ਸਹੁਰੋਂ ਰਿਸ਼ਤੇਦਾਰ, ਇਹ ਵੀ ਕਿਸੇ ਦਾ ਅਡਾਪਟ ਕੀਤਾ ਹੋਇਆ, ਮਤਲਬ ਕਿ ਇਹਦਾ ਜਿਹਨੇ ਅਡਾਪਟ ਕੀਤਾ ਉਹ ਜੱਜ ਸੀ ਵੈਸਟ ਬੰਗਾਲ ਦੇ ਵਿੱਚ, ਤੇ ਉੱਥੋਂ ਦਾ ਇਹ IAS ਅਫਸਰ ਹੈ, ਇਹ ਉੱਥੋਂ ਦਾ ਇਹ ਮਹੇਸ਼ਿੰਦਰ ਸਾਡਾ ਜਿਹੜਾ ਲੁਧਿਆਣੇ 'ਚ ਹੈ ਉਹ ਅਕਾਲੀ ਲੀਡਰ ਹੈ, ਤੇ ਇਹ ਮਤਲਬ ਕਿ ਆਪਣਾ IAS ਅਫਸਰ ਹੈ। ਇਹ ਦੋਨੋਂ ਅਲੱਗ ਨੇ ਦੋਨੋਂ। ਚੰਨੀ ਜੀ, ਮੈਂ ਚਾਹੁੰਦਾ ਕਿ ਜਿੰਨੇ ਵੀ ਲੋਕ ਤੁਹਾਡੀ ਗੱਲਬਾਤ ਨੂੰ ਸੁਣ ਰਹੇ ਨੇ ਉਹਨਾਂ ਨੂੰ ਥੋੜ੍ਹਾ ਜਿਹਾ ਇਹ ਜ਼ਰੂਰ ਦੱਸ ਦਿਓ ਵੀ ਇਹਨਾਂ ਦੀਆਂ ਇੱਦਾਂ ਦੀਆਂ ਹਰਕਤਾਂ ਦੇ ਵਜ੍ਹਾ ਕਰਕੇ ਜਿਹੜੀਆਂ ਤੁਸੀਂ ਦੱਸ ਕੇ ਹਟੇ ਆ ਹੁਣ, ਜਿਨ੍ਹਾਂ ਦੇ ਤੁਸੀਂ ਹਵਾਲੇ ਦਿੱਤੇ ਹੈਗੇ ਆ, ਉੱਥੇ ਵਾਪਰਿਆ ਕੀ, ਤਾਂ ਕਿ ਥੋੜ੍ਹਾ ਜਿਹਾ ਲੋਕਾਂ ਨੂੰ ਪਤਾ ਲੱਗ ਸਕੇ ਵੀ ਇਹਨਾਂ ਦੀਆਂ ਇੱਦਾਂ ਦੀਆਂ ਵਜ੍ਹਾ ਹਨਾ ਕਰਕੇ ਉੱਥੇ ਹੋਇਆ ਕੀ ਕੁਛ 1 ਜੂਨ ਤੋਂ ਲੈ ਕੇ 6 ਜੂਨ ਤੱਕ। ਨਹੀਂ ਦੇਖੋ, ਇਹ ਗੱਲਾਂ ਤਾਂ ਬਹੁਤ ਪਾਪੂਲਰ ਹੋ ਚੁੱਕੀਆਂ, ਤਕਰੀਬਨ 35-36 ਸਾਲ ਹੋ ਗਏ ਨੇ ਇਸ ਭਾਣਾ ਵਾਪਰੇ ਨੂੰ, ਤੇ ਤਕਰੀਬਨ ਹਰ ਸਾਲ ਇਸ ਘੱਲੂਘਾਰੇ ਹਫਤੇ ਦੇ ਵਿੱਚ ਤਕਰੀਬਨ ਜਿਹੜੀਆਂ ਸਿੱਖ ਅਖਬਾਰਾਂ ਨੇ, ਅਜੀਤ ਵਗੈਰਾ, ਤੇ ਮੈਂ ਬਹੁਤਾ ਨਹੀਂ ਪੜ੍ਹਿਆ, ਚਲੋ ਥੋੜਾ ਬਹੁਤਾ ਦੇ ਦਿੰਦੇ ਆ, ਲੇਕਿਨ ਅੱਜ ਦੀ ਆਵਾਜ਼ ਲਗਾਉਂਦੀ ਰਹੀ ਹੈ। ਪਹਿਲਾਂ ਬਹੁਤ ਕੁਝ ਅਕਾਲੀ ਪੱਤਰਕਾਰ ਬਹੁਤ ਕੁਝ ਲਾਉਂਦੀ ਰਹੀ ਹੈ। ਅੱਜ ਦੇ ਟਾਈਮ ਦੇ ਉੱਤੇ ਜਿਹੜੀ ਆਪਣਾ ਹੇਰਾਂ ਸਾਹਿਬ ਕੱਢਦੇ ਆ ਪਹਿਰੇਦਾਰ, ਤੇ ਜਾਂ ਸਪੋਕਸਮੈਨ ਬਹੁਤ 6-7 ਦਿਨ ਲਗਾਤਾਰ ਇਹਨੂੰ ਮਤਲਬ ਕਿ ਬੜਾ ਹਾਈਲਾਈਟ ਕਰਦੇ ਆ। ਉਹ ਜੋ ਕੁਝ ਵਾਪਰਿਆ, ਜਿਹੜੇ ਅੱਖੀ ਡਿੱਠੇ ਹਾਲ, ਜਿਹੜੇ ਕਈ ਸੰਗਤਾਂ ਜਿਹੜੀਆਂ ਅਟੈਚ ਸਨ, ਕਈ ਲੀਡਰ ਅਟੈਚ ਸਨ, ਜਿਹੜੇ ਉਹ ਸਾਰਾ ਅੱਖੀ ਡਿੱਠਾ ਹਾਲ ਇਹਨਾਂ ਨੂੰ ਦੱਸਦੇ ਰਿਹਾ। ਬੇਸਿਕਲੀ ਬਸ ਇਹੀ ਹੈ ਕਿ ਜਿੱਥੇ ਸਿੱਖ ਆਵਾਮ ਦੇ ਵਿੱਚ ਇਹ ਗੱਲ ਘੋਟ ਕੇ ਪਾਈ ਗਈ ਹੈ ਕਿ ਵੀ ਕਾਂਗਰਸ ਦਾ ਜ਼ਿੰਮੇਵਾਰ ਹੈ ਹੀ, ਕਾਂਗਰਸ ਦਾ ਰਾਜ ਹੈ, ਕਾਂਗਰਸ ਜੇ ਚਾਹੁੰਦੀ ਵੀ ਦਰਬਾਰ ਸਾਹਿਬ ਦਾ ਨੁਕਸਾਨ ਨਾ ਹੋਣਾ ਹੁੰਦਾ ਤੇ ਉੱਥੇ ਬੜੇ ਆਰਾਮ ਦੇ ਨਾਲ ਕੋਈ ਐਸੇ ਗੈਸ ਦੇ ਗੋਲੇ ਛੱਡ ਕੇ ਅੰਦਰ ਬੇਹੋਸ਼ੀ ਦੀ ਹਾਲਤ 'ਚ ਲੜਨ ਮਰਨ ਵਾਲਿਆਂ ਨੂੰ ਆਪਾਂ ਬਾਹਰ ਵੀ ਲਿਆ ਸਕਦੇ ਸੀ ਤੇ ਦਰਬਾਰ ਸਾਹਿਬ ਦਾ ਨੁਕਸਾਨ ਨਹੀਂ ਹੋ ਸਕਦਾ। ਲੇਕਿਨ ਜਦੋਂ ਨੀਅਤ ਮਾੜੀ ਹੋਵੇ, ਨੀਤੀ ਮਾੜੀ ਹੋਵੇ, ਤੇ ਸਾਡੇ ਪੰਥ ਦੇ ਜਿਹੜੇ ਅੰਦਰ ਸਾਡੀ ਬੁੱਕਲ 'ਚ ਜਿਹੜੇ ਬੈਠੇ ਸੱਪਾਂ ਨੇ ਇਜਾਜ਼ਤ ਦਿੱਤੀ ਹੋਵੇ ਤੇ ਫਿਰ ਨੁਕਸਾਨ ਕਿੱਦਾਂ ਬਚ ਸਕਦਾ। ਹੁਣ ਕਈ ਤਾਂ ਕਹਿੰਦੇ ਜੀ ਉਹ ਦਰਬਾਰ ਸਾਹਿਬ 'ਚ ਪਿੰਡਰਾਂ ਵਾਲਾ ਸੀ ਜੀ, ਇਹ ਕਾਰਵਾਈ ਕਰਨੀ ਬਣਦੀ ਸੀ ਜੀ। ਉਹ ਦਰਬਾਰ ਸਾਹਿਬ 'ਚ ਤੇ ਪਿੰਡਰਾਂ ਵਾਲਾ ਹੈਗਾ ਸੀ, ਤੇ ਜਿਹੜੇ ਬਾਕੀ 36 ਗੁਰਦੁਆਰੇ ਪੰਜਾਬ ਦੇ ਅਟੈਕ ਕੀਤਾ ਉੱਥੇ ਕਿਹੜਾ ਪਿੰਡਰਾਂ ਵਾਲਾ ਸੀਗਾ ਜੀ? ਉੱਥੇ ਕਿਉਂ ਬੰਦੇ ਮਾਰੇ? ਪਟਿਆਲੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਕਿੰਨੇ ਨੌਜਵਾਨ ਮਾਰੇ, ਉੱਥੇ ਕਿਹੜਾ ਪਿੰਡਰਾਂ ਵਾਲਾ ਸੀਗਾ? 36 ਗੁਰਦੁਆਰਿਆਂ ਦੇ 'ਚ ਅਟੈਕ ਕਰਨਾ ਇਹ ਕਾਂਗਰਸ ਸਰਕਾਰ ਦੀ, ਇੰਦਰਾ ਗਾਂਧੀ ਸਰਕਾਰ ਦੀ ਬਦਨੀਤੀ ਦਾ ਕਾਰਨ ਸੀਗਾ, ਹੋਰ ਕੋਈ ਕਾਰਨ ਨਹੀਂ। ਲੇਕਿਨ ਜੇ ਕੋਈ ਕਹੇ ਵੀ ਇਕੱਲੀ ਕਾਂਗਰਸ ਜ਼ਿੰਮੇਵਾਰ, ਇੰਦਰਾ ਗਾਂਧੀ ਦਾ ਹਿਆ ਨਹੀਂ ਬਣਦਾ ਕਿ ਉਹ ਵੀ ਮੈਂ ਇਕੱਲੀ ਅਟੈਕ ਕਰ ਦੇਵਾਂ। ਅਕਾਲੀਆਂ ਨੇ ਅਪਰੂਵਲ ਦਿੱਤੀ ਹੈ, ਔਰ ਜਿਹੜੀ ਤੀਜੇ ਨੰਬਰ ਦੀ ਪਾਰਟੀ ਜਿਹੜੀ ਅੱਜ ਪੰਜਾਬ ਦੇ ਵਿੱਚ ਕਹਿੰਦੇ ਵੀ ਅਸੀਂ ਅਗਲਾ ਰਾਜ ਪੰਜਾਬ 'ਚ ਕਰਨਾ, ਉਹ ਹੈਗੀ ਭਾਰਤੀ ਜਨਤਾ ਪਾਰਟੀ। ਮੈਂ ਭਾਰਤੀ ਜਨਤਾ ਪਾਰਟੀ ਵੱਲ ਵੀ ਆਉਂਗਾ, ਉਸ ਤੋਂ ਪਹਿਲਾਂ ਮੈਂ ਇੱਕ ਹੋਰ ਤੁਹਾਡੇ ਕੋਲ ਜਿਹੜੇ ਬਾਦਲਾਂ ਦੇ ਹਮੈਤੀ ਨੇ, ਮੈਂ ਇੱਕ ਸਵਾਲ ਉਹਨਾਂ ਵੱਲੋਂ ਤੁਹਾਨੂੰ ਕਰਨਾ ਚਾਹੁੰਦਾ ਹੈਗਾ। ਜਿਵੇਂ ਤੁਸੀਂ ਆਖਿਆ ਉਹਨਾਂ ਵੱਲੋਂ ਸਵਾਲ ਆ, ਮੇਰੇ ਵੱਲੋਂ ਨਹੀਂ ਸਵਾਲ। ਭਈ ਕਾਂਗਰਸ ਪਾਰਟੀ ਨੇ ਇਹ ਸਾਰਾ ਕੁਝ ਕਰਨਾ ਹੀ ਸੀਗਾ, ਉਹ ਜ਼ਿੰਮੇਵਾਰ ਆ। ਭਈ ਜਦੋਂ ਉਹਨਾਂ ਨੇ ਤੱਕਾ ਹੀ ਲਿਆ ਸੀਗਾ, ਉਹਨਾਂ ਦੀ ਨੀਅਤ ਇਹ ਸੀਗੀ ਕਿ ਅਸੀਂ ਹਮਲਾ ਕਰਨਾ ਹੀ ਕਰਨਾ, ਨੁਕਸਾਨ ਕਰਨਾ ਹੀ ਕਰਨਾ, ਤਾਂ ਫਿਰ ਸਾਡੇ ਬਾਦਲ ਸਾਹਿਬ ਵਿਚਾਰੇ ਕੀ ਕਰਦੇ ਫਿਰ? ਇਹ ਵਿਚਾਰੇ ਨਹੀਂ ਜੀ, ਇਹ ਜਿਸ ਤਰ੍ਹਾਂ ਤੁਸੀਂ ਅਡਵਾਨੀ ਨੂੰ ਤੇਜ਼ ਤਰਾਰ ਤੇ ਵਾਜਪਾਈ ਨੂੰ ਵਿਚਾਰਾ, ਤੇ ਜਿਸ ਤਰ੍ਹਾਂ ਟੋੜੇ ਨੂੰ ਤੇਜ਼ ਤਰਾਰ ਤੇ ਬਾਦਲ ਨੂੰ ਵਿਚਾਰਾ, ਇਹ ਬਾਦਲ ਵਿਚਾਰਾ ਨਹੀਂ ਹੈ। 1970-71 ਤੋਂ ਲੈ ਕੇ ਜਿਹੜੀ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦੀ ਜਿਹੜੀ ਸ਼ੁਰੂਆਤ ਹੈ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਸ਼ੁਰੂ ਹੋਈ ਹੈ। 1978 ਦੇ ਵਿੱਚ ਜਿਹੜੇ 13 ਸਿੱਖ ਨਰਕਧਾਰੀ ਕਾਂਡ 'ਚ ਸ਼ਹੀਦ ਹੋਏ ਆ, ਉਹ ਬਾਦਲ ਦੇ ਰਾਜ 'ਚ ਹੋਏ ਆ। 1984 ਤੋਂ 1994 ਤੱਕ ਜਿੰਨਾ ਵੀ ਨੌਜਵਾਨ ਪੁਲਿਸ ਦਾ ਸ਼ਿਕਾਰ ਬਣਿਆ, ਉਹਦੇ 'ਚ ਸਰਦਾਰ ਬਾਦਲ ਦਾ ਬੜਾ ਵੱਡਾ ਹੱਥ ਹੈ। ਔਰ KPS ਗਿੱਲ ਦੇ ਜਿਹੜਾ ਰਾਹੁਲ ਚੰਦਰ ਜਿਹੜਾ ਉਹਦਾ OSD ਹੈ,
ਉਹਨੇ ਜਿਹੜੀ ਕਿਤਾਬ ਲਿਖੀ ਹੈ ਧੜੱਲੇਦਾਰ ਅਫਸਰ KPS ਗਿੱਲ, ਉਹਦੇ 'ਚ ਉਹਨੇ ਸਾਫ਼ ਜ਼ਿਕਰ ਕੀਤਾ ਕਿ ਰਾਤ ਨੂੰ 12 ਵਜੇ ਤੋਂ ਬਾਅਦ KPS ਗਿੱਲ ਸਾਹਿਬ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਹ ਰਾਤ ਨੂੰ ਗੁਪਤ ਮੀਟਿੰਗਾਂ ਕਰਦੇ ਸਨ। ਹੁਣ ਗੁਪਤ ਮੀਟਿੰਗਾਂ ਜੇ ਤਾਂ ਕੋਈ ਚੰਗੀ ਖਾਣ ਪੀਣ ਦੀ ਮੀਟਿੰਗ, ਰੋਟੀ ਪਾਣੀ ਛਕਣ ਦੀ, ਚਾਹ ਪਾਣੀ ਪੀਣ ਦੀ ਮੀਟਿੰਗ ਹੈ ਤਾਂ ਫਿਰ ਤਾਂ ਦੁਪਹਿਰੇ ਵੀ ਬੰਦਾ ਕਰ ਸਕਦਾ, ਰਾਤ ਨੂੰ ਕਰਨ ਦਾ ਕੀ ਮਤਲਬ ਸੀਗਾ ਹੈ ਜੀ। ਇਹ ਭੋਲਾ ਨਹੀਂ ਹੈ। ਬੇਅੰਤ ਸਿੰਘ ਦੇ ਰਾਜ ਦੇ ਵਿੱਚ ਕਿੰਨੇ ਨੌਜਵਾਨਾਂ ਦਾ ਨੁਕਸਾਨ ਹੋਇਆ, ਤਕਰੀਬਨ ਜਵਾਨੀ ਖਤਮ ਕਰਤੀ। 10-15 ਸਾਲ ਤਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਵਿਆਹ ਸ਼ਾਦੀ ਨਹੀਂ ਹੋਈ, ਲੇਕਿਨ ਕੋਈ ਵੀ ਉਹਦੇ ਭੋਗ ਤੇ ਗਿਆ ਸਵਾਏ ਬਾਦਲ ਤੋਂ ਕੋਈ ਵੀ ਉਹਦੇ ਭੋਗ ਤੇ ਗਿਆ, ਫਿਰ ਵਿਚਾਰਾ ਕਿੱਥੋਂ ਹੋਇਆ ਜਿਹੜਾ ਮੈਂ ਕਈ ਅਖਬਾਰਾਂ 'ਚ ਪੜ੍ਹਿਆ ਉਹਨਾਂ ਸਮੇਂ ਵਿੱਚ ਖਾੜਕੂ ਸਿੰਘਾਂ ਦੇ ਭੋਗ ਤੇ ਵੀ ਜਾਂਦਾ ਹੁੰਦਾ ਸੀ ਪ੍ਰਕਾਸ਼ ਸਿੰਘ ਬਾਦਲ ਦਾ। ਬਿਲਕੁਲ ਨਹੀਂ, ਇਹ ਬਿਲਕੁਲ ਗਲਤ ਹੈ। ਅਜੀਤ ਸਿੰਘ ਸੰਧੂ ਜਿਨ੍ਹਾਂ ਨੇ ਸਿੱਖਾਂ ਨੂੰ ਮਾਰਿਆ ਉਹਨਾਂ ਦੇ ਭੋਗਾਂ ਤੇ ਜਾਂਦਾ। ਹੁਣ ਇਹ ਬਾਦਲ ਦੀ ਸਰਕਾਰ ਸੀ ਜਦੋਂ ਅਜੀਤ ਸਿੰਘ ਸੰਧੂ ਮਰਿਆ। ਅਜੀਤ ਸਿੰਘ ਸੰਧੂ ਨੇ ਸਰਕਾਰੀ ਸਨਮਾਨਤ ਨਾਲ ਕੀਤਾ। ਰੇ ਦੇ ਰਿਬੇਰੋ ਗਵਰਨਰ ਤੇ DGP ਰਹੇ ਥੇ। ਜਦੋਂ ਰੇ ਮਰਿਆ ਬੰਗਾਲ 'ਚ ਕਲਕੱਤੇ, ਤੇ 2 ਦਿਨ ਉਹਦਾ ਸਰਕਾਰੀ ਸਨਮਾਨ ਕੀਤਾ ਗਿਆ, ਝੰਡੇ ਨੀਵੇਂ ਕੀਤੇ ਗਏ ਪੰਜਾਬ ਸਰਕਾਰ ਨੇ। ਇਹ ਭੋਲਾ, ਇਹਨੂੰ ਅਕਲ ਕੋਈ ਨਹੀਂ। ਇਹ ਕਹਦਾ ਵੀ ਭੋਲਾ, ਇਹਨੂੰ ਸਭ ਕੁਝ ਜਾਣਕਾਰੀ ਹੋਣ ਦੇ ਬਾਵਜੂਦ ਇਹਦੀ ਇੱਕ ਮਨਸ਼ਾ ਕਿ ਮੈਂ ਸਿੱਖ ਵਿਰੋਧੀ ਏਜੰਡਾ ਅਪਣਾਇਆ, ਜਿਹੜਾ RS ਲੱਗ ਕੇ ਥੱਲੇ, ਤੇ ਉਹ ਮੈਂ ਹਮੇਸ਼ਾ ਉਹਨਾਂ ਕੋਲੋਂ ਬੱਲੇ ਖੱਟਣੀ। ਪਰ ਉਹ ਤੇ ਬੱਲੇ ਸਿੱਖ ਵਿਰੋਧੀ, ਉਹ ਤੇ ਪੰਥਕ ਅਖਵਾਉਂਦਾ ਔਰ ਲੋਕ ਪੰਥਕ ਸਮਝ ਕੇ ਵੋਟਾਂ ਵੀ ਪਾਉਂਦੇ ਰਹੇ। ਮੈਂ ਤੇ ਪਿੰਡਾਂ ਵਿੱਚ ਰਹਿ ਕੇ ਵੇਖਿਆ ਚੰਨੀ ਜੀ, ਲੋਕ ਕਹਿੰਦੇ ਆ ਕਿ ਜੇ ਲੋਕਾਂ ਨੂੰ ਪੁੱਛੋ ਵੋਟ ਕਿਹਨੂੰ ਪਾਉਣੀ ਆ, ਕਹਿੰਦੇ ਵੋਟ ਪੰਥ ਨੂੰ ਪਾਉਣੀ ਆ। ਪੰਥ ਕਿਹੜਾ ਜੀ? ਕਹਿੰਦੇ ਪ੍ਰਕਾਸ਼ ਸਿੰਘ ਬਾਦਲ। ਸਾਡੇ ਵੱਡੇ ਨੇ ਕਹਿ ਗਏ ਸੀਗੇ ਕਿ ਵੋਟ ਇਹਨਾਂ ਨੂੰ ਹੀ ਪੈਣੀ ਆ। ਮੈਂ ਚੰਨੀ ਜੀ, ਕਿਉਂਕਿ ਆਪਾਂ 84 ਬਾਰੇ ਗੱਲ ਕਰ ਰਹੇ ਹਾਂ, 84 ਨਾਲ ਜੁੜਿਆ ਹੋਇਆ ਸਾਰਾ ਕੁਝ, 84 ਤੋਂ ਬਾਅਦ ਜੋ ਕੁਝ ਵੀ ਵਾਪਰਿਆ, ਸਿੱਖ ਸੰਘਰਸ਼, ਹਥਿਆਰਬੰਦ ਸੰਘਰਸ਼, ਖਾੜਕੂ ਲਹਿਰ ਜਿਹਨੂੰ ਕਿਹਾ ਜਾਂਦਾ ਹੈਗਾ। ਸੁਮੇਧ ਸੈਣੀ ਬੜਾ ਪਿਛਲੇ ਦਿਨਾਂ 'ਚ ਤੋਂ ਚਰਚਾ ਵਿੱਚ ਹੈਗਾ। ਸੁਮੇਧ ਸੈਣੀ ਹੁਣ ਕਾਂਗਰਸ ਦੀ ਸਰਕਾਰ ਹੈ। ਜੇ ਕਾਂਗਰਸ ਤੇ ਦੋਸ਼ ਲਾਉਂਦੇ, ਕਾਂਗਰਸ ਅੱਜ ਵੀ ਐਵੇਂ ਲੱਗਦਾ ਕਿ ਸੁਮੇਧ ਸੈਣੀ ਨੂੰ ਬਚਾ ਰਹੀ ਹੈ, ਤੇ ਪ੍ਰਕਾਸ਼ ਸਿੰਘ ਬਾਦਲ ਦਾ ਇੱਥੇ ਤੱਕ ਵੀ ਕੋਈ ਹੈਗਾ ਰੋਲ ਸੁਮੇਧ ਸੈਣੀ ਦੇ ਸੰਬੰਧ 'ਚ? ਮੈਂ ਜਿੱਥੇ KPS ਗਿੱਲ ਦੀ ਗੱਲ ਕੀਤੀ, ਰੇਰ ਵਿਰੋਧ ਕੀਤੀ, ਆਪਣਾ ਜੀ ਸੰਧੂ ਦੀ ਗੱਲ ਕੀਤੀ, ਮੈਂ ਸੈਣੀ ਦੀ ਵੀ ਗੱਲ ਕਰਨੀ ਚਾਹੁੰਦਾ। ਦੇਖੋ, ਇਹ ਇਲਜ਼ਾਮ ਬਿਲਕੁਲ ਗਲਤ ਹੈ ਕਿ ਮਹਾਰਾਜਾ ਅਮਰਿੰਦਰ ਸਿੰਘ ਸੈਣੀ ਨੂੰ ਬਚਾਉਣਾ ਚਾਹੁੰਦਾ। ਮਹਾਰਾਜਾ ਅਮਰਿੰਦਰ ਸਿੰਘ ਤੇ ਸੈਣੀ ਦਾ ਤਾਂ ਬਹੁਤ ਕੱਟੜ ਵੈਰ ਹੈ ਆਪਸ ਵਿੱਚ। ਇਸ ਗੱਲ ਨੂੰ ਮੈਂ ਭਲੀ ਭਾਂਤ ਜਾਣਦਾ, ਕਿਉਂਕਿ ਸੈਣੀ ਜਦੋਂ ਵੀ DGP ਰਿਹਾ ਜਾਂ ਰਾਜ ਭਗਤ ਰਿਹਾ ਬਾਦਲ ਦੇ, ਉਹਨੇ ਕੈਪਟਨ ਅਮਰਿੰਦਰ ਦੇ ਪੈਰ ਨਹੀਂ ਲੱਗਣ ਦਿੱਤੇ ਧਰਤੀ ਦੇ, ਹਰ ਜਗ੍ਹਾ ਤੇ ਉਹਨੂੰ ਵਸਾਇਆ। ਆ ਜਿਹੜਾ ਸਾਡੇ ਲੁਧਿਆਣੇ ਸਿਟੀ ਸੈਂਟਰ ਹੈ, ਇਹਨੂੰ ਜਿੰਦਾ ਰੱਖਣ ਲਈ ਸੈਣੀ ਜ਼ਿੰਮੇਵਾਰ ਹੈ। ਠੀਕ ਹੈ, ਇਹਨਾਂ ਦਾ ਤਾਂ ਬਹੁਤ ਆਪਸ ਵਿੱਚ ਕੱਟੜ ਵੈਰ ਹੈ, ਲੇਕਿਨ ਬਾਦਲ ਤਾਂ ਜਗ ਜ਼ਹਿਰ ਹੈ ਕਿ ਉਹਨੂੰ ਬਚਾ ਰਿਹਾ। ਤੁਸੀਂ ਚਲੋ ਪਿੱਛੇ ਤੇ ਦੇਖੋ, ਜਦੋਂ ਭੁੱਲਰ ਦੇ ਸਬੰਧ ਦੇ ਵਿੱਚ, ਭੁੱਲਰ ਦੇ ਪਰਿਵਾਰ ਦੇ ਸਬੰਧ 'ਚ ਸੁਪਰੀਮ ਕੋਰਟ ਕੇਸ ਚੱਲ ਰਿਹਾ ਸੀ ਸੈਣੀ ਦਾ, ਤੇ ਹੁਣ ਜਿਹੜਾ ਪੰਜਾਬ ਸਰਕਾਰ ਦਾ ਐਡਵੋਕੇਟ ਹੈ, ਜਨਰਲ ਐਡਵੋਕੇਟ, ਉਹ ਪੰਜਾਬ ਸਰਕਾਰ ਦੀ ਸਹਿਮਤੀ ਤੋਂ ਬਗੈਰ ਚਲਾ ਜਾਂਦਾ ਸੁਪਰੀਮ ਕੋਰਟ। ਪੰਜਾਬ ਸਰਕਾਰ ਭੇਜੀ ਤਾਂ ਹੀ ਜਾਂਦਾ ਨਾ। ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਦਾ ਐਡਵੋਕੇਟ ਇਹ ਗੱਲ ਕਹਿੰਦਾ ਹੈ ਕਿ ਜੱਜ ਸਾਹਿਬ ਨੂੰ ਕਿ ਜਨਾਬ, ਜਿਹੜਾ ਸੈਣੀ ਹੈ ਇੱਕ ਇਮਾਨਦਾਰ ਤੇ ਦੇਸ਼ ਭਗਤ ਅਫਸਰ ਹੈ, ਤੇ ਪਿਛਲੇ ਸਮੇਂ ਪੰਜਾਬ ਦੇ ਮਾੜੇ ਦਿਨਾਂ ਦੇ ਦੌਰਾਨ ਇਸ ਅਫਸਰ ਦੀ ਕਾਰਗੁਜ਼ਾਰੀ ਸ਼ਲਾਘਾਯੋਗ ਹੈ। ਸਮਝਿਓ ਮੇਰੀ ਗੱਲ ਵੀ ਪੰਜਾਬ ਸਰਕਾਰ ਦਾ ਐਡਵੋਕੇਟ, ਜਨਰਲ ਐਡਵੋਕੇਟ, ਸੁਪਰੀਮ ਕੋਰਟ ਦੇ ਜੱਜ ਨੂੰ ਕਹਿੰਦਾ ਕਿ ਜਨਾਬ ਸੈਣੀ ਜਿਹੜਾ ਦੇਸ਼ ਭਗਤ ਅਫਸਰ ਹੈ। ਕੀ ਸ਼ਲਾਘਾਯੋਗ ਹੈ ਜੀ? ਵੀ ਬੰਦੇ ਬੜੇ ਮਾਰੇ ਨੇ, ਹੈ ਜੀ। ਤੇ ਇਸ ਕਰਕੇ ਤੇ ਜਿਹੜਾ ਭੁੱਲਰ ਹੈ ਉਹ ਅੱਤਵਾਦੀ ਹੈ। ਹੁਣ ਗੱਲ ਤੁਸੀਂ ਇਹ ਦੇਖੋ ਵੀ ਜੱਜ ਦੇ ਅੱਗੋਂ ਲਾਹਨਤ ਪਾਈ ਹੈ, ਜੱਜ ਨੇ ਲਾਹਨਤ ਪਾਈ ਹੈ ਵੀ ਵਕੀਲ ਸਾਹਿਬ, ਮੈਂ ਤੁਹਾਡੀ ਦਲੀਲ ਤੇ ਹੈਰਾਨਗੀ ਪ੍ਰਗਟ ਕਰਦਾ ਵੀ ਮੇਰੇ ਕੋਲ ਤਾਂ ਕੇਸ ਭੁੱਲਰ ਦੇ ਪਰਿਵਾਰ ਦੇ ਕਤਲ ਦਾ ਹੈ, ਭੁੱਲਰ ਦਾ ਕੇਸ ਨਹੀਂ ਹੈ। ਭੁੱਲਰ ਦੋਸ਼ ਹੈ, ਨਿਰਦੋਸ਼ ਹੈ, ਉਹ ਜੇਲ੍ਹ 'ਚ ਬੈਠਾ, ਉਹਨੂੰ ਫਾਂਸੀ ਦੀ ਸਜ਼ਾ ਹੋਈ ਪਈ ਹੈ, ਉਹਨੂੰ ਕੱਲ ਲੱਗੇ ਅੱਜ ਲੱਗੇ, ਮੇਰਾ ਉਹਦੇ ਨਾਲ ਕੋਈ ਸੰਬੰਧ ਨਹੀਂ, ਕਿਉਂਕਿ ਮੇਰੀ ਕੋਰਟ 'ਚ ਉਹਦਾ ਕੇਸ ਨਹੀਂ। ਮੇਰੀ ਕੋਰਟ ਦੇ ਵਿੱਚ ਜਿਹੜਾ ਕੇਸ ਹੈ ਉਹ ਦਵਿੰਦਰ ਸਿੰਘ ਭੁੱਲਰ ਦੇ ਜਿਹੜੇ 4 ਬੰਦੇ ਸੈਣੀ ਨੇ ਮਾਰੇ ਆ, ਉਹਦਾ ਕੇਸ ਹੈ। ਤੇ ਮੈਂ ਤੇ ਤੁਹਾਡੇ ਤੇ ਹੈਰਾਨ ਆ ਵੀ ਤੁਸੀਂ ਗੱਲ ਭੁੱਲਰ ਦੀ ਕਰੀ ਜਾਂਦੇ ਹੋ ਵੀ ਭੁੱਲਰ ਅੱਤਵਾਦੀ ਹੈ ਤੇ ਇਹ ਸੈਣੀ ਵਧੀਆ ਅਫਸਰ ਹੈ, ਦੇਸ਼ ਭਗਤ ਹੈ। ਮੈਂ ਇਹਦੀ ਦੇਸ਼ ਭਗਤੀ ਕੀ ਲੈਣਾ? ਮੈਨੂੰ ਤੇ ਇਹ ਦੱਸੋ ਵੀ 4 ਬੰਦੇ ਕਿੱਦਾਂ ਮਰੇ? ਇਹ ਹਾਲਾਤ ਨੇ ਬਾਦਲ ਦੇ। ਬਾਦਲ ਹਮੇਸ਼ਾ ਹੀ ਨੌਜਵਾਨਾਂ ਦੇ ਕਾਤਲਾਂ ਨਾਲ ਖੜਾ, ਅੱਜ ਵੀ
ਅੱਜ ਵੀ ਤੁਸੀਂ ਦੇਖੋ ਜਦੋਂ ਛੈਣੀ ਦੇ ਹੁਣ ਇਹ ਇੱਕ ਕੇਸ ਨਿਕਲਿਆ ਬਾਹਰ ਜਸਟ ਹੁਣ ਉਹਦੇ ਵਿੱਚ ਮਤਲਬ ਕਿ ਜਿਹੜਾ ਵਕੀਲ ਹੈ ਉਹ ਸ਼੍ਰੋਮਣੀ ਕਮੇਟੀ ਦਾ ਜੁਡੀਸ਼ੀਅਲ ਕਮਿਸ਼ਨ ਦਾ ਚੇਅਰਮੈਨ ਕਲੇਰ ਤੇ ਉਹ ਖੜਾ ਹੋਇਆ ਜੀ ਛੈਣੀ ਦੇ ਹੱਕ ਦੇ ਵਿੱਚ। ਹੁਣ ਤੁਸੀਂ ਦੱਸੋ ਵੀ ਪਿੱਛੇ ਵੀ ਉਹਦੀ ਜਿਹੜੀ ਰਿਪੋਰਟ ਆਈ ਹੈ ਕਲੇਰ ਦੀ, ਉਹ ਕਹਿੰਦੇ ਵੀ ਘੱਟੋ ਘੱਟ 10-15 ਪੁਲਿਸ ਉਹ ਅਫਸਰਾਂ ਦੇ ਹੱਕ ਵਿੱਚ ਇਹ ਬੰਦਾ ਕੇਸ ਲੜ ਚੁੱਕਿਆ ਜਿਨ੍ਹਾਂ ਨੇ ਸਿੱਖ ਨੌਜਵਾਨੀ ਦਾ ਬਹੁਤ ਘਾਣ ਕੀਤਾ ਤੇ 10-15 ਅਫਸਰਾਂ ਦੇ ਹੱਕ 'ਚ ਲੜ ਕੇ ਉਹਨਾਂ ਨੂੰ ਜਿਤਾ ਚੁੱਕਾ ਹੈ ਤੇ ਸਿੱਖ ਨੌਜਵਾਨੀ ਜਿਨ੍ਹਾਂ ਦੇ ਪਰਿਵਾਰ ਰੁਲ ਕੇ ਮਰਨ ਤੋਂ ਬਾਅਦ ਉਹਨਾਂ ਨੂੰ ਹਰਾ ਚੁੱਕਾ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਜੁਡੀਸ਼ੀਅਲ ਕਮਿਸ਼ਨ ਦਾ ਚੇਅਰਮੈਨ ਲੱਗਾ ਹੋਇਆ ਤੇ ਬਾਦਲ ਤੋਂ ਬਗੈਰ ਤਾਂ ਕੋਈ ਭੇਜ ਹੀ ਨਹੀਂ ਸਕਦਾ ਨਾ, ਤੇ ਨਾ ਭੇਜੋ ਤਾਂ ਹੀ ਰਿਕਮੈਂਡ ਕਰਦੀ ਹੈ ਸੈਂਟਰ ਤੇ ਉਹਨਾਂ ਨੇ 3-4 ਨਾਂ ਭੇਜਣੇ ਹੁੰਦੇ, ਉਹਨਾਂ ਵਿੱਚੋਂ ਇਹ ਪਾ ਕੇ ਭੇਜਿਆ ਉਹਨਾਂ ਨੇ ਤੇ ਇਹਦੇ ਤੇ ਜ਼ੋਰ ਦਿੱਤਾ ਗਿਆ ਵੀ ਇਹਨੂੰ ਕਰੋ ਤੇ ਉਹ ਅੱਜ ਛੈਣੀ ਤੇ ਖੜਾ। ਇਹ ਤੇ ਹੁਣ ਚਲੋ ਸੋਸ਼ਲ ਮੀਡੀਆ ਦਾ ਰੋਲਾ ਰੱਪਾ ਪਿਆ, ਉਹ ਪਿੱਛੇ ਲੈ ਗਿਆ, ਲੇਕਿਨ ਆਪਣੇ ਪੁੱਤਰ ਨੂੰ ਮੂਹਰੇ ਕਰਤਾ, ਮੁੰਡਾ ਤੇ ਉਹਦਾ ਹੀ ਹੈ ਨਾ ਜੀ। ਤਾਂ ਫਿਰ ਇਹ ਬਾਦਲ ਦੀ ਮੈਨੂੰ ਠੀਕ ਹੈ ਵੀ ਕਿਉਂਕਿ ਵੋਟਾਂ ਪੰਥ ਦੇ ਨਾਂ ਤੇ ਨਹੀਂ, ਤੁਹਾਡਾ ਇਹ ਕੁਐਸਚਨ ਮੈਨੂੰ ਥੋੜਾ ਠੀਕ ਨਹੀਂ ਲੱਗ ਰਿਹਾ। ਪੰਥ ਦੇ ਨਾਂ ਤੇ ਬਾਦਲ ਨੂੰ ਵੋਟਾਂ ਨਹੀਂ ਪਈਆਂ, ਲੋਕੀ ਸ਼ਰਾਬਾਂ ਦੇ ਲੋਕੀ 4 ਰੁਪਏ ਕਿਲੋ ਦਾਲ ਤੇ 4 ਰੁਪਏ ਕਿਲੋ ਆਟਾ 20 ਰੁਪਏ ਕਿਲੋ ਦਾਲ ਦੇ ਸਬੰਧ 'ਚ ਵੋਟਾਂ ਪਾ ਦਿੰਦੇ ਆ ਜਾਂ ਨਸ਼ੇ ਪੱਤੇ ਪੈਸੇ ਲੈ ਕੇ ਵੋਟਾਂ ਪਾ ਜਿੱਦਾਂ ਵੋਟਾਂ ਪੈਂਦੀਆਂ ਨੇ। ਵੋਟਾਂ ਦੇ ਤਾਂ ਚੱਕਰ ਕੋਈ ਨਹੀਂ, ਲੇਕਿਨ ਕੋਈ ਪੰਥਕ ਮੈਨੂੰ ਇਹਨਾਂ ਦਾ ਜੋ ਵੀ ਜਿਹੜੇ ਤੁਸੀਂ ਬੰਦੇ ਕਹਿ ਰਹੇ ਵੀ ਜਿਹੜੇ ਇਹਨਾਂ ਦੇ ਬੰਦੇ ਜੀ ਉਹ ਬਾਦਲ, ਮੈਂ ਤੁਹਾਡੇ ਇਸ ਚੈਨਲ ਦੇ ਜ਼ਰੀਏ ਮਤਲਬ ਕਿ ਮਾਣ ਦੇ ਨਾਲ ਕਹਿ ਸਕਦਾ ਆਪਣੇ ਆਪ ਦੇ ਕਿ ਬਾਦਲ ਅਕਾਲੀ ਦਲ ਦਾ ਕੋਈ ਬੰਦਾ, ਬਾਦਲ ਦਾ ਅਕਾਲੀ ਦਲ ਦਾ ਕੋਈ ਬੰਦਾ 1970-71 ਤੋਂ ਲੈ ਕੇ ਅੱਜ ਤੱਕ ਬਾਦਲ ਦੀਆਂ ਮੈਂ 50 ਕਾਰਵਾਈਆਂ ਦੱਸ ਸਕਦਾ ਅਕਾਲ ਤਖਤ ਦੇ ਖਿਲਾਫ, ਸਿੱਖ ਜਵਾਨੀ ਦੇ ਘਾਣ ਦੇ, ਦਰਬਾਰ ਸਾਹਿਬ ਦੇ ਅਟੈਕ ਤੇ, ਪੰਜਾਬ ਦੇ ਪਾਣੀਆਂ ਦੇ ਮਸਲੇ ਤੇ, ਪੰਜਾਬ ਨੂੰ ਬਰਬਾਦ ਕਰਨ ਦੇ ਮਸਲੇ ਤੇ, ਪੰਜਾਬ ਨੂੰ ਨਸ਼ਿਆਂ 'ਚ ਗਲਤਾਨ ਕਰਨ ਦੇ ਮਸਲੇ ਤੇ। ਲੇਕਿਨ ਮੈਨੂੰ ਕੋਈ ਬਾਦਲ ਦਾ ਜਿਹੜਾ ਆਪਣੇ ਆਪ ਨੂੰ ਵਜ਼ੀਰ ਹੈ, ਕੋਈ ਉਹਦਾ ਕਰਿੰਦਾ ਹੈ, ਉਹ ਤੁਹਾਡੇ ਚੈਨਲ ਤੇ ਆ ਕੇ ਮੈਨੂੰ ਬਾਦਲ ਦੀ ਕੋਈ ਪੰਥ ਪ੍ਰਤੀ ਇੱਕ ਕਾਰਵਾਈ ਦਾ ਕੋਈ ਹਿੱਸਾ ਦੱਸੇ। ਇੱਕ ਜੀ ਮੈਨੂੰ ਲੱਗਦਾ ਇੱਕ ਬੜਾ ਵੱਡਾ ਇੱਕ ਸਵਾਲ ਹੈਗਾ ਜਿਹੜਾ ਇਹਨਾਂ ਨੇ ਅਕਾਲੀ ਦਲ ਬਾਦਲ ਦੇ ਜਿਹੜੇ ਵਰਕਰ ਨੇ, ਉਹਨਾਂ ਦੇ ਵੱਡੇ ਵੱਡੇ ਲੀਡਰ ਨੇ, ਉਹਨਾਂ ਨੂੰ ਆਖਿਆ ਹੈਗਾ ਕਿ ਤੁਸੀਂ ਭਾਈ ਇੱਕ ਕੋਈ ਜਿਹੜਾ ਹੈਗਾ ਕੰਮ ਬਾਦਲ ਦਾ ਜਿਹੜਾ ਪੰਜਾਬ ਦੇ ਹਿੱਤ 'ਚ ਆ, ਖਾਲਸਾ ਪੰਥ ਦੇ ਪੱਖ ਵਿੱਚ ਹੈਗਾ, ਦੱਸ ਦਿਓ। ਮੈਨੂੰ ਲੱਗਦਾ ਸੌਖਾ ਹੀ ਦੱਸਿਆ ਜਾ ਸਕਦਾ ਜੇ ਦੱਸਣਾ ਹੋਵੇ ਤਾਂ। ਚੰਨੀ ਜੀ ਇੱਕ ਸਵਾਲ ਹੋਰ, ਉਹਨਾਂ ਦੇ ਹਮਾਇਤੀਆਂ ਵੱਲੋਂ ਤੁਸੀਂ ਆਖਿਆ ਕਿ ਕੋਈ ਇੱਕ ਚੰਗਾ ਕੰਮ, ਉਹਨਾਂ ਦੇ ਹਮਾਇਤੀਆਂ ਵੱਲੋਂ ਮੈਂ ਤੁਹਾਨੂੰ 2-3 ਚੰਗੇ ਕੰਮ ਜਿਹੜੇ ਉਹ ਸ਼ਾਇਦ ਦੱਸ ਸਕਦੇ ਹੋਣਗੇ। ਸੰਤ ਜਰਨੈਲ ਸਿੰਘ ਜੇ ਇਹ ਗੱਲ ਕਹਿੰਦਾ ਖਾਲਸਾ ਪੰਥ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਵੀ ਇਹਨਾਂ ਲੋਕਾਂ ਦਾ ਹੀ ਕਬਜ਼ਾ ਆ, ਤੁਸੀਂ ਵੀ ਕਹਿੰਦੇ ਹੋ ਜੀ? ਬਿਲਕੁਲ ਬਾਦਲ ਦਾ ਕਬਜ਼ਾ ਜੀ, ਸ਼੍ਰੋਮਣੀ ਕਮੇਟੀ। ਠੀਕ ਹੈ, ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ, ਭਾਈ ਅਮਰੀਕ ਸਿੰਘ ਜੀ, ਬਾਬਾ ਥਾਰਾ ਸਿੰਘ ਜੀ ਤੇ ਹੋਰ ਸਿੰਘਾਂ ਦੀਆਂ ਤਸਵੀਰਾਂ ਅਜਾਇਬ ਘਰ ਚਲਾਈਆਂ। ਦੂਜਾ ਕੰਮ ਉੱਥੇ ਪ੍ਰਕਰਮਾਂ ਦੇ ਵਿੱਚ ਜਿੱਥੇ ਨਿਸ਼ਾਨ ਸਾਹਿਬ ਲੱਗੇ ਨੇ ਉੱਥੋਂ ਥੋੜ੍ਹਾ ਜਿਹਾ ਪਰੇ ਨੂੰ ਅਕਾਲ ਤਖ਼ਤ ਸਾਹਿਬ ਦੇ ਲਾਗੇ ਉੱਥੇ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਯਾਦਗਾਰ ਬਣ ਚੁੱਕੀ ਹੈਗੀ ਆ। 2 ਗੱਲਾਂ ਤਾਂ ਚਲੋ ਇਹ ਹੋ ਗਈਆਂ। ਦੇਖੋ ਪਹਿਲੀ ਗੱਲ ਤੇ ਕਿ ਜਿਹੜੀ ਦਮਦਮੀ ਟਕਸਾਲ ਤੇ ਹੋਰ ਜਿਹੜੇ ਡੇਰੇਦਾਰ ਨੇ ਉਹਨਾਂ ਨੇ ਬਾਦਲ ਕਹਿੰਦਾ ਇੱਕ ਬਹੁਤ ਵੱਡਾ ਜਿਹੜਾ ਉੱਪਰੋਂ RSS ਤੋਂ ਆਇਆ ਸੀ ਹੁਕਮ ਕਿ ਨਾਨਕਸ਼ਾਹੀ ਕੈਲੰਡਰ ਜਿਹੜਾ ਵੀ ਉਹ ਨਹੀਂ ਬਣਨਾ ਚਾਹੀਦਾ, ਕਿਉਂਕਿ ਸੁਦਰਸ਼ਨ ਨੇ ਵੀ ਕਿਹਾ ਸੀ ਕਿ ਨਾਨਕਸ਼ਾਹੀ ਕੈਲੰਡਰ ਨਾ ਬਣਾਓ ਵੀ ਤੁਸੀਂ ਸਾਡੇ ਵਿੱਚੋਂ ਹੀ ਹੋ ਤੇ ਜੋ ਉਸ ਕੈਲੰਡਰ ਸਾਡਾ ਉਹ ਤੁਹਾਡਾ। ਸੁਦਰਸ਼ਨ RSS ਦਾ ਮੁਖੀ ਤੇ ਲੇਕਿਨ ਇਹਨਾਂ ਨੇ ਜਿੱਦ ਕੀਤੀ, ਇਹਨਾਂ ਨੇ ਬਣਾਇਆ। ਫਿਰ ਉਹਨੇ ਬਿਆਨ ਦਿੱਤਾ ਸੀ ਕਿ ਮੈਂ ਨਾਨਕਸ਼ਾਹੀ ਕੈਲੰਡਰ ਇਹੋ ਜਿਹਾ ਤਿਆਰ ਕਰਾਵਾਂਗਾ ਨਾ ਕਿ ਜਿਹਨੂੰ ਸਿੱਖ ਛੱਡ ਕੇ ਭੱਜਣਗੇ। ਹੁਣ ਤੁਸੀਂ ਦੇਖ ਲਓ ਵੀ ਜਦੋਂ ਗੁਰੂ ਗੋਬਿੰਦ ਸਿੰਘ ਦਾ ਗੁਰਪੁਰਬ ਆਉਂਦਾ ਉਹ ਜਨਮ ਦਿਨ ਦਾ ਹੁੰਦਾ ਤੇ ਨਾਲ ਹੀ ਉਸੇ ਡੇਟ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਕੱਢ ਦਿੰਦੇ ਆ। ਤੁਸੀਂ ਅੱਜ ਦੀ ਡੇਟ 'ਤੇ ਦੇਖਿਆ ਕੀ ਹੋਇਆ? ਜੂਨ ਦੇ ਵਿੱਚ ਘੱਲੂਘਾਰਾ ਮਨਾਇਆ ਜਾਂਦਾ, ਸਾਰੇ ਸਿੱਖਾਂ ਨੂੰ ਰੋਸ ਹੁੰਦਾ। ਹੁਣ ਐਤਕੀ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ 6 ਜੂਨ ਨੂੰ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਦਿਹਾੜਾ, ਕਿਉਂਕਿ ਸ਼ਹੀਦੀ ਦੇ ਦਿਹਾੜਾ ਤੇ ਮਨਾ ਲਿਆ ਇਹਨਾਂ ਨੇ ਮਈ 'ਚ ਤੇ ਆਉਂਦਾ ਹੀ ਨਹੀਂ। 15-16 ਜੂਨ ਨੂੰ ਸ਼ਹੀਦੀ ਦਿਹਾੜਾ ਆਉਂਦਾ ਗੁਰੂ ਅਰਜਨ ਸਾਹਿਬ ਦਾ ਤੇ ਪ੍ਰਕਾਸ਼ ਦਿਹਾੜਾ ਹਰਗੋਬਿੰਦ ਸਾਹਿਬ ਦਾ ਅੱਗੇ ਜਾ ਕੇ ਆਉਂਦਾ ਜੁਲਾਈ 'ਚ, ਜਦੋਂ ਆਪਾਂ ਮਿੱਸੀਆਂ ਰੋਟੀਆਂ ਪਕਾਉਂਦੇ। ਐਤਕੀ ਇਹਨਾਂ ਨੇ ਐਸਾ ਰਲਟ ਗਲਟ ਕੀਤਾ ਕਿ ਮਤਲਬ ਕਿ ਜਿਸ ਦਿਨ ਸਿੱਖਾਂ ਨੇ ਆਪਣੇ ਦਰਬਾਰ ਸਾਹਿਬ ਤੇ ਅਟੈਕ ਦੇ ਰੋਸ ਵਜੋਂ ਇਕੱਠੇ ਹੋਣਾ ਸੀ,
ਉਸੇ ਦਿਨ ਹੀ ਕਾਲ ਤਖਤ ਤੇ ਮੀਰੀ ਪੀਰੀ ਦੇ ਸਿਧਾਂਤ ਦੇ ਮਾਲਕ ਦਾ ਪ੍ਰਕਾਸ਼ ਪੁਰਬ ਕੱਢ ਕੇ ਸਿੱਖਾਂ ਨੂੰ ਮਤਲਬ ਇੱਕ ਸੋਚ 'ਚ ਪਾਤਾ ਵੀ ਹੁਣ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਜਿਹੜਾ ਖੁਸ਼ੀ ਦਾ ਤਿਉਹਾਰ ਹੈ। ਤੇ ਇੱਧਰ ਸਾਡਾ ਐਡਾ ਵੱਡਾ ਉਹੀ ਅਕਾਲ ਤਖਤ ਢਾਇਆ ਗਿਆ। ਦੇਖੋ ਤੁਸੀਂ ਸੋਚ ਦੇਖੋ ਤੁਸੀਂ ਇਹਨਾਂ ਦੀ, ਇਹ ਕੋਈ ਨਹੀਂ ਨਾਨਕਸ਼ਾਹੀ ਕੈਲੰਡਰ ਨੂੰ ਤਾਰ ਪੀਡੋ ਕਰਨ ਲਈ ਡੇਰੇਦਾਰ ਤੇ ਟਕਸਾਲਾਂ ਨੇ ਰਲ ਕੇ ਨਾਨਕਸ਼ਾਹੀ ਕੈਲੰਡਰ ਦਾ ਫਾਹ ਵੱਢਿਆ ਤੇ ਇਹਨਾਂ ਨੇ ਉਹਨਾਂ ਦੇ ਆਖੇ ਲੱਗ ਕੇ ਉਹ ਫੋਟੋਆਂ ਤੇ ਜਿਹੜੀ ਯਾਦਗਾਰ ਹੈ ਉਹ ਬਣਾ ਦਿੱਤੀ। ਹੁਣ ਤੁਸੀਂ ਤੁਹਾਨੂੰ ਇਹ ਲੱਗਦਾ ਕਿ ਸੌਦੇਬਾਜ਼ੀ ਹੋਈ ਕਿ ਅਸੀਂ ਤੁਸੀਂ ਨਾਨਕਸ਼ਾਹੀ ਕੈਲੰਡਰ ਨੂੰ ਢਹਿ ਢੇਰੀ ਕਰੋ ਤੇ ਅਸੀਂ ਦੋ ਤੁਹਾਡੀਆਂ ਗੱਲਾਂ ਮੰਨ ਲੈਂਦੇ ਹਾਂ। ਅਸੀਂ ਇਹ ਯਾਦਗਾਰ ਨੂੰ ਯਾਦਗਾਰ ਨਹੀਂ ਸਮਝਦੇ। ਯਾਦਗਾਰ ਦੇਖੋ ਅੱਗੇ ਕਰਜ਼ਾ ਸਿੰਘ ਬੋਤਾ ਸਿੰਘ ਦੀ ਜਦੋਂ ਬਾਬਾ ਦੀਪ ਸਿੰਘ ਨੂੰ ਲੰਘਦੇ ਹੋ ਤੁਸੀਂ ਅੰਦਰ ਨੂੰ ਤੇ ਖੱਬੇ ਹੱਥ ਬਣੀ ਹੋਈ, ਪਹਿਲੀ ਗੱਲ ਤੇ 90% ਸਿੱਖਾਂ ਨੂੰ ਪਤਾ ਹੀ ਕੋਈ ਨਹੀਂ, ਮੂੰਹ ਚੁੱਕ ਕੇ ਲੰਘ ਜਾਂਦੇ। ਕੁਰਬਾਨੀ ਕਿੰਨੀ ਉਹਨਾਂ ਦੀ। ਜਦੋਂ ਕਹਿਤਾ ਵੀ ਸਿੱਖ ਖਤਮ ਹੀ ਹੋ ਗਏ ਤੇ ਉਹਨਾਂ ਨੇ ਦੱਸਿਆ ਵੀ ਇਹ ਸਿੱਖ ਹੈਗੇ ਤੇ ਬੰਦੇ ਦੋ ਤੇ ਅੱਗੇ ਕਿੰਨੇ ਬੰਦੇ ਮਾਰ ਕੇ ਉਹਨਾਂ ਨੇ ਭਜਾਏ ਤੇ ਸ਼ਹੀਦੀ ਪਾਈ। ਹੁਣ ਉਹਨਾਂ ਦੀ ਯਾਦ ਬਣਾਤੀ, ਇੱਕ ਚਬੂਤਰਾ ਜਿਹਾ ਬਣਾਤਾ ਤੇ ਉਹ ਲੋਕੀ ਲੰਘ ਜਾਂਦੇ ਉੱਥੋਂ, ਕੋਈ ਸਤਿਕਾਰ ਤਾਂ ਨਹੀਂ। ਇਸੇ ਤਰ੍ਹਾਂ ਹੀ ਇੰਨੀ ਵੱਡੀ ਲੜਾਈ, ਇੰਨਾ ਵੱਡਾ ਸੰਘਰਸ਼, ਹਿੰਦੁਸਤਾਨ ਦੀ ਜਿਹੜੀ ਫੌਜ ਹੈ ਉਹਨੂੰ 8 ਦਿਨ 9 ਦਿਨ ਮਤਲਬ ਕਿ ਵੀ ਟਿਕਾ ਕੇ ਰੱਖਣਾ ਤੇ ਫਿਰ ਸ਼ਹੀਦੀਆਂ ਪਾਣੀਆਂ ਤੇ ਉਹ ਉਹਨਾਂ ਨੂੰ ਇੰਨੀ ਕੋਈ ਯਾਦਗਾਰ ਦੇ ਚ ਰੱਖ ਲਿਆ ਤੇ ਯਾਦਗਾਰ ਨਹੀਂ ਹੈ। ਮੈਂ ਦੱਸਾਂ ਯਾਦਗਾਰ ਕਿੱਦਾਂ ਬਣਾਉਣੀ ਚਾਹੀਦੀ। ਯਾਦਗਾਰ ਮੇਰੀ ਤੇ ਖਾਲਸਾ ਪੰਥ ਨੂੰ ਅਪੀਲ ਹੈ ਵੀ ਜੇ ਦਰਬਾਰ ਸਾਹਿਬ ਦੇ ਹਮਲੇ ਦੀ ਯਾਦਗਾਰ ਬਣਾਉਣੀ ਹੈ ਨਾ ਤੇ ਸਿੱਖਾਂ ਨੂੰ ਆਪ ਫੈਸਲਾ ਲੈਣਾ ਚਾਹੀਦਾ। ਦਰਬਾਰ ਸਾਹਿਬ ਤੋਂ ਪਹਿਲਾਂ ਅੱਜ ਕੱਲ੍ਹ 4-5 ਕਿਲੋਮੀਟਰ ਪਹਿਲਾਂ ਨਾ ਇੱਕ ਬੜਾ ਵੱਡਾ ਇੱਕ ਗੇਟ ਜਿਹਾ ਬਣਾਇਆ, ਸੁਨਹਿਰੀ ਗੇਟ। ਇਹਦੇ ਲਾਗੇ ਤਾਗੇ ਘੱਟ ਤੋਂ ਘੱਟ 5 ਏਕੜ ਜ਼ਮੀਨ ਲੈ ਕੇ, ਘੱਟ ਤੋਂ ਘੱਟ ਉੱਥੇ ਪੂਰਾ ਸ਼ਹੀਦੀ ਦ੍ਰਿਸ਼, ਜਿਸ ਤਰ੍ਹਾਂ ਅਕਾਲ ਤਖਤ ਤੇ ਸੰਤ ਜਰਨੈਲ ਸਿੰਘ, ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਵਗੈਰਾ ਡਟੇ, ਨਾਲ 40 ਸਿੰਘ ਡਟੇ, ਔਰ ਇੱਧਰੋਂ ਹਿੰਦੁਸਤਾਨ ਦੀਆਂ ਫੌਜਾਂ, ਉਹਨਾਂ ਦਾ ਸਾਰਾ ਨਕਸ਼ਾ ਬਣਾਇਆ ਜਾਵੇ। ਉਸ ਤੋਂ ਪਹਿਲਾਂ ਜਿਹੜੀਆਂ ਆ ਚਿੱਠੀਆਂ ਜਿਹੜੀਆਂ ਲਿਖੀਆਂ ਇੰਦਰਾ ਗਾਂਧੀ ਨੂੰ, ਇੰਦਰਾ ਗਾਂਧੀ ਨੂੰ ਚਿੱਠੀਆਂ ਲਿਖੀਆਂ ਜੀ। ਅੱਛਾ, ਇਹ ਪ੍ਰਕਾਸ਼ ਸਿੰਘ ਬਾਦਲ ਨੇ ਚਿੱਠੀਆਂ ਲਿਖੀਆਂ ਜੀ? ਹਾਂਜੀ ਹਾਂਜੀ, ਇਹ ਲੋਂਗੋਵਾਲ ਅਕਾਲੀ ਦਲ ਦੇ ਨਾਲ ਹੀ ਹੈ ਜੀ, ਬਾਦਲ ਦਾ ਵਿੱਚ ਨਾਂ ਜ਼ਿਕਰ ਹੈ ਜੀ। ਅੱਛਾ ਜੀ, ਅੱਛਾ। ਇਹ ਚਿੱਠੀਆਂ ਵਿੱਚ ਕੀ ਹੈ ਜੀ? ਇਹ ਚਿੱਠੀਆਂ 'ਚ ਇਹੀ ਹੈ ਵੀ ਦਰਬਾਰ ਸਾਹਿਬ ਤੇ ਹਮਲਾ ਕਰੋ। ਅੱਛਾ, ਵੀ ਕੱਢੋ ਜੀ, ਇਹ ਤੂੰ ਕਿਸੇ ਤਰੀਕੇ ਸਭ ਲਿਖਿਆ, ਮੈਂ ਤੁਹਾਨੂੰ ਦੇ ਦਾਂਗਾ ਨਾਲ ਹੀ ਪ੍ਰੂਫ ਦੇ ਤੌਰ ਤੇ। ਮੈਂ ਆਪਣੇ ਦਰਸ਼ਕਾਂ ਨੂੰ, ਜਿਹੜੇ ਦਰਸ਼ਕ ਸਾਡੇ ਆ ਚਿੱਠੀ ਦੇਖ ਰਹੇ ਹੈਗੇ ਆ, ਇਹ ਚਿੱਠੀ ਹੈ, ਚੰਨੀ ਜੀ ਦੱਸਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅੰਮ੍ਰਿਤਸਰ ਲਿਖਿਆ ਹੋਇਆ, ਬਾਦਲ ਵੱਲੋਂ ਇਹਨਾਂ ਦਾ ਕਹਿਣਾ ਹੈਗਾ ਕਿ ਅਕਾਲੀ ਦਲ ਵੱਲੋਂ, ਬਾਦਲ ਦਾ ਬਕਾਇਦਾ ਨਾਮ ਹੈਗਾ, ਇੰਦਰਾ ਗਾਂਧੀ ਨੂੰ ਚਿੱਠੀਆਂ ਲਿਖੀਆਂ ਗਈਆਂ ਉਸ ਵੇਲੇ ਕੇਂਦਰ ਸਰਕਾਰ ਨੂੰ ਕਿ ਤੁਸੀਂ ਦਰਬਾਰ ਸਾਹਿਬ ਤੇ ਹਮਲਾ ਕਰੋ। ਇਹ ਉਹ ਚਿੱਠੀਆਂ ਨੇ ਚੰਨੀ ਜੀ ਦਾ ਦੱਸਣਾ ਜੀ, ਤੁਸੀਂ ਦੇਖ ਰਹੇ ਹੋ ਜੀ। ਮੈਂ ਇਹ ਚਾਹੁੰਦਾ ਵੀ ਜੇ ਦਰਬਾਰ ਸਾਹਿਬ ਦੇ ਹਮਲੇ ਦੀ ਯਾਦਗਾਰ ਬਣਾਉਣੀ ਸਿੱਖਾਂ ਨੇ, 5 ਏਕੜ ਜ਼ਮੀਨ ਲੈ ਕੇ ਉਹਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਫੱਟੜ ਹੋਇਆ ਉਹਦੀ ਪੂਰੀ ਕਾਰੀਗਰਾਂ ਤੋਂ ਬਣਾਈ ਜਾਵੇ। ਸਿੰਘ ਜਿਸ ਤਰ੍ਹਾਂ ਡਟ ਕੇ ਲੜੇ ਹੈ, ਜਿਸ ਤਰ੍ਹਾਂ ਉਹਨਾਂ ਸ਼ਹੀਦੀਆਂ ਦਿੱਤੀਆਂ, ਸਾਰਾ ਦਿਖਾਇਆ ਜਾਵੇ। ਸ਼ਹੀਦਾਂ ਦੀਆਂ ਲਾਸ਼ਾਂ ਦੇ ਉੱਤੇ ਮੋਰਚੇ ਲਾ ਕੇ ਸਿੱਖਾਂ ਨੇ ਲੜਾਈ ਲੜੀ ਹੈ, ਕਿਉਂਕਿ ਨਾ ਤਾਂ ਕੋਈ ਰੇਤਾ ਦਾ ਬੋਰਾ ਸੀ, ਨਾ ਕੋਈ ਬਜਰੀ ਦਾ ਬੋਰਾ ਸੀ। ਮੂਰਲਾ ਸਿੱਖ ਸ਼ਹੀਦ ਹੋ ਗਿਆ, ਉਹਦੇ ਉੱਤੇ ਗਨ ਫਿੱਟ ਕਰਕੇ ਫੌਜ ਦੇ ਨਾਲ ਲੜਿਆ। ਠੀਕ ਹੈ। ਉਸ ਤੋਂ ਬਾਅਦ ਇਹਦੇ 'ਚ ਜ਼ਿਕਰ ਕੀਤਾ ਜਾਵੇ ਐਸ ਚਿੱਠੀ ਦਾ, ਚੰਗੇ ਵੱਡੇ ਪੱਥਰਾਂ ਦੇ ਉੱਤੇ, 3 ਚਿੱਠੀਆਂ ਨੇ ਇਹ, ਚੰਗੇ ਵੱਡੇ ਪੱਥਰਾਂ ਦੇ ਉੱਤੇ ਇਹਨਾਂ ਚਿੱਠੀਆਂ ਦੀ ਇਬਾਦਤ ਲਿਖੀ ਜਾਵੇ, ਇਹਨਾਂ ਦਾ ਟਾਈਮ ਟੇਬਲ ਔਰ ਡੇਟ ਵਗੈਰਾ, ਸਨ ਵਗੈਰਾ ਲਿਖਿਆ ਜਾਵੇ ਸਾਰਾ, ਔਰ ਕਿਹਦੇ ਵੱਲੋਂ ਲਿਖੀ ਗਈਆਂ ਤੇ ਕਿਹਨੂੰ ਲਿਖੀਆਂ ਗਈਆਂ, ਸਾਰੀ ਇਬਾਦਤ ਲਿਖੀ ਜਾਵੇ। ਉਸ ਤੋਂ ਬਾਅਦ ਜਿਹੜੇ ਲੋਕਾਂ ਨੇ ਅੰਦਰ ਲੜਾਈ ਦੇ ਦੌਰਾਨ ਸਿੱਖ ਸ਼ਹੀਦਾਂ ਦੇ ਲਾਸ਼ਾਂ ਦੇ ਉੱਤੇ ਪੈਰ ਧਰ ਕੇ, ਆਪਣੇ ਹੱਥ ਖੜੇ ਕਰਕੇ, ਸ੍ਰੀ ਅਕਾਲ ਤਖਤ ਸਾਹਿਬ ਨੂੰ ਪਿੱਠ ਦੇ ਕੇ ਬਾਹਰ ਨਿਕਲੇ, ਉਹਨਾਂ ਦੇ ਨਾਮ ਮੈਂਸ਼ਨ ਕੀਤੇ ਜਾਣ, ਉਹਨਾਂ ਦੇ ਜੀਂਦਿਆਂ ਦੇ ਸਾਲਿਆਂ ਦੇ ਬੁੱਤ ਲਾਏ ਜਾਣ ਤੇ ਉਹਨਾਂ ਦੀ ਪੂਰੀ ਵੇਰਵਾ ਲਿਖਿਆ ਜਾਵੇ ਕੌਣ ਕੌਣ ਬੰਦਾ ਸੀ ਜਿਹੜਾ ਅਕਾਲ ਤਖਤ ਨੂੰ ਪਿੱਠ ਦੇ ਕੇ, ਸੰਤ ਜਰਨੈਲ ਸਿੰਘ ਨੂੰ ਪਿੱਠ ਦੇ ਕੇ ਤੇ ਹੱਥ ਖੜੇ ਕਰਕੇ ਤੇ ਲਾਸ਼ਾਂ ਦੇ ਉੱਤੇ ਪੈਰ ਧਰ ਕੇ ਬਾਹਰ ਆਏ। ਇਹ ਸਾਰਾ ਵੇਰਵਾ ਦਿੱਤਾ ਜਾਵੇ। ਕਿੰਨੇ ਸਿੰਘ ਸ਼ਹੀਦ ਹੋਏ, ਜ਼ਿਲ੍ਹਿਆਂ ਵਾਲੇ ਬਾਗ ਵਾਂਗੂ ਉਹ ਪੱਥਰ ਲਾ ਕੇ ਸਾਰੀ ਲਿਸਟ ਦਿੱਤੀ ਜਾਵੇ। ਇਸ ਤਰ੍ਹਾਂ ਦੀ ਯਾਦਗਾਰ ਬਣਾਈ ਜਾਵੇ ਤਾਂ ਕਿ ਰਹਿੰਦੀ ਦੁਨੀਆ ਤੱਕ ਜੋ ਵੀ ਸਿੱਖ ਦੇਸ਼ ਵਿਦੇਸ਼ ਚੋਂ ਬਾਹਰੋਂ ਆਵੇ ਤੇ ਉਹ ਪਹਿਲਾਂ
ਦਰਬਾਰ ਸਾਹਿਬ ਚਾਹੇ ਜਾਣ ਲੱਗਿਆਂ ਤੇ ਚਾਹੇ ਆਉਣ ਲੱਗਿਆਂ ਇਹ ਇਸ ਸਮਾਰਕ ਤੇ ਹੋ ਕੇ ਜਾਵੇ ਤੇ ਆਪਣੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਜਾਵੇ। ਇਹਨੂੰ ਕਹਿਣਗੇ ਲੋਕੀ ਵੀ ਇਹ ਯਾਦਗਾਰ ਹੈ। ਮੈਨੂੰ ਲੱਗਦਾ ਚੰਨੀ ਜੀ ਨੇ ਜ਼ਿਕਰ ਕੀਤਾ ਹੈਗਾ ਕਿ ਯਾਦਗਾਰ ਜੇ ਬਣੇ ਤਾਂ ਇਦਾਂ ਦੀ ਬਣੇ। ਚੰਨੀ ਜੀ ਬੀਜੇਪੀ ਦਾ ਵੀ ਆਪਾਂ ਜ਼ਿਕਰ ਕਰਾਂਗੇ, ਉਸ ਤੋਂ ਪਹਿਲਾਂ ਇੱਕ ਦੋ ਸਵਾਲ ਹੋਰ ਮੇਰੇ ਮਨ ਦੇ ਹੈਗੇ ਨੇ। ਬੜੇ ਸੱਜਣ ਮੈਂ ਕਈ ਲੋਕਾਂ ਨਾਲ ਮਿਲਦਾ ਹੈਗਾ, ਕਈ ਪਰਿਵਾਰਾਂ ਜਾਂਦੇ ਆ ਜਿਨ੍ਹਾਂ ਦੇ ਅੰਦਰ ਸਿੱਖੀ ਦਾ ਦਰਦ ਹੈਗਾ। ਜਦੋਂ ਉਹ ਇਦਾਂ ਦੀਆਂ ਗੱਲਾਂ ਸੁਣਦੇ ਨੇ ਜਿਹੜੀਆਂ ਤੁਸੀਂ ਕਰਕੇ ਹਟਿਆ ਕਿ ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਨ੍ਹਾਂ ਨੇ 5 ਵਾਰ ਰਾਜ ਕਾਇਮ ਕੀਤਾ ਪੰਜਾਬ ਦੀ ਧਰਤੀ ਦੇ ਉੱਪਰ, ਭਈ ਜੇ ਇਹ ਵੀ ਬਰਾਬਰ ਦੇ ਜ਼ਿੰਮੇਵਾਰ ਨੇ ਔਰ ਸੰਤ ਭਿੰਡਰਾਂ ਵਾਲਿਆਂ ਨੂੰ ਪਤਾ ਸੀਗਾ ਇਸ ਗੱਲ ਦਾ ਔਰ ਉਹ ਇਸ਼ਾਰਾ ਵੀ ਦਿੰਦੇ ਰਹੇ ਆਪਣੀਆਂ ਸਪੀਚਾਂ ਦੇ ਦੌਰਾਨ, ਤਾਂ ਬੜੇ ਸਿੱਖ ਅੱਜ ਜਜ਼ਬਾਤੀ ਹੋ ਕੇ ਕਈ ਵਾਰ ਕਹਿੰਦੇ ਆ ਵੀ ਜੇ ਇਹ ਚਾਹੁੰਦੇ ਸੀਗੇ ਕਿ ਸੰਤਾਂ ਦਾ ਕੰਡਾ ਕੱਢ ਦਿੱਤਾ ਜਾਵੇ ਤਾਂ ਸੰਤ ਸਮਰੱਥ ਸੀਗੇ, ਉਹਨਾਂ ਨੇ ਉਸ ਵੇਲੇ ਇਹਨਾਂ ਦਾ ਕੰਡਾ ਕਿਉਂ ਨਾ ਕੱਢ ਦਿੱਤਾ? ਜੇ ਉਹ ਵੀ ਇਸ ਵੇਲੇ ਇਹਨਾਂ ਦਾ ਕੰਡਾ ਕੱਢ ਦਿੰਦੇ ਬਾਦਲਾਂ ਦਾ, ਕਈ ਇਦਾਂ ਜਜ਼ਬਾਤੀ ਹੋ ਕੇ ਕਹਿੰਦੇ ਆ। ਨਹੀਂ ਉਹ ਠੀਕ ਹੈ ਜਿਨ੍ਹਾਂ ਦੇ ਜਜ਼ਬਾਤ ਨੇ, ਮੈਂ ਵੀ ਕਈ ਵਾਰੀ ਜਜ਼ਬਾਤੀ ਹੋ ਜਾਂਦਾ ਕਿ ਮਤਲਬ ਕਿ ਵੀ ਜਦੋਂ ਲੜਾਈ ਦੇ ਦੌਰਾਨ ਵੀ ਟੋੜਾ ਸਾਹਿਬ ਗਏ ਸੀਗੇ ਤੇ ਮੈਂ ਵੀ ਜਜ਼ਬਾਤੀ ਹੋਏ ਨਾ ਵੀ ਇਹ ਜੇ ਇਹ ਆਹੀ ਕੁਝ ਕਰਨਾ ਸੀ, ਇਹਨਾਂ ਨੇ ਹੱਥ ਖੜੇ ਕਰਕੇ ਬਾਹਰ ਹੀ ਆਉਣਾ ਸੀ ਤੇ ਸੰਤਾਂ ਨੂੰ ਚਾਹੀਦਾ ਸੀ ਵੀ ਇਹਨਾਂ ਦਾ ਕੰਡਾ ਕੱਢ ਦਿੰਦੇ। ਪਰ ਉਹ ਆਮ ਸਪੀਚਾਂ 'ਚ ਕਹਿੰਦੇ ਸੀ ਵੀ ਮੈਂ ਭਰਾ ਮਾਰੂ ਜੰਗ ਤੋਂ ਥੋੜਾ ਜਿਹਾ ਗੁਰੇਜ਼ ਕਰਦਾ। ਬਾਬਾ ਬੰਦਾ ਸਿੰਘ ਬਹਾਦਰ ਸੀ ਨਾ, ਜਦੋਂ ਉਹ ਵੀ ਆਇਆ ਨਾ ਇੱਧਰ ਨੂੰ ਅੰਮ੍ਰਿਤਸਰ ਨੂੰ, ਤੇ ਜਦੋਂ ਅੱਗੇ ਦੇਖਿਆ ਵੀ ਜਿਹੜੇ ਸਿੱਖ ਉੱਥੋਂ ਗੁਰਦਾਸ ਦੀ ਗੜੀ 'ਚੋਂ ਆ ਗਏ ਸੀਗੇ ਤੇ ਉਹਨਾਂ ਨੇ ਅੱਗੇ ਮੁਗਲਾਂ ਕੋਲ ਨੌਕਰੀਆਂ ਕਰ ਲਈਆਂ ਤੇ ਅੱਗੇ ਉਹ ਖੜੇ ਸੀਗੇ ਤੇ ਬਾਬਾ ਬੰਦਾ ਸਿੰਘ ਬਹਾਦਰ ਪਿੱਛੇ ਚਲੇ ਗਏ ਸੀ। ਜੇ ਏਡੀ ਵੱਡੀ ਸਲਤਨਤ ਨੂੰ ਹਰਾ ਸਕਦਾ, ਤਿੰਨ ਰਾਜਿਆਂ ਨੂੰ ਮਤਲਬ ਕਿ ਪਾਣੀ ਮੰਗਣ ਦਾ ਮਜਬੂਰ ਕਰ ਸਕਦਾ, ਤੇ ਉਹ 4 ਸਿੱਖਾਂ ਨਾਲ ਵੀ ਲੜ ਸਕਦਾ ਸੀ। ਪਰ ਉਹ ਭਰਾ ਮਾਰੂ ਜੰਗ ਤੋਂ ਗੁਰੇਜ਼ ਕਰਕੇ ਵਾਪਸ ਚਲਾ ਗਿਆ ਅੰਮ੍ਰਿਤਸਰ ਤੋਂ। ਠੀਕ ਹੈ ਕਿ ਨਹੀਂ? ਸੋ ਸੰਤ ਜਰਨੈਲ ਸਿੰਘ ਦਾ ਵੀ ਇਹੀ ਰੁਝਾਨ ਸੀ ਔਰ ਹਮੇਸ਼ਾ ਉਹ ਮੰਜੀ ਸਾਹਿਬ ਦੀ ਸਟੇਜ ਦੇ ਤੋਂ ਕਹਿੰਦੇ ਰਹਿੰਦੇ ਸਨ ਕਿ ਮੈਂ ਭਰਾ ਮਾਰੂ ਜੰਗ ਤੋਂ ਗੁਰੇਜ਼ ਕਰਦਾ, ਮੈਂ ਨਹੀਂ ਚਾਹੁੰਦਾ ਕਿ ਮਤਲਬ ਕਿ ਲੜਾਈ ਸੈਂਟਰ ਦੀ ਜਿਹੜੀ ਹੈ ਉਹ ਸਾਡੇ ਆਪਸ ਵਿੱਚ ਗੱਲ 'ਚ ਪੈ ਜਾਏ। ਚੰਨੀ ਜੀ ਅਕਾਲੀਆਂ ਬਾਰੇ ਤੁਸੀਂ ਬਹੁਤ ਜ਼ਿਕਰ ਕੀਤਾ, ਚਿੱਠੀਆਂ ਵੀ ਤੁਸੀਂ ਦੱਸੀਆਂ ਕਿ ਚਿੱਠੀਆਂ ਵੀ ਸਾਡੇ ਦਰਸ਼ਕਾਂ ਨੂੰ ਤੁਸੀਂ ਦਿਖਾਈਆਂ ਕਿ ਇਹ ਉਹ ਚਿੱਠੀਆਂ ਨੇ ਜਿਹੜੀਆਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਅਕਾਲੀ ਦਲ ਨੇ ਉਸ ਵੇਲੇ ਇੰਦਰਾ ਬੀਬੀ ਨੂੰ ਪਾਈਆਂ ਕਿ ਤੁਸੀਂ ਦਰਬਾਰ ਸਾਹਿਬ ਤੇ ਹਮਲਾ ਕਰੋ। ਚੰਨੀ ਜੀ ਇੱਕ ਮੈਂ ਫੋਟੋ ਦੇਖ ਰਿਹਾ ਹੈਗਾ 1984 ਦੇ ਸਮੇਂ ਅਟਲ ਬਿਹਾਰੀ ਵਾਜਪੇਈ ਅਤੇ ਲਾਲ ਕ੍ਰਿਸ਼ਨ ਅਡਵਾਨੀ ਸੜਕ ਤੇ ਮੁਜ਼ਾਹਰਾ ਕਰਦੇ ਹੋਏ ਅਤੇ ਇਹ ਮੰਗ ਕਰ ਰਹੇ ਹਨ ਕਿ ਪੰਜਾਬ ਵਿੱਚ ਫੌਜ ਭੇਜ ਕੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਜਾਵੇ ਅਤੇ ਪੰਜਾਬ ਨੂੰ ਫੌਜ ਦੇ ਹਵਾਲੇ ਕੀਤਾ ਜਾਵੇ। ਮੈਂ ਆਪਣੇ ਦਰਸ਼ਕਾਂ ਨੂੰ ਵੀ ਦਿਖਾ ਦਿੰਦਾ ਇਹ ਫੋਟੋ। ਆ ਥੱਲੇ ਜੋ ਮੈਂ ਪੜ੍ਹਿਆ ਹੈਗਾ ਲਿਖਿਆ ਹੋਇਆ ਸਾਰਾ ਕੁਝ, ਇਹਨਾਂ ਵੱਲੋਂ ਸੜਕਾਂ ਦੇ ਉੱਪਰ ਉਤਰ ਕੇ ਤੇ ਇੱਕ ਮੁਜ਼ਾਹਰਾ ਕੀਤਾ ਜਾ ਰਿਹਾ ਹੈਗਾ, ਉਹਦੀ ਫੋਟੋ ਸਾਡੇ ਦਰਸ਼ਕ ਦੇਖ ਰਹੇ ਨੇ। ਮੈਂ ਚੰਨੀ ਦੇ ਕੋਲੋਂ ਸਾਰੀ ਜਾਣਕਾਰੀ ਲਵਾਂਗਾ ਕਿ ਇਹ ਜਿਹੜੀ ਫੋਟੋ ਹੈਗੀ ਆ, ਇਹਨਾਂ ਨੇ ਜਿਹੜੀ ਮੰਗ ਕੀਤੀ ਆ ਕਿ ਦਰਬਾਰ ਸਾਹਿਬ ਦੇ ਉੱਪਰ ਫੌਜ ਚਾੜ ਦਿੱਤੀ ਜਾਵੇ, ਇਹਦੇ ਪਿੱਛੇ ਦੀ ਕਹਾਣੀ ਕੀ ਹੈਗੀ ਆ। ਅਕਾਲੀ ਦਲ ਦਾ ਜ਼ਿਕਰ ਕੀਤਾ ਹੈਗਾ ਚੰਨੀ ਜੀ, ਮੈਂ ਚਾਹੁੰਦਾ ਕਿ ਬੀਜੇਪੀ ਦਾ ਵੀ ਥੋੜ੍ਹਾ ਜ਼ਿਕਰ ਹੋ ਜਾਵੇ ਕਿਉਂਕਿ ਆਮ ਕਰਕੇ ਸਿਰਫ ਇੱਕੋ ਹੀ ਲਾਈਨ ਬੋਲੀ ਜਾਂਦੀ ਸਾਡੇ ਸਿੱਖਾਂ ਵੱਲੋਂ ਕਿ ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਅਡਵਾਨੀ ਨੇ ਲਿਖਿਆ ਹੈਗਾ ਕਿ ਇੰਦਰਾ ਗਾਂਧੀ ਨੂੰ ਅਸੀਂ ਮਜਬੂਰ ਕੀਤਾ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ। ਇਸ ਤੋਂ ਜ਼ਿਆਦਾ ਬੀਜੇਪੀ ਦਾ ਰੋਲ ਕੀ ਰਿਹਾ ਉਸ ਸਮੇਂ? ਬਹੁਤ ਵੱਡਾ ਰੋਲ ਹੈ ਜੀ ਬੀਜੇਪੀ ਦਾ, ਬਹੁਤ ਜ਼ਿਆਦਾ ਵੱਡਾ ਰੋਲ ਹੈ। ਬੀਜੇਪੀ ਨੇ ਪਹਿਲਾਂ ਤਾਂ ਇੰਦਰਾ ਗਾਂਧੀ ਦੇ ਉੱਥੇ ਦਿੱਲੀ ਦੀਆਂ ਸੜਕਾਂ ਤੇ ਬਹੁਤ ਲੰਬੇ ਚੌੜੇ ਮੁਜ਼ਾਹਰੇ ਕੀਤੇ, ਜਿਹੜੀ ਤੁਸੀਂ ਫੋਟੋ ਦਿਖਾਈ ਵੀ ਹੈ ਉਹ ਤੇ ਲਿਖਿਆ ਹੋਇਆ ਵੀ ਫੌਜ ਭਜਵਾਓ ਉੱਥੇ ਪੰਜਾਬ ਵਿੱਚ। ਹਿੰਦੀ 'ਚ ਮਾਟੋ ਲੱਗਾ, ਮਾਟੋ ਦੀ ਫੋਟੋ ਲਈਏ ਨਾ ਜੀ, ਹੈ ਨਾ, ਫੋਟੋ ਆ ਗਈ ਜੀ। ਹਾਂਜੀ ਹੁਣ ਵਿੱਚ ਮੈਂ ਦਰਸ਼ਕਾਂ ਨੂੰ ਜਿਹੜੀ ਕਿਤਾਬ ਦਾ ਜ਼ਿਕਰ ਆਉਂਦਾ ਹੁੰਦਾ ਮਾਈ ਕੰਟਰੀ ਜੀ, ਮਾਈ ਜਿਹੜੀ ਅਡਵਾਨੀ ਨੇ ਕਿਤਾਬ ਲਿਖੀ ਹੈ ਜੀ, ਉਹਦਾ ਨਾਮ ਹੈ ਮਾਈ ਕੰਟਰੀ ਮਾਈ ਲਾਈਫ। ਉਹਦੇ ਵਿੱਚ ਉਹਨੇ ਜਿਹੜੀ ਸਟੋਰੀ ਬਣਾਈ ਹੈ ਇਹਦੇ ਪਿਛਲੇ ਪਾਸੇ ਹੈ ਜੀ, ਮੈਂ ਉਹਦੀ ਫੋਟੋ ਕੀਤੀ ਹੋਈ ਹੈ। ਆ ਉਹਦੀ ਮਾਈ ਕੰਟਰੀ ਮਾਈ ਲਾਈਫ ਦੀ ਜੋ ਉਹਨੇ ਲਿਖਤ ਹੈ ਉਹਦੇ 'ਚ ਬੜਾ ਸ਼ੁੱਧ ਤੇ ਸਪਸ਼ਟ ਲਿਖਦਾ ਕਿ ਮੈਂ ਤੇ ਵਾਜਪਾਈ ਇੰਦਰਾ ਦੇ ਕੋਲ ਗਏ ਤੇ ਅਸੀਂ ਦੇਖਿਆ ਵੀ ਉਹ ਦੁਚਿੱਤੀ 'ਚ ਸੀਗੀ, ਵੀ ਉਹ ਦੁਚਿੱਤੀ 'ਚ ਸੀਗੀ ਕਿ ਵੀ ਮੈਂ ਦਰਬਾਰ ਸਾਹਿਬ ਅਟੈਕ ਕਰਾਂ, ਉਹਦੇ ਨਤੀਜੇ ਕੀ ਹੋਣਗੇ। ਕਹਿੰਦਾ ਜਦੋਂ ਅਸੀਂ ਉਹਨੂੰ ਦੁਚਿੱਤੀ 'ਚ ਦੇਖਿਆ ਤੇ ਫਿਰ ਕਹਿੰਦਾ ਅਸੀਂ ਉਕਸਾਇਆ ਉਹਨੂੰ। ਇਹ ਉਹਦੀ ਲਿਖਤ ਹੈ। ਇੱਕ ਜ਼ਬਾਨੀ ਵੀ ਬੋਲਿਆ ਅਡਵਾਨੀ, ਚਲੋ ਜ਼ਬਾਨੀ ਬੰਦਾ ਮਰੇ ਤੇ ਮੁਰਕਰੇ 'ਚ ਕੋਈ ਫਰਕ ਨਹੀਂ ਹੁੰਦਾ। ਇੱਕ ਉਹਨੇ ਲਿਖਤ ਦਿੱਤੀ ਨਾਲ ਕਿ ਮਤਲਬ ਕਿ ਆਪਣੀ ਕਿਤਾਬ 'ਚ ਲਿਖ ਰਿਹਾ ਵੀ ਅਸੀਂ ਉਕਸਾਇਆ ਉਹਨੂੰ ਕਿ ਤੂੰ ਦੁਚਿੱਤੀ 'ਚ ਨਾ ਰਹਿ, ਤੂੰ ਤਾਂ ਦੁਰਗਾ ਦਾ ਰੂਪ ਹੈ। ਸ਼ਾਬਾਸ਼ ਦਿੱਤੀ ਉਹਨੂੰ ਵੀ ਤੂੰ ਤਾਂ ਦੁਰਗਾ ਨੂੰ ਫੂਕ ਦਿੱਤੀ, ਉਕਸਾਇਆ ਉਹਨੂੰ ਵੀ ਤੂੰ ਤਾਂ ਦੁਰਗਾ ਹੈ ਤੇ ਤੂੰ ਇਹ ਕੰਮ ਕਰਦੇ, ਸਾਰਾ ਦੇਸ਼ ਤੇਰੇ ਨਾਲ ਖੜਾ। ਤੇ ਉਹ ਉੱਥੋਂ ਕਹਿ ਕੇ ਆਉਣ ਤੋਂ ਬਾਅਦ ਇਹਨਾਂ ਨੇ ਮੁਜ਼ਾਹਰੇ ਕਰਕੇ ਲਾਮਬੰਦੀ ਕੀਤੀ ਲੋਕਾਂ 'ਚ। ਔਰ ਇੱਥੇ ਜਿਹੜੇ ਇਹਨਾਂ ਨੇ ਮੁਜ਼ਾਹਰੇ ਕੀਤੇ ਆ ਦਿੱਲੀ ਦੀਆਂ ਸੜਕਾਂ 'ਤੇ, ਉਹਦੇ 'ਚ ਇਹੀ ਕਿਹਾ ਵੀ
ਪੰਜਾਬ ਵਿੱਚ ਜਿਹੜੀ ਇਹ ਫੌਜ ਭੇਜੀ ਜਾਵੇ। ਠੀਕ ਹੈ ਜੀ, ਇਹ ਅਡਵਾਨੀ ਨੇ ਕਿਹਾ। ਔਰ ਜਦੋਂ ਇੱਥੇ ਤੱਕ ਸੀਮਤ ਨਹੀਂ ਹੈ, ਜਦੋਂ ਦਰਬਾਰ ਸਾਹਿਬ ਹਮਲਾ ਕਰ ਦਿੰਦੀ ਹੈ 9-10 ਤਰੀਕ ਨੂੰ ਖਤਮ ਹੋ ਜਾਂਦਾ, ਕਿਉਂਕਿ ਜਿਹੜਾ ਇਹ ਬਾਦਲ ਹੈ ਨਾ, ਜਿਹੜਾ ਕਹਿੰਦਾ ਜੀ ਮੈਂ ਤਾਂ ਹਮਲੇ ਤੋਂ 2 ਦਿਨ ਪਹਿਲਾਂ ਹੀ ਗ੍ਰਿਫਤਾਰ ਹੋ ਗਿਆ ਸੀ, ਇਹ ਕੋਈ ਗ੍ਰਿਫਤਾਰੀ ਨਹੀਂ ਹੋਈ। ਤੁਸੀਂ ਬਰਨਾਲਾ ਸਾਹਿਬ ਦੀ ਕਿਤਾਬ ਪੜ੍ਹ ਲਓ, ਜੇ ਹੁਣ ਕਿਤਾਬ ਦਾ ਜ਼ਿਕਰ ਹੀ ਆ। ਬਰਨਾਲਾ ਸਾਹਿਬ ਨੇ ਕਿਹਾ ਵੀ 9 ਜੂਨ ਨੂੰ ਮੈਨੂੰ ਬਾਦਲ ਨੇ ਫੋਨ ਕੀਤਾ ਵੀ ਸਵੇਰੇ ਆਪਾਂ ਅਰੈਸਟ ਹੋਣਾ। ਇਹ ਬਰਨਾਲਾ ਸਾਹਿਬ ਨੇ ਆਪਣੀ ਕਿਤਾਬ 'ਚ ਲਿਖਿਆ 9 ਜੂਨ, ਜਦੋਂ ਸਾਰਾ ਕੰਮ ਸਮਾਪਤ ਹੋ ਗਿਆ, ਇੰਦਰਾ ਗਾਂਧੀ ਗੇੜਾ ਮਾਰ ਗਈ, ਸਭ ਕੁਝ ਹੋ ਗਿਆ, ਸਮਾਪਤੀ ਹੋ ਗਈ, ਉਦੋਂ ਇਹਨਾਂ ਨੇ ਅਰੈਸਟ ਪਾਈ ਆਪਣੀ ਬਾਦਲ ਤੇ ਬਰਨਾਲਾ। ਚਲੋ ਆਪਾਂ ਗੱਲ ਭਾਜਪਾ ਦੇ ਆਈਏ। ਭਾਜਪਾ ਨੇ ਇਕੱਲੇ ਮੁਜ਼ਾਹਰੇ ਨਹੀਂ ਕੀਤੇ, ਇਕੱਲਾ ਗੁਸਾਇਆ ਹੀ ਨਹੀਂ, ਉਸ ਤੋਂ ਬਾਅਦ ਲਗਾਤਾਰ ਪੰਜਾਬ ਆ ਕੇ ਪ੍ਰੈਸ ਕਾਨਫਰੰਸਾਂ ਕਰਕੇ ਦੇਸ਼ ਪੂਰੇ ਨੂੰ ਦੱਸਣਾ ਵੀ ਇਹ ਇਸ ਤਰ੍ਹਾਂ ਬੜਾ ਜ਼ਰੂਰੀ ਸੀ ਜੀ, ਇਦਾਂ ਬੜਾ ਜ਼ਰੂਰੀ ਸੀ ਜੀ। ਤੇ ਉਹ ਮੈਂ ਤੁਹਾਨੂੰ ਡੇਟ ਬਾਈ ਡੇਟ ਜਿਹੜੀ ਹੈ ਉਹ ਮੈਂ ਤੁਹਾਨੂੰ ਦੱਸ ਦੇਣਾ ਕਿ ਜੀ ਸਭ ਤੋਂ ਪਹਿਲਾਂ 1984 ਜਦੋਂ ਜੂਨ 'ਚ ਦਰਬਾਰ ਸਾਹਿਬ ਤੇ ਹਮਲਾ ਹੋਇਆ ਜੀ, ਤੇ ਇਹ ਜਿਹੜੇ ਅਡਵਾਨੀ ਸੀਗਾ ਜਿਹੜਾ ਉਸ ਵੇਲੇ ਪਾਰਟੀ ਦਾ ਜਨਰਲ ਸਕੱਤਰ ਸੀਗਾ, ਇਹਨੇ 16 ਜੂਨ 1984 ਨੂੰ ਇੰਡੀਅਨ ਐਕਸਪ੍ਰੈਸ 'ਚ ਬਿਆਨ ਦਿੱਤਾ ਕਿ ਜਿਹੜੀ ਦਰਬਾਰ ਸਾਹਿਬ ਤੇ ਫੌਜੀ ਕਾਰਵਾਈ ਹੈ ਬੜੀ ਜ਼ਰੂਰੀ ਸੀ। 16 ਜੂਨ 1984 ਇੰਡੀਅਨ ਐਕਸਪ੍ਰੈਸ, ਨੋਟ ਕਰ ਲਓ, ਜਦੋਂ ਮਰਜ਼ੀ ਤੁਸੀਂ ਜਾ ਕੇ ਕਢਾ ਸਕਦੇ ਹੋ। ਠੀਕ ਹੈ, ਉਸ ਤੋਂ ਬਾਅਦ ਜਿਹੜਾ ਇਹਨਾਂ ਦੀ ਆਰਐਸ ਸੰਸਥਾ ਜੀ, ਜਿਹੜੀ ਇਹਨਾਂ ਦੀ ਆਰਐਸ ਸੰਸਥਾ ਉਹਦਾ ਜਿਹੜਾ ਉਸ ਵੇਲੇ ਮੁਖੀ ਸੀ ਬਾਲਾ ਦਿਓਰਸ, ਅੱਛਾ ਜੀ, ਉਹਨੇ 10 ਜੁਲਾਈ 1984 ਨੂੰ ਇੰਡੀਅਨ ਐਕਸਪ੍ਰੈਸ ਦੇ ਇਹ ਬਿਆਨ ਦਿੱਤਾ ਵੀ ਫੌਜੀ ਕਾਰਵਾਈ ਦੀ ਹਮਾਇਤ ਕਰਦੇ ਆ ਤੇ ਇੰਦਰਾ ਦੀ ਪ੍ਰਸ਼ੰਸਾ ਕਰਦੇ ਆ। ਇਹ ਬਾਲਾ ਦਿਓਰਸ ਦਾ ਬਿਆਨ ਹੈ, ਬਾਲ ਦਿਓਰਸ ਦਾ। ਠੀਕ ਹੈ ਜੀ, 2 ਅਗਸਤ 1984 ਟਾਈਮ ਆਫ ਇੰਡੀਆ ਦੇ ਮੁਤਾਬਕ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪ੍ਰਧਾਨ ਸੀ ਵਾਜਪਾਈ, ਜਦੋਂ ਸਿੱਖ ਕੌਮ ਮੰਗ ਕਰ ਰਹੀ ਸੀ ਨਾ ਬਈ ਸਾਡੇ ਦਰਬਾਰ ਸਾਹਿਬ ਤੋਂ ਫੌਜ ਕੱਢੋ ਤੇ ਜਿਹੜਾ ਪ੍ਰਬੰਧ ਹੈ ਇਹ ਸਾਡੇ ਹਵਾਲੇ ਕਰੋ, ਉਦੋਂ ਵਾਜਪਾਈ ਨੇ ਬਿਆਨ ਦਿੱਤਾ ਸੀਗਾ ਕਿ ਮਤਲਬ ਕਿ ਵੀ ਬਿਲਕੁਲ ਫੌਜ ਨਹੀਂ ਕੱਢਣੀ ਚਾਹੀਦੀ, ਤੇ ਜਿਹੜੇ ਸਰਕਾਰ ਪ੍ਰਸਤ ਸਿੱਖ ਨਜ਼ਰ ਆਣ ਤੁਹਾਨੂੰ ਸ਼੍ਰੋਮਣੀ ਕਮੇਟੀ ਭੰਗ ਕਰਦੇ ਹੋ ਤਾਂ ਉਹਦੇ ਹਵਾਲੇ ਕਰੋ। ਜਿਹੜੇ ਭਾਈਵਾਲ ਬਣਾਈ ਫਿਰਦੇ ਨਾ, ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਭੰਗ ਕਰਨ ਦੀ ਮੰਗ ਕੀਤੀ ਹੈ ਵਾਜਪਾਈ ਨੇ। ਔਰ ਇਹ ਡੇਟ ਹੈਗੀ ਜੇ 2 ਅਗਸਤ 1984 ਟਾਈਮਸ ਆਫ ਇੰਡੀਆ ਦੇ ਵਿੱਚ ਬਿਆਨ ਲੱਗਾ ਹੋਇਆ, ਇਹ ਤੁਸੀਂ ਲਿਖ ਕੇ ਲੈ ਜਾਣਾ ਤੇ ਆਪਣੀਆਂ ਕਾਪੀਆਂ ਬੇਸ਼ੱਕ ਕਢਾ ਲੈਣਾ ਜਾ ਕੇ। ਉਸ ਤੋਂ ਬਾਅਦ 19 ਅਗਸਤ ਆ ਜਿਹੜੀ ਮੈਂ ਖਾਸ ਗੱਲ ਦੱਸਣੀ ਚਾਹੁੰਦਾ ਵੀ ਜਿਹੜੀ 19 ਅਗਸਤ 1984 ਨੂੰ ਹੋਈ, ਦੋਨੋਂ ਵਾਜਪਾਈ ਪ੍ਰਧਾਨ ਤੇ ਜਨਰਲ ਸਕੱਤਰ ਅਡਵਾਨੀ ਇੱਕੋ ਜਹਾਜ਼ 'ਚ ਬੈਠ ਕੇ ਅੰਮ੍ਰਿਤਸਰ ਆਉਂਦੇ। ਇਹ ਜਿਹੜੇ ਅਕਾਲੀ ਕਹਿੰਦੇ ਵੀ ਸਾਡੇ ਭਾਈਵਾਲ ਨੇ, ਇਹਨਾਂ ਦੇਖੋ ਕੀ ਕਿਹਾ ਹੈ। ਇਹਨਾਂ ਨੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਕੀਤੀ, ਸਭ ਤੋਂ ਪਹਿਲਾਂ ਪ੍ਰੈਸ ਨੂੰ ਬਿਆਨ ਦਿੱਤਾ ਵੀ ਦਰਬਾਰ ਸਾਹਿਬ ਤੇ ਜਿਹੜੀ ਕਾਰਵਾਈ ਹੈ ਇਹਨੂੰ ਟਾਲਿਆ ਨਹੀਂ ਸੀ ਜਾ ਸਕਦਾ, ਇਹ ਬੜੀ ਜ਼ਰੂਰੀ। ਇਸੇ ਤਰ੍ਹਾਂ ਜੋ ਮੈਂ ਤੁਹਾਨੂੰ ਬੋਲ ਕੇ ਦੱਸ ਰਿਹਾ ਹੂ ਬਹੂ ਤੁਹਾਨੂੰ ਇਹ ਮਿਲੇਗਾ ਤੁਹਾਨੂੰ ਇਹਦੇ 'ਚ ਆਪਣਾ ਟਾਈਮਸ ਆਫ ਇੰਡੀਆ 20 ਅਗਸਤ ਨੂੰ, ਕਿਉਂਕਿ ਬਿਆਨ 19 ਅਗਸਤ ਦਾ, ਪ੍ਰੈਸ ਕਾਨਫਰੰਸ 19 ਅਗਸਤ ਦੀ ਹੈ ਤੇ ਲੱਗਿਆ ਛਪਿਆ ਉਹਦੇ 'ਚ 20 ਅਗਸਤ ਨੂੰ, 20 ਅਗਸਤ 1984 ਜੀ। ਉਹਦੇ ਵਿੱਚ ਉਹਨਾਂ ਦਿਨਾਂ 'ਚ ਨਾ ਪਾਰਲੀਮੈਂਟ 'ਚ ਇੱਕ ਬਿੱਲ ਚੱਲ ਰਿਹਾ ਸੀਗਾ ਵੀ ਜਿਹੜੀਆਂ ਫਿਰਕੂ ਪਾਰਟੀਆਂ ਨੇ ਉਹਨਾਂ ਤੇ ਚੋਣ ਲੜਨ ਦੇ ਪਾਬੰਦੀ ਲੱਗੇ। ਤੇ ਪ੍ਰੈਸ ਕਾਨਫਰੰਸ ਦੇ ਵਿੱਚ ਪੱਤਰਕਾਰ ਨੇ ਪੁੱਛਿਆ ਵੀ ਕੀ ਤੁਸੀਂ ਅਕਾਲੀ ਦਲ ਨੂੰ ਫਿਰਕੂ ਪਾਰਟੀ ਸਮਝਦੇ ਹੋ ਤੇ ਕੀ ਇਹਦੇ ਤੇ ਪਾਬੰਦੀ ਲਾਉਣ ਦੀ ਮੰਗ ਕਰਦੇ ਹੋ ਤੁਸੀਂ? ਤੇ ਉਹਨੇ ਕਿਹਾ ਜੀ ਬਿਲਕੁਲ, ਹਾਂਜੀ। ਉਹਨੇ ਕਿਹਾ ਵੀ ਅਸੀਂ ਅਕਾਲੀ ਦਲ ਨੂੰ ਫਿਰਕੂ ਪਾਰਟੀ ਦਾ ਐਲਾਨਣ ਬਿੱਲ ਪੇਸ਼ ਹੋਏਗਾ, ਅਸੀਂ ਉਹਦੇ ਤੇ ਠੋਕ ਕੇ ਉਹਦੀ ਹਮਾਇਤ ਕਰਾਂਗੇ ਤੇ ਅਕਾਲੀ ਦਲ ਤੇ ਚੋਣਾਂ ਲੜਨ ਤੇ ਪਾਬੰਦੀ ਦੀ ਵੀ ਮੰਗ ਕਰਾਂਗੇ। ਇਹ ਦੋਨੋਂ ਹਵਾਲੇ ਜਿਹੜੇ ਆ ਟਾਈਮਸ ਆਫ ਇੰਡੀਆ ਦੇ ਵਿੱਚ ਇਹ 20 ਅਗਸਤ 1984 ਛਪੇ ਹੋਏ, ਜਦੋਂ ਤੁਸੀਂ ਮਰਜ਼ੀ ਕੱਢ ਲਓ। ਪਰ ਇੱਥੇ ਫਿਰ ਆ ਕੇ ਉਹ ਅਕਾਲੀਆਂ ਦੇ ਖਿਲਾਫ ਕਿਉਂ? ਮੈਂ ਦੱਸ, ਉਸ ਤੋਂ ਬਾਅਦ ਇਹਨਾਂ ਦੇ ਲੋਕ ਜਿਹੜੇ ਭਾਜਪਾ ਦੇ ਨਾਲ ਸੰਬੰਧਿਤ ਸੀਗੇ, ਇਹ ਇੱਥੇ ਦਰਬਾਰ ਸਾਹਿਬ ਦੇ ਅਟੈਕ ਦੇ ਦੌਰਾਨ ਲੱਡੂ ਵੀ ਵੰਡਦੇ ਰਹੇ ਵਾਜਪਾਈ ਦੇ, ਭਾਰਤੀ ਜਨਤਾ ਪਾਰਟੀ ਦੇ ਬੰਦੇ ਜਿਹੜੇ। ਔਰ 1984 ਦੇ ਵਿੱਚ ਜਦੋਂ ਨਵੰਬਰ 'ਚ ਵੀ ਕਤਲੇਆਮ ਹੋਇਆ, ਜਦੋਂ ਦਿੱਲੀ, ਉੱਥੇ ਵੀ ਆਰਐਸਐਸ ਵੱਲੋਂ ਹਮਾਇਤ ਕੀਤੀ ਗਈ, ਉਹਦੀ 26 ਨਵੰਬਰ 2000 ਨੂੰ ਪੰਜਾਬੀ ਟ੍ਰਿਬਿਊਨ ਦੇ ਵਿੱਚ ਖਬਰ ਲੱਗੀ ਹੋਈ ਹੈ। ਔਰ ਇੱਥੋਂ ਤੱਕ ਕਿ ਇਹਨਾਂ ਨੇ ਇੱਕ ਲਿਟਰੇਚਰ ਹੀ ਵੰਡਿਆ ਸੀਗਾ ਜਿਹੜਾ ਦੰਗਿਆਂ ਦੇ ਹੱਕ 'ਚ ਸੀਗਾ। ਮੈਂ ਹੁਣ ਇੱਥੇ ਇਹ ਸਵਾਲ ਕਰਨਾ ਚਾਹੁੰਦਾ, ਤੁਹਾਡੇ ਸਵਾਲ ਦੇ ਵਿੱਚੋਂ ਸਵਾਲ ਕੱਢ ਕੇ
ਬਈ ਜਿੱਦਾਂ ਤੁਸੀਂ ਕਿਹਾ ਵੀ ਇੱਥੇ ਹੁਣ ਮੈਂ ਕਿਉਂ ਮੈਂ ਹੀ ਇਹ ਸਵਾਲ ਦੇ ਵਿੱਚ ਤੁਹਾਡੇ ਸਵਾਲ ਤੋਂ ਸਵਾਲ ਕੱਢਣਾ ਚਾਹੁੰਦਾ ਕਿ ਜਿਹੜੀ ਪਾਰਟੀ ਜ਼ੁਬਾਨੀ ਸਟੇਜਾਂ ਤੇ ਵੀ ਕਹਿ ਰਹੀ ਔਰ ਆਪਣੀਆਂ ਕਿਤਾਬਾਂ 'ਚ ਲਿਖਤੀ ਵੀ ਕਹਿ ਰਹੀ ਕਿ ਮਤਲਬ ਕਿ ਵੀ ਅਸੀਂ ਉਕਸਾਇਆ ਇੰਦਰਾ ਗਾਂਧੀ ਦੁਚਿੱਤੀ 'ਚ ਸੀ ਅਸੀਂ ਉਕਸਾਇਆ ਕਿ ਤੁਸੀਂ ਦਰਬਾਰ ਸਾਹਿਬ ਤੇ ਹਮਲਾ ਕਰ ਦਿਓ ਤੁਸੀਂ ਦੁਰਗਾ ਦਾ ਰੂਪ ਹੋ ਤੁਹਾਨੂੰ ਕੋਈ ਪਰਵਾਹ ਨਹੀਂ ਸਾਰਾ ਦੇਸ਼ ਤੁਹਾਡੇ ਨਾਲ ਫਿਰ ਪ੍ਰੈਸ ਕਾਨਫਰੰਸਾਂ ਦੇ ਵਿੱਚ ਆ ਕੇ ਬਿਆਨ ਦੇਣੇ ਵੀ ਅਸੀਂ ਹਮਾਇਤ ਕਰਦੇ ਹਾਂ ਜੀ ਇਹ ਬੜਾ ਜ਼ਰੂਰੀ ਸੀ ਜੀ ਹੈ ਜੀ ਫਿਰ ਸ਼੍ਰੋਮਣੀ ਕਮੇਟੀ ਨੂੰ ਭੰਗ ਕਰਨ ਤੇ ਅਕਾਲੀ ਦਲ ਤੇ ਪਾਬੰਦੀ ਲਾਉਣ ਦੀ ਵੀ ਮੰਗ ਕਰਨੀ ਤੇ ਫਿਰ ਅਕਾਲੀਆਂ ਵੱਲੋਂ ਉਹਨਾਂ ਨੂੰ ਨੂੰਹ ਮਾਸ ਦਾ ਰਿਸ਼ਤਾ ਦੱਸਣਾ ਪਤੀ ਪਤਨੀ ਦਾ ਰਿਸ਼ਤਾ ਦੱਸਣਾ ਭਾਈ ਵਾਲੀ ਦੱਸਣੀ ਮੈਨੂੰ ਬੜੀ ਹੈਰਾਨਗੀ ਹੁੰਦੀ ਹੈ ਮੈਂ ਤਾਂ ਭਗਤ ਕਬੀਰ ਜੀ ਦੀ ਇੱਕ ਤੁਕ ਮੈਨੂੰ ਗੁਰਬਾਣੀ ਦੀ ਯਾਦ ਆ ਜਾਂਦੀ ਹੈ ਉਹ ਲਿਖਦੇ ਆਪਣੇ ਸ਼ਲੋਕਾਂ 'ਚ ਕਬੀਰ ਮਾਰੀ ਮਰੋਂ ਕੁਸੰਗ ਕੀ ਕੇਲੇ ਨਿਕਟ ਜੋ ਬੇਰ ਇਹ ਉਹ ਝੂਲੇ ਉਹ ਚੀਰੀਏ ਸਾਕਤ ਸੰਗ ਨਾ ਹੈ ਉਹ ਕਹਿੰਦਾ ਵੀ ਕੇਲੇ ਦੇ ਪੇੜ ਦੇ ਨੇੜੇ ਬੇਰੀ ਦਾ ਬੂਟਾ ਉੱਗ ਪਵੇ ਨਾ ਤੇ ਜਦੋਂ ਹਵਾ ਦੇ ਨਾਲ ਝੁਲਦਾ ਨਾ ਤੇ ਕੇਲੇ ਦੇ ਪੇੜ ਦੇ ਪੱਤੇ ਬੜੇ ਮੁਲਾਇਮ ਹੁੰਦੇ ਆ ਤੇ ਬੇਰੀ ਦੇ ਹੁੰਦੇ ਕੰਡੇ ਤੇ ਉਹ ਝੁੱਲਣ ਦੇ ਨਾਲ ਨਾ ਕੰਡੇ ਪੱਤੇ ਨੂੰ ਛਲਣੀ ਕਰ ਦਿੰਦੇ ਮੈਂ ਵੀ ਇਹੀ ਸੋਚਦਾ ਵੀ ਕਿਧਰੇ ਸਾਡਾ ਅਕਾਲੀ ਦਲ ਜਿਹੜਾ ਨਾ ਇਹ ਕੇਲੇ ਦਾ ਬੂਟਾ ਤੇ ਜਿਹੜੀ ਭਾਜਪਾ ਹੈ ਨਾ ਇਹ ਬੇਰੀ ਦਾ ਬੂਟਾ ਇਹ ਜਦੋਂ ਦੀ ਸਾਡੇ ਨਾਲ ਇਹਨੇ ਗੈਰ ਸਿਧਾਂਤਕ ਅਕਾਲੀਆਂ ਨੇ ਭਾਈ ਵਾਲੀ ਪਾਈ ਹੈ ਨਾ ਉਹਦੇ ਨਾਲ ਇਹ ਜਿਉਂ ਹਵਾ ਨਾਲ ਝੁਲਦੀ ਹੈ ਨਾ ਤੇ ਕੇਲੇ ਦਾ ਪੇੜ ਸਾਡਾ ਅਕਾਲੀ ਦਲ ਸਾਡੀ ਸਿੱਕੀ ਛਲਣੀ ਕਰਕੇ ਰੱਖ ਦਿੱਤੀ ਹੈ ਇਹਨਾਂ ਨੂੰ ਕੋਈ ਨੂੰਹ ਮਾਸ ਦਾ ਰਿਸ਼ਤਾ ਨਹੀਂ ਇਹਨਾਂ ਨਾਲ ਰੱਖਣਾ ਚਾਹੀਦਾ ਤੇ ਜੇ ਰੱਖਦੇ ਆ ਤੇ ਮੈਨੂੰ ਸਿੱਖ ਜਵਾਬ ਦੇਣ ਵੀ ਜਿਹੜੀ ਪਾਰਟੀ ਸ਼ਰੇਆਮ ਦਰਬਾਰ ਸਾਹਿਬ ਦੇ ਹਮਲੇ ਦੀ ਹਮਾਇਤ ਕਰ ਰਹੀ ਹੈ ਨਵੰਬਰ 84 ਦੇ ਦੰਗਿਆਂ ਦੀ ਹਮਾਇਤ ਕਰ ਰਹੀ ਹੈ ਇੰਦਰਾ ਗਾਂਧੀ ਨੂੰ ਦੁਰਗਾ ਦਾ ਖਿਤਾਬ ਦੇ ਰਹੀ ਹੈ ਔਰ ਉਹਨੂੰ ਉਕਸਾ ਰਹੀ ਹੈ ਇੰਦਰਾ ਗਾਂਧੀ ਦਾ ਕਸੂਰ ਸੀ ਉਹਨੂੰ ਸਜ਼ਾ ਮਿਲ ਗਈ ਮੈਂ ਕਹਿੰਦਾ ਵੀ ਅਕਾਲੀਆਂ ਨੇ ਵੀ ਤੇ ਕਰਵਾਇਆ ਇਹਨਾਂ ਨੂੰ ਕਿਉਂ ਨਹੀਂ ਸਜ਼ਾ ਮਿਲ ਰਹੀ ਇਹਨਾਂ ਨੇ ਉਕਸਾਇਆ ਇਹਨਾਂ ਨੂੰ ਕਿਉਂ ਨਹੀਂ ਸਜ਼ਾ ਮਿਲੀ ਤੁਸੀਂ ਧਾਰਾ ਅੱਜ ਵੀ ਦੇਖ ਲਓ ਤੁਸੀਂ ਚੰਦੂ ਨੂੰ ਉਕਸਾਉਣ ਦੀ ਕਿਉਂ ਸਜ਼ਾ ਦਿੱਤੀ ਸੁੱਚਾਨੰਦ ਤੇ ਗੰਗੂ ਨੂੰ ਕਿਉਂ ਸਜ਼ਾ ਦਿੱਤੀ ਗੰਗੂ ਫੜਾਉਣ 'ਚ ਦੋਸ਼ੀ ਸੀ ਤੇ ਸੁੱਚਾਨੰਦ ਉਕਸਾਉਣ 'ਚ ਦੋਸ਼ੀ ਸੀ ਧਾਰਾ ਅੱਜ ਵੀ ਉਹੀ ਚੱਲ ਰਹੀ ਹੈ ਕਿ ਉਕਸਾਉਣ ਵਾਲੇ ਨੂੰ ਬਰਾਬਰ ਸਜ਼ਾ ਉਸੇ ਤਰ੍ਹਾਂ ਹੀ ਮਿਲਣੀ ਇੱਕ ਬੰਦਾ ਗੋਲੀ ਨਹੀਂ ਚਲਾਉਣਾ ਚਾਹੁੰਦਾ ਦੂਜਾ ਨੂੰ ਕਹਿਣਾ ਚਲਾ ਦੇ ਕੋਈ ਪਰਵਾਹ ਨਹੀਂ ਜੋ ਧਾਰਾ ਗੋਲੀ ਚਲਾਉਣ ਵਾਲੇ ਦੇ ਉਹੀ ਧਾਰਾ ਉਹਨੂੰ ਉਕਸਾਉਣ ਵਾਲੇ ਦੇ ਤੇ ਜੇ ਕਹਿੰਦੇ ਅਸੀਂ ਉਕਸਾਇਆ ਆਪ ਮੰਨ ਰਹੇ ਨੇ ਬਿਆਨ ਦੇ ਰਹੇ ਨੇ ਲਿਖਤੀ ਕਰ ਰਹੇ ਨੇ ਤੇ ਫਿਰ ਇਹਨਾਂ ਨੂੰ ਸਜ਼ਾ ਦੀ ਬਜਾਏ ਇਹਨਾਂ ਨਾਲ ਭਾਈਵਾਲੀ ਕਿਉਂ ਮੇਰੇ ਤੁਹਾਡੇ ਸਵਾਲ ਤੋਂ ਤੁਹਾਨੂੰ ਮੇਰਾ ਸਵਾਲ ਮੈਨੂੰ ਲੱਗਦਾ ਸ਼ਾਇਦ ਤੁਸੀਂ ਇਹ ਕਹਿਣਾ ਚਾਹੁੰਦੇ ਆ ਵੀ ਇਹ ਉਹਨਾਂ ਨਾਲ ਭਾਈਵਾਲੀ ਪਾ ਕੇ ਬੈਠਿਆ ਜਿਹੜੇ ਇਹਨਾਂ ਦੇ ਵੀ ਸਕੇ ਨਹੀਂ ਹੈਗੇ ਜਿਹੜੇ ਇਹਨਾਂ ਦੇ ਵੀ ਸਕੇ ਨਹੀਂ ਹੈਗੇ ਉਹਨਾਂ ਦੇ ਨਾਲ ਸਾਂਝ ਪਾ ਕੇ ਬੈਠੇ ਜੀ ਚੰਨੀ ਜੀ ਕਾਫੀ ਜ਼ਿਆਦਾ ਗੱਲਾਂ ਬਾਤਾਂ ਹੋਈਆਂ ਨੇ ਮੈਂ ਚਾਹੁੰਦਾ ਹੈਗਾ ਕਿ ਜਿਹੜੇ ਲੋਕ ਐਦਾਂ ਮੰਨਦੇ ਆ ਜਾਂ ਸਮਝਦੇ ਹੈਗੇ ਆ ਪੰਜਾਬ ਦੇ ਹੀ ਨਹੀਂ ਪੰਜਾਬ ਤੋਂ ਬਾਹਰਲੀਆਂ ਸਟੇਟਾਂ ਦੇ ਵੀ ਜਿਨ੍ਹਾਂ ਨੂੰ ਇਹ ਲੱਗਦਾ ਕਿ 1984 ਵਿੱਚ ਜੋ ਕਿਉਂਕਿ ਬਹੁਤ ਸਾਰੇ ਚੰਨੀ ਜੀ ਲੋਕ ਇੱਦਾਂ ਦੇ ਨੇ ਜਿਹੜੇ ਸਵੇਰ ਤੋਂ ਲੈ ਕੇ ਰਾਤ ਤੱਕ ਕੰਮਕਾਰ ਕਰਦੇ ਹੈਗੇ ਉਹਨਾਂ ਕੋਲ ਇੰਨਾ ਜ਼ਿਆਦਾ ਟਾਈਮ ਨਹੀਂ ਹੈਗਾ ਸ਼ਾਮ ਨੂੰ ਘੰਟਾ ਕੁ ਟੈਲੀਵਿਜ਼ਨ ਮੂਹਰੇ ਬਹਿੰਦੇ ਆ ਦੇਖਿਆ ਖਬਰਾਂ ਵਗੈਰਾ ਸੁਣੀਆਂ ਮਾੜੀਆਂ ਮੋਟੀਆਂ ਜੋ ਸੁਣਾਤਾ ਉੱਥੇ ਭਾਰਤੀ ਮੀਡੀਆ ਨੇ ਉਹਨੂੰ ਆਪਣੇ ਜ਼ਿਹਨ ਵਿੱਚ ਬਿਠਾ ਲਿਆ ਤੇ ਉਹਨੂੰ ਸੱਚ ਮੰਨ ਲਿਆ ਹੁਣ ਜਿਹੜੇ ਲੋਕ ਇੱਦਾਂ ਮੰਨਦੇ ਹੈਗੇ ਆ ਕਿ ਸੰਤ ਭਿੰਡਰਾਂ ਵਾਲੇ ਤੇ ਉਹਨਾਂ ਦੇ ਸਾਥੀ ਦਰਬਾਰ ਸਾਹਿਬ ਉੱਥੇ ਕਬਜ਼ਾ ਕਰਕੇ ਬਹਿ ਗਏ ਸੀਗੇ ਤੇ ਉਹ ਅੱਤਵਾਦੀ ਸੀਗੇ ਉਹ ਉੱਥੋਂ ਲੋਕ ਆਪਣੇ ਬੰਦਿਆਂ ਨੂੰ ਭੇਜਦੇ ਸੀਗੇ ਕਿ ਤੁਸੀਂ ਜਾਓ ਹਿੰਦੂਆਂ ਨੂੰ ਮਾਰ ਕੇ ਆ ਜਾਓ ਜੇ ਉਹ ਇੱਦਾਂ ਕਹਿੰਦੇ ਸੀਗੇ ਵੀ ਇੱਕ ਸਿੱਖ ਦੇ ਹਿੱਸੇ 35 ਹਿੰਦੂ ਆਉਂਦੇ ਆ ਵੀ ਵਧੀਆ ਕੀਤਾ ਇਹਨਾਂ ਨੇ ਵੀ ਅਕਾਲੀਆਂ ਨੇ ਵੀ ਖਰਾ ਕੀਤਾ ਉਹਨਾਂ ਦੇ ਖਿਲਾਫ ਖੜ ਗਏ ਪੂਰੀ ਮਸ਼ੀਨਰੀ ਖੜ ਗਈ ਨਾਲ ਸਰਕਾਰਾਂ ਖੜ ਗਈਆਂ ਐਂਟੀ ਸਰਕਾਰਾਂ ਜਿਹੜੀਆਂ ਸੀਗੀਆਂ ਕਾਂਗਰਸ ਸਰਕਾਰ ਸੀ ਬੀਜੇਪੀ ਵੀ ਨਾਲ ਖੜ ਗਈ ਵੀ ਠੀਕ ਆ ਜੀ ਆਪਾਂ ਉਕਸਾਉਂਦੇ ਹਾਂ ਤੁਸੀਂ ਇਹ ਕੰਮ ਕਰ ਦਿਓ ਉਹਨਾਂ ਲੋਕਾਂ ਨੂੰ ਤੁਸੀਂ ਕਿਵੇਂ ਦੱਸਣਾ ਚਾਹੋਗੇ ਕਿ ਉਹ ਜਿਹੜਾ ਸੰਘਰਸ਼ ਸੀਗਾ ਉਹ ਵਾਜਬ ਸੀਗਾ ਤੇ ਜ਼ਿੰਮੇਵਾਰ ਤੇ ਦੋਸ਼ੀ ਇਹ ਲੋਕ ਨੇ ਉਹਨਾਂ ਲੋਕਾਂ ਨੂੰ ਕਿੱਦਾਂ ਦੱਸਣਾ ਚਾਹੋਗੇ ਬਿਲਕੁਲ ਦੇਖੋ ਇਹ ਸੰਘਰਸ਼ ਜਿਹੜਾ ਹੈ ਮੈਂ ਇਹ ਸੋਚਦਾ ਵੀ ਗੁਰੂ ਨਾਨਕ ਸਾਹਿਬ ਨੇ ਜਦੋਂ ਜਨੇਊ ਪਾਉਣ ਤੋਂ ਇਨਕਾਰ ਕੀਤਾ ਨਾ ਜੀ ਤੇ ਇਹਨਾਂ ਜਨੇਊ ਧਾਰੀਆਂ ਨੇ 13 ਸਿੱਖਾਂ ਦੇ ਸਿਰ ਲੈ ਕੇ ਨਾ ਜੀ ਇਹ ਸੰਘਰਸ਼ ਨੂੰ ਸ਼ੁਰੂਆਤ ਕਰਵਾਈ ਉਹ ਨਰਕ ਧਾਰੀਆਂ ਦੇ ਕਾਰਨ ਹੋਇਆ ਲੇਕਿਨ ਜਿਹੜਾ ਤੁਸੀਂ ਕਹਿੰਦੇ ਹੋ ਵੀ ਦਰਬਾਰ ਸਾਹਿਬ ਤੇ ਕਬਜ਼ਾ ਕਰ ਲਿਆ ਬਿਲਕੁਲ ਨਹੀਂ ਉਹ ਦਰਬਾਰ ਸਾਹਿਬ 'ਚ ਰਹਿ ਜ਼ਰੂਰ ਰਹੇ ਸਨ ਮੋਰਚਾ ਜ਼ਰੂਰ ਚਲਾ ਰਹੇ ਸਨ ਲੇਕਿਨ ਕਬਜ਼ੇ ਵਾਲੀ ਕੋਈ ਗੱਲ ਨਹੀਂ ਸੀ ਕਿਉਂਕਿ ਮੈਨੂੰ ਪਤਾ ਵੀ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਸੰਤਾਂ ਨੂੰ ਇੱਕ ਮਤਲਬ ਕਿ ਸਲਾਹ ਦਿੱਤੀ ਵੀ ਤੁਸੀਂ ਹਥਿਆਰਾਂ ਸਮੇਤ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਨਹੀਂ ਜਾਣਾ ਤੇ ਮੈਂ ਕਿਉਂਕਿ ਖੁਦ ਫੈਡਰੇਸ਼ਨ ਦੇ ਵਿੱਚ ਰਿਹਾ ਵਾਂ ਔਰ ਉੱਥੇ ਹੀ ਸੀਗਾ ਮੈਂ ਤੇ ਉਹਨਾਂ ਨੇ ਹਥਿਆਰਾਂ ਸਮੇਤ ਆਪਣੀ ਫੌਜ ਸਮੇਤ ਮੱਥਾ ਟੇਕਣਾ ਬੰਦ ਕਰਤਾ ਸੀ ਹਥਿਆਰ ਨਹੀਂ ਸੀ ਲੈ ਕੇ ਜਾਂਦੇ ਰਹੀ ਗੱਲ ਤੁਹਾਡੇ ਉਸ ਬਿਆਨ ਦੀ ਉਹ ਬਿਆਨ ਸੰਤਾਂ ਨੇ ਦਿੱਤਾ ਵੀ ਇੱਕ ਸਿੱਖ ਦੇ 40 45 30 35 ਬੰਦੇ ਆਉਂਦੇ ਆ
ਉਹ ਕਾਰਨ ਕੀ ਸੀ ਵੀ ਮਤਲਬ ਕਿ ਵੀ ਸਰਕਾਰ ਨੇ ਤਸ਼ੱਦਦ ਦੇ ਨਾਲ ਸਿੱਖ ਨੌਜਵਾਨਾਂ ਦਾ ਘਾਣ ਕੀਤਾ ਸੀ ਔਰ ਦੂਜੇ ਬੰਨੇ ਪੰਜਾਬ ਤੋਂ ਬਾਹਰ ਸਿੱਖਾਂ ਦੇ ਉੱਤੇ ਹਮਲੇ ਹੋ ਰਹੇ ਸੀ। ਉਹਦੇ ਇਵਜ਼ ਵਜੋਂ ਹਾਂ ਉਹਦਾ ਇੱਕ ਮਤਲਬ ਕਿ ਵੀ ਇਵਜ਼ ਵਜੋਂ ਉਹਨਾਂ ਨੇ ਬਿਆਨ ਲਾਇਆ ਸੀਗਾ। ਬੇਸਿਕਲੀ ਉਹ ਹਿੰਦੂਆਂ ਦੇ ਖਿਲਾਫ ਨਹੀਂ ਸੀ, ਕਿਉਂਕਿ ਮੈਂ ਦੱਸਣਾ ਚਾਹੁੰਦਾ ਆਪਣੀ ਸਾਰੀ ਕੌਮ ਨੂੰ, ਪੰਜਾਬ ਨਿਵਾਸੀਆਂ ਨੂੰ, ਕਿ ਮੰਗਤ ਰਾਏ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਣੇ ਦਾ ਰੋਡੇ ਪਿੰਡ, ਤੇ ਉਸ ਪਿੰਡ ਰੋਡੇ ਦਾ ਮੰਗਤ ਰਾਏ ਜਿਹੜਾ ਸੀਗਾ ਮੰਤਰਾਮ, ਉਹ ਸਰਪੰਚ ਸੀ। ਹੁਣ ਮਾਰਨ ਦੀ ਤਾਂ ਜ਼ਰੂਰਤ ਨਹੀਂ ਸੀ ਸੰਤ ਜਰਨੈਲ ਸਿੰਘ ਦਾ, ਤਾਂ ਇੰਨਾ ਮਤਲਬ ਕਿ ਉਸ ਵੇਲੇ ਸਟੇਟਸ ਹਾਈ ਹੋਇਆ ਪਿਆ ਸੀ ਕਿ ਉਹ ਜਿਹਨੂੰ ਇੱਕ ਜ਼ੁਬਾਨ ਕਹਿੰਦੇ ਸੀ ਉਹਨੂੰ ਹਟਾ ਦਿੰਦੇ। ਜਿਹੜੀਆਂ ਹਿੰਦੂਆਂ ਦੀਆਂ ਛੱਡੀਆਂ ਛਡਾਈਆਂ ਕੁੜੀਆਂ ਜਿਹੜੇ ਲੋਕੀ ਛੱਡ ਦਿੰਦੇ ਸੀ 5-5 ਮਿੰਟ ਦੇ ਵਿੱਚ ਉਹਨਾਂ ਨੇ ਵਸਾਈਆਂ ਨੇ, ਉਹਦੇ ਬਾਰੇ ਮੀਡੀਆ ਕਿਉਂ ਨਹੀਂ ਬੋਲਦਾ? ਬਿਲਕੁਲ ਹਿੰਦੂਆਂ ਦੇ ਕਤਲ ਦੇ ਬਿਲਕੁਲ ਖਿਲਾਫ ਸਨ, ਨਾ ਕਿਸੇ ਦੇ, ਉਹ ਤਾਂ ਸਿਰਫ ਜ਼ੁਲਮ ਕਰਨ ਵਾਲਿਆਂ ਦੇ ਖਿਲਾਫ ਸਨ। ਜੇ ਸਾਰੀ ਪੁਲਿਸ ਦੇ ਖਿਲਾਫ ਨਹੀਂ ਸਨ। ਜਿਹੜਾ ਪੁਲਿਸ ਵਾਲਾ ਨੌਜਵਾਨਾਂ ਤੇ ਤਸ਼ੱਦਦ ਕਰਦਾ ਸੀ ਇੱਕ ਨਿਸ਼ਾਨੇ ਦਾ ਅੱਤਵਾਦ ਸੀਗਾ, ਨਿਸ਼ਾਨੇ ਦੇ ਅੱਤਵਾਦ ਦੇ ਹਮੈਤੀ ਸਨ। ਸੜਕਾਂ 'ਚ ਬੰਬ ਦੱਬਣੇ, ਬੱਸਾਂ 'ਚ ਬੰਬ ਮਾਰਨੇ, ਇਹ ਸਭ ਏਜੰਸੀਆਂ ਦੇ ਕਾਰੇ ਸਨ। ਤੁਹਾਨੂੰ ਪਤਾ ਹੀ ਆ ਵੀ ਹੁਣ ਵੀ ਖੜਕੂ ਨੂੰ ਬਦਨਾਮ ਇਸੇ ਤਰ੍ਹਾਂ ਹੀ ਕੀਤਾ ਗਿਆ। ਲੋਕਾਂ ਨੇ ਘਰਾਂ ਡਾਕੇ ਮਾਰੇ ਗਏ, ਲੋਕਾਂ ਦੀਆਂ ਧੀਆਂ ਭੈਣਾਂ ਰੀਜੇ ਲੁੱਟੀ, ਖੜਕੂ ਬਦਨਾਮ ਕੀਤੇ, ਇਹ ਏਜੰਸੀਆਂ ਦੇ ਕਾਰੇ ਨੇ। ਸੰਤ ਜਰਨੈਲ ਸਿੰਘ ਨੂੰ ਬਹੁਤ ਬਹੁਤ ਹਿੰਦੂ ਵੀ ਮਿਲਣ ਆਏ, ਸੁਬਰਾਮਨਿਅਮ ਸਵਾਮੀ ਵਰਗੇ ਆਏ ਆ, ਬੜੇ ਬੜੇ ਆਏ ਆ, ਸਭ ਮਿਲ ਕੇ ਗਏ ਨੇ। ਭੈਰੋਨਾਥ ਪਾਂਡੇ ਵਰਗੇ ਮਿਲ ਕੇ ਗਏ ਨੇ, ਗਵਰਨਰ, ਸਭ ਸੰਤੁਸ਼ਟ ਹੋ ਕੇ ਗਏ ਨੇ। ਕੋਈ ਹਿੰਦੂਆਂ ਦੇ ਖਿਲਾਫ ਨਹੀਂ ਸੀ। ਇੱਕ ਬਿਆਨ ਲਾਣਾ, ਕਿਉਂਕਿ ਪੰਜਾਬ ਤੋਂ ਬਾਹਰ ਜਿਹੜੇ ਸਿੱਖਾਂ ਦੇ ਉੱਤੇ ਹਮਲੇ ਹੋ ਰਹੇ ਸੀ, ਉਹਦੇ ਇਵਜ਼ ਉਦੋਂ ਲਾਇਆ ਵੀ ਇੱਥੇ ਵੀ ਸੋਚ ਲਓ ਵੀ ਜੇ ਤੁਸੀਂ ਇਹ ਪੰਗੇ ਲੈਣੇ ਬੰਦ ਨਾ ਕੀਤੇ ਤੇ ਇੱਥੇ ਵੀ ਇੱਕ ਇੱਕ ਸਿੱਖ ਦੇ 30-35 ਦੀ ਗਿਣਤੀ ਆਣੀ ਸਿਰਫ। ਇਹ ਬਿਆਨ ਸੀ ਨਾ, ਉਹਨਾਂ ਦੀ ਇੱਕ ਸੋਚ ਦੇ ਵਿੱਚ ਮਤਲਬ ਕਿ ਇੱਕ ਜਵਾਬ ਸੀ ਉਹਨਾਂ ਨੂੰ। ਮੈਂ ਕਿ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕੀਤਾ, ਨਾ ਹੀ ਕਿਸੇ ਨੂੰ ਹਿੰਦੂ ਸਮਝ ਕੇ ਮਾਰਿਆ ਗਿਆ ਉਹ ਸੱਤਵਾਦ ਨਾਲ। ਹਾਂ ਬਿਲਕੁਲ ਇਹ ਗੱਲ ਗਲਤ ਹੈ। ਚੰਨੀ ਜੀ, ਅਖੀਰ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਚਾਹੁੰਦੇ ਕੀ ਸੀਗੇ ਉਸ ਵੇਲੇ? ਕਿਉਂਕਿ ਆਮ ਲੋਕ ਇਦਾਂ ਸੋਚਦੇ ਹੋਣਗੇ ਕਿ ਸਰਕਾਰਾਂ ਨੇ ਵਿਕਾਸ ਕਰਨਾ ਹੁੰਦਾ, ਸਰਕਾਰਾਂ ਨੇ ਦੇਸ਼ ਨੂੰ ਅੱਗੇ ਤੱਕ ਲੈ ਕੇ ਜਾਣਾ ਹੁੰਦਾ, ਸਰਕਾਰਾਂ ਨੇ ਨੀਤੀਆਂ ਘੜਨੀਆਂ ਹੁੰਦੀਆਂ ਕਿਸੇ ਵੀ ਸਟੇਟ ਵਾਸਤੇ ਭਈ, ਪਰ ਸੰਤ ਜਰਨੈਲ ਸਿੰਘ ਉਹ ਚਾਹੁੰਦੇ ਕੀ ਸੀਗੇ ਉਸ ਵੇਲੇ? ਇਨਸਾਫ ਚਾਹੁੰਦੇ ਸੀ। 1978 ਤੱਕ ਸੰਤ ਜਰਨੈਲ ਸਿੰਘ ਨੇ ਕੁਝ ਕੀਤਾ। ਜਦੋਂ ਸ਼ਰੇਆਮ ਨਰਕਧਾਰੀਆਂ ਨੇ ਆ ਕੇ ਪੰਜਾਬ 'ਚ ਪ੍ਰੋਗਰਾਮ ਕੀਤਾ, ਕਿਉਂਕਿ ਇਹ ਵੀ ਸਾਜ਼ਿਸ਼ ਜਿਹੜੀ ਬਾਦਲ ਤੇ ਸੈਂਟਰ ਦੀ ਸਰਕਾਰ ਦੀ ਬੁਣਤ ਬਣੀ ਹੋਈ ਸੀ। ਬਾਦਲ ਨੂੰ ਪੰਜਾਬ 'ਚ ਮੁੱਖ ਮੰਤਰੀ ਬਣਾਇਆ, ਨਰਕਧਾਰੀਆਂ ਨੂੰ ਇੱਥੇ ਭੇਜਿਆ। ਸਾਰੇ ਅਕਾਲੀਆਂ ਨੇ ਕਈ ਤਰ੍ਹਾਂ ਦੇ ਮੈਂਬਰਾਂ ਨੂੰ, ਜਿੱਦਾਂ ਅੱਜ ਵੀ ਆਪਾਂ ਲੋਕ ਮੈਮੋਰੰਡਮ ਦਿੰਦੇ ਹਾਂ, ਕੋਈ ਪ੍ਰੋਗਰਾਮ ਸਾਨੂੰ ਨਾ ਚੰਗਾ ਲੱਗੇ, ਸਿੱਖੀ ਦੇ ਖਿਲਾਫ ਹੋਵੇ, ਅਸੀਂ ਪ੍ਰਸ਼ਾਸਨ ਨੂੰ ਮੈਮੋਰੰਡਮ ਦਿੰਦੇ ਹਾਂ। ਉਸ ਵੇਲੇ ਵੀ ਸਿੱਖਾਂ ਨੇ ਮੈਮੋਰੰਡਮ ਦਿੱਤੇ, ਅਕਾਲੀ ਦਲ ਬਾਦਲ ਨੂੰ ਦਿੱਤੇ ਕਿ ਮਤਲਬ ਕਿ ਇਹ ਨਰਕਧਾਰੀ ਸਿੱਖਾਂ ਦੇ ਖਿਲਾਫ ਪ੍ਰਚਾਰ ਕਰਦੇ, ਇਹਨਾਂ ਨੂੰ ਅੰਮ੍ਰਿਤਸਰ ਦੀ ਧਰਤੀ ਤੇ ਇਜਾਜ਼ਤ ਨਾ ਦਿੱਤੀ ਜਾਏ। ਲੇਕਿਨ ਬਾਦਲ ਗੁੱਝਾ ਬੰਦਾ ਹੈ, ਇਹ ਕਿਸੇ ਨੂੰ ਆਪਣੇ ਅੰਦਰ ਦੀ ਦੱਸਦਾ ਨਹੀਂ, ਮੂੰਹ ਦੀ ਵਿਗਾੜਦਾ ਨਹੀਂ, ਕਿਸੇ ਨਾਲ ਮਨ ਦੀ ਦੱਸਦਾ ਨਹੀਂ। ਬਹੁਤ ਸ਼ਾਤਰ ਇਹ ਸਿਆਸਤਦਾਨ ਹੈ। ਔਰ ਇਹਨੇ ਉੱਤੇ ਜਿਹੜੀ ਗੰਢ ਤਰੁਪ ਕੀਤੀ ਹੋਈ ਸੀ, ਉਸ ਸਿਆਸਤ ਹੀ ਨੇ ਕੰਮ ਹੋਇਆ ਸਾਰਾ। ਸੋ ਇਸ ਕਰਕੇ ਸੰਤ ਜਰਨੈਲ ਸਿੰਘ ਕਤਲਾਂ ਤੋਂ ਬਾਅਦ ਜੇ ਕੋਈ ਮੈਨੂੰ ਸੱਜਣ ਉੱਠ ਕੇ ਦੱਸ ਦੇਵੇ ਵੀ 2 ਸਾਲ ਪੰਜਾਬ 'ਚ ਕੋਈ ਗੋਲੀ ਚੱਲੀ ਹੋਵੇ, ਨਰਕਧਾਰੀਆਂ ਨੇ 13 ਬੰਦੇ ਮਾਰੇ, ਕੋਰਟ 'ਚ ਕੇਸ ਗਿਆ। ਜੇ ਸੰਤ ਜਰਨੈਲ ਸਿੰਘ ਅੱਤਵਾਦੀ ਹੁੰਦਾ, ਗੁੱਸਾਖੋਰ ਹੁੰਦਾ, ਤਾਂ ਉਸੇ ਵੇਲੇ ਹੀ ਹਥਿਆਰ ਚੱਕਦਾ ਤੇ ਨਰਕਧਾਰੀ ਮਾਰਦਾ। ਉਹਨੇ ਹਿੰਦੁਸਤਾਨ ਦੇ ਸੰਵਿਧਾਨ ਦੇ ਉੱਤੇ, ਹਿੰਦੁਸਤਾਨ ਦੀ ਅਦਾਲਤ ਦੇ ਉੱਤੇ, ਕਾਨੂੰਨ ਦੇ ਉੱਤੇ ਭਰੋਸਾ ਪ੍ਰਗਟ ਕੀਤਾ। ਉਹਨੇ ਕੇਸ ਚਲਾਇਆ, 13 ਸਿੱਖ ਸ਼ਹੀਦ ਹੋਏ ਸਨ। ਲੇਕਿਨ ਜਦੋਂ ਬਰੀ ਕਰ ਦਿੱਤਾ ਗਿਆ, 13 ਸਿੱਖਾਂ ਦੇ ਕਾਤਲ ਨੂੰ ਬਰੀ ਕਰ ਦਿੱਤਾ ਗਿਆ, ਇੱਕ ਨੂੰ ਹੀ ਸਜ਼ਾ ਦੇ ਦਿੰਦੇ। ਅਗਰ ਆਟੋਮੈਟਿਕ ਹਥਿਆਰ ਦੇ ਨਾਲ ਬੰਦਾ ਤਾਂ ਦੋਸ਼ੀ ਹੈ ਨਾ, ਜਿਹਨੇ ਉਹਦਾ ਬਟਨ ਦਬਾਇਆ, ਹਾਂ, ਤੇ ਇੱਕ ਨੂੰ ਵੀ ਨਹੀਂ, ਸਾਰਿਆਂ ਨੂੰ ਬਰੀ ਕਰ ਦਿੱਤਾ। 60 ਬੰਦੇ ਸੀਗੇ। ਔਰ ਬਰੀ ਹੋਣ ਵਾਲਾ ਬਿਆਨ ਦੇ ਰਿਹਾ ਕਿ ਸਿੱਖਾਂ ਦਾ ਹਰਗੋਬਿੰਦ ਸਾਹਿਬ 52 ਰਾਜੇ ਬਰੀ ਕਰਾ ਕੇ ਲੈ ਕੇ ਗਿਆ ਜੇਲ੍ਹ 'ਚ, ਤੇ ਮੈਂ 60 ਲੈ ਕੇ ਜਾ ਰਿਹਾ। ਫਿਰ ਬਾਦਲ ਨੇ ਸੈਸ਼ਨ 'ਚ ਬਰੀ ਹੋਇਆ, ਉੱਤੇ ਹਾਈ ਕੋਰਟ 'ਚ ਜਾਣਾ ਸੀ ਆਪਾਂ, ਲੇਕਿਨ ਬਾਦਲ ਨੇ ਉਹਦੀ ਫਾਈਲ ਦਬ ਲਈ, ਉਹ ਫਾਈਲ ਹੀ ਨਹੀਂ ਦਿੱਤੀ, ਪਟੀਸ਼ਨ ਹੀ ਨਹੀਂ ਪਾਉਣ ਦਿੱਤੀ। ਇਹ ਸਾਰੀ ਸੋਚੀ ਸਮਝੀ ਸਾਜ਼ਿਸ਼ ਦੀ ਸੀ। ਜਦੋਂ ਚਾਰੋਂ ਬਣੇ ਇਨਸਾਫ ਬੰਦ ਹੋਇਆ, ਫਿਰ ਹਥਿਆਰ ਚੁੱਕਣ ਹੋਏ। ਉਹ ਤਾਂ ਫਿਰ ਗੁਰੂ ਗੋਬਿੰਦ ਸਿੰਘ ਨੇ ਵੀ ਕਿਹਾ, ਜਿਹੜਾ ਗੁਰੂ ਗੋਬਿੰਦ ਸਿੰਘ ਦਾ ਸਿੱਖ ਹੈ ਉਹ ਪਹਿਲਾਂ ਹਥਿਆਰ ਨਹੀਂ ਚੱਕਦਾ। ਜਦੋਂ ਇਨਸਾਫ ਨਹੀਂ ਮਿਲਦਾ ਤੇ ਉਹਨੂੰ ਹਥਿਆਰ ਚੱਕਣ ਦਾ ਗੁਰੂ ਗੋਬਿੰਦ ਸਿੰਘ ਦਾ ਆਰਡਰ ਹੈ, ਹੁਕਮ ਹੈ। ਸੋ ਇਸ ਕਰਕੇ ਉਹ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਸੀ। ਉਹਨੇ ਫਿਰ ਆਪਣੇ ਸਿੱਖਾਂ ਦਾ ਬਦਲਾ ਲੈਣ ਲਈ ਹਥਿਆਰਬੰਦ ਲੜਾਈ ਲੜੀ, ਔਰ ਉਹਦੇ ਵਿੱਚ ਵੀ ਟਾਰਗੇਟ ਰੱਖਿਆ, ਨਰਕਧਾਰੀਆਂ ਨੂੰ ਟਾਰਗੇਟ ਰੱਖਿਆ।
ਨਾ ਕਿ ਕਿਤੇ ਤੇ ਜਿਹੜੇ ਪੁਲਿਸ ਵਾਲੇ ਵਿੱਚ ਆ ਗਏ ਉਹ ਜਿਹੜੇ ਉਹਨਾਂ ਨਰਕਧਾਰੀਆਂ ਕਰਕੇ ਨੌਜਵਾਨਾਂ ਤੇ ਤਸ਼ੱਦਦ ਕਰਦੇ ਸਨ ਤੇ ਉਹਨਾਂ ਨੂੰ ਮਾਰਿਆ ਜਾਂਦਾ ਸੀ। ਇਸ ਕਰਕੇ ਉਹ ਇਨਸਾਫ ਚਾਹੁੰਦਾ ਸੀ। ਕਈ ਲੋਕਾਂ ਨੇ ਮੇਰੇ ਸਾਹਮਣੇ ਆ ਕੇ ਕਿਹਾ ਸੰਤਾਂ ਨੂੰ ਕਿ ਤੁਸੀਂ ਖਾਲਿਸਤਾਨ ਚਾਹੁੰਦੇ ਹੋ, ਕਹਿੰਦੇ ਨਹੀਂ ਜੀ, ਅਸੀਂ ਸਾਡੇ ਮੂੰਹ ਇੱਕ ਦਿਨ ਦੱਸੋ ਵੀ ਅਸੀਂ ਖਾਲਿਸਤਾਨ ਮੰਗਿਆ ਹੋਵੇ ਤੇ ਜੇ ਸਰਕਾਰ ਸਾਨੂੰ ਥਾਲੀ 'ਚ ਪਾ ਕੇ ਦੇਗੀ ਤੇ ਅਸੀਂ ਇਨਕਾਰ ਕਿਉਂ ਕਰੀਏ। ਇਹ ਸੰਤਾਂ ਦਾ ਹਮੇਸ਼ਾ ਬਿਆਨ ਹੁੰਦਾ ਸੀ। ਮੈਂ ਕਿਉਂਕਿ ਮੈਂ ਫੈਡਰੇਸ਼ਨ 'ਚ ਰਿਹਾ, ਮੈਂ 1981 ਦੇ ਵਿੱਚ ਮੇਰੀ ਫੈਡਰੇਸ਼ਨ ਦੀ ਜੁਆਇਨਿੰਗ ਹੈ ਔਰ ਮੈਂ 20 ਸਾਲ ਫੈਡਰੇਸ਼ਨ 'ਚ ਰਿਹਾ ਔਰ ਮੈਂ ਸੰਤਾਂ ਦੇ ਨਾਲ 1.5-2 ਸਾਲ ਗੋਦ ਮਾਣੀ ਹੈ ਸੰਤਾਂ ਦੀ। ਜੋ ਬੋਲਦੇ ਰਹੇ ਦੱਸਦੇ ਰਹੇ। ਮੈਨੂੰ ਬੜਾ ਇੱਕ ਵਾਕਿਆ ਬੜਾ ਚੜ੍ਹਦੀ ਕਲਾ ਵਾਲਾ ਮੈਂ ਜ਼ਿਕਰ ਕਰਨਾ ਚਾਹੁੰਦਾ ਕਿ ਸੰਤ ਜਰਨੈਲ ਸਿੰਘ ਮੰਜੀ ਸਾਹਿਬ ਹਾਲ ਤੇ ਬੈਠੇ, ਸਾਰੇ ਫੈਡਰੇਸ਼ਨ ਵਾਲੇ ਵੀ ਬੈਠੇ ਸੀ, ਮਹਿਤਾ ਸਾਹਿਬ, ਚਾਵਲਾ ਸਾਹਿਬ, ਵਿਛੋਆ ਸਾਹਿਬ, ਵਲਟੋਆ ਸਾਹਿਬ, ਸਾਰੇ ਬੈਠੇ ਸੀ ਤੇ ਬਾਬਾ ਠਾਰਾ ਸਿੰਘ ਸੀਗੇ ਤੇ ਭਾਈ ਅਮਰੀਕ ਸਿੰਘ ਸੀਗੇ ਤੇ ਹੋਰ ਸੰਗਤ ਕਾਫੀ ਜਿਹੜੀ ਮਿਲਣ ਵਾਲੀ ਆਉਂਦੀ ਸੀ ਤੇ ਬੈਠੀ ਸੀ ਤੇ ਬੜਾ ਬਦਲਵਈ ਮੌਸਮ ਬਣ ਗਿਆ ਤੇ ਇੱਕ ਵਾਰੀ ਬਿਜਲੀ ਬਹੁਤ ਜ਼ੋਰ ਦੀ ਮਤਲਬ ਕਿ ਨਾ ਆ ਕੇ ਬਿਲਕੁਲ ਉੱਪਰ ਆ ਗਏ, ਜਿੱਦਾਂ ਗਰਜਦੀ ਹੈ ਨਾ ਉਸ ਤਰ੍ਹਾਂ ਗਰਜੀ ਤੇ ਦੂਜੀ ਵਾਰੀ ਫਿਰ ਗਰਜੀ। ਜਦੋਂ ਤੀਜੀ ਵਾਰੀ ਗਰਜੀ ਤੇ ਸੰਤਾਂ ਨੇ ਡੱਬ ਤੋਂ ਕੱਢੀ ਰਿਵਾਲਵਰ ਤੇ 6 ਗੋਲੀਆਂ ਉੱਤੇ ਚਲਾਤੀ। ਅੱਛਾ। ਤੇ ਹੋਰ ਤੇ ਕਿਸੇ ਦਾ ਹੀਆ ਨਹੀਂ ਪਿਆ ਤੇ ਬਾਬਾ ਠਾਰਾ ਸਿੰਘ ਨੇ ਪੁੱਛਿਆ ਵੀ ਸੰਤ ਜੀ ਵੀ ਇਹ ਕੀ ਕਰਾਮਾਤ ਹੈ। ਕਹਿੰਦੇ ਵੀ ਵਾਰ-ਵਾਰ ਜਾਂ ਗਰਜੀ ਜਾਂਦਾ ਉੱਤੇ ਆ ਕੇ ਤੇ ਥੱਲੇ ਜਵਾਬ ਦੇਣਾ ਤੇ ਬਣਦਾ ਵੀ ਇਹ ਬੈਠੇ ਆ, ਕੋਈ ਗੱਲ ਨਹੀਂ। ਤੇ ਮੈਨੂੰ ਉਹ ਗੱਲ ਮੈਨੂੰ ਅੱਜ ਤੱਕ ਭੁੱਲਦੀ ਨਹੀਂ, ਮੈਂ ਆਪਣੇ ਜਿੰਨਤ 'ਚ ਵਸਾਈ ਹੋਈ ਆ। ਸੋ ਮੇਰਾ ਕਹਿਣ ਦਾ ਮਤਲਬ ਹੈ ਵੀ ਬੜਾ ਉਹ ਇਨਸਾਫ ਭਾਲਦਾ ਸੀ, ਇਨਸਾਫ ਚਾਹੁੰਦਾ ਸੀ। ਇਨਸਾਫ ਨਾ ਮਿਲਣ ਕਰਕੇ ਇਹ ਰਸਤਾ ਅਖਤਿਆਰ ਹੋਇਆ। ਉਹਨੇ ਕਦੀ ਆਪਣੇ ਮੂੰਹ ਨਾਲ ਖਾਲਿਸਤਾਨ ਨਹੀਂ ਮੰਗਿਆ, ਜੇ ਮੰਗਿਆ ਤਾਂ ਦੱਸ ਦਿਓ ਕਿੱਥੇ ਮੰਗਿਆ। ਲੇਕਿਨ ਉਹਨੇ ਇਹ ਜ਼ਰੂਰ ਕਿਹਾ ਸੀ ਵੀ ਜੇ ਦਰਬਾਰ ਸਾਹਿਬ ਦੇ ਵਿੱਚ ਆਰਮੀ ਅਟੈਕ ਕਰਦੀ ਹੈ ਤੇ ਸਮਝੋ ਤੁਸੀਂ ਵੀ ਉਹ ਖਾਲਿਸਤਾਨ ਦਾ ਨੀਂਹ ਪੱਥਰ ਰੱਖਿਆ ਗਿਆ। ਅੱਜ ਜਿਹੜੀ ਅਸੀਂ ਆਪਣੇ ਪੰਜਾਬ ਦੀ ਆਜ਼ਾਦੀ ਜਿਹੜੀ ਚਾਹੁੰਦੇ ਹਾਂ ਉਹ ਸਿਰਫ ਤੇ ਸਿਰਫ ਇਹ ਚੱਕਰ ਹੈ ਕਿ ਜਿੰਨੀਆਂ ਜਥੇਬੰਦੀਆਂ ਪਿਛਲੇ 30-35 ਸਾਲ ਤੋਂ ਇਸ ਚੱਕਰ ਦੇ ਵਿੱਚ ਪਈਆਂ ਹੋਈਆਂ ਉਹ ਸਿਰਫ ਤੇ ਸਿਰਫ ਨਾਂ ਦੀ ਆਜ਼ਾਦੀ ਮੰਗਦੀਆਂ। ਕੋਈ ਉਹਨਾਂ ਦਾ ਆਜ਼ਾਦੀ ਦਾ ਪ੍ਰੋਗਰਾਮ ਨਹੀਂ, ਕੋਈ ਖਾਲਿਸਤਾਨ ਦਾ ਆ ਜਿਹੜੇ ਜਿੰਨੇ ਖਾਲਿਸਤਾਨੀ ਨੇ ਇਹਨਾਂ ਨੇ ਅੱਜ ਤੱਕ ਇੱਕ ਦਫ਼ਤਰ ਵੀ ਨਹੀਂ ਬਣਾਇਆ ਵੀ ਜਿੱਥੇ ਕੋਈ ਆ ਕੇ ਬਾਹਰੋਂ ਅੰਦਰੋਂ ਬੈਠ ਕੇ ਕੋਈ ਡਿਸਕਸ਼ਨ ਹੀ ਕਰ ਲਵੇ ਵੀ ਖਾਲਿਸਤਾਨ ਹੋਣਾ ਕਿੱਥੇ ਤੱਕ ਹੈ, ਕਿੱਦਾਂ ਲਿਆ ਜਾਏਗਾ। ਇੱਕ ਦੇਸ਼ ਦੇ ਵਿੱਚੋਂ ਦੇਸ਼ ਆਜ਼ਾਦ ਕਰਾਉਣਾ ਕੋਈ ਛੋਟਾ ਮੋਟਾ ਕੰਮ ਤੇ ਹੈ ਨਹੀਂ, ਹੈ ਜੀ। ਸੋ ਮੇਰਾ ਕਹਿਣ ਦਾ ਮਤਲਬ ਹੈ ਵੀ ਇਹ ਸਭ ਗੱਲਾਂ ਨੇ। ਜਦੋਂ ਕੋਈ ਦੇਸ਼ ਆਜ਼ਾਦ ਦੀ ਗੱਲ ਚੱਲੇ ਕਿਉਂਕਿ ਪੰਜਾਬ ਤਾਂ ਇੱਕ ਦੇਸ਼ ਹੈ, ਭਾਰਤ ਦਾ ਇੱਕ ਕਬਜ਼ਾ ਹੈ। ਇਹ ਤਾਂ ਛੱਡਣਾ ਹੀ ਪੈਣਾ ਭਾਰਤ ਨੂੰ। ਅੱਜ ਛੱਡੇ, ਕੱਲ੍ਹ ਛੱਡੇ, 10 ਸਾਲਾਂ ਨੂੰ ਛੱਡੇ, 20 ਸਾਲ ਨੂੰ ਛੱਡੇ, ਖੂਨ ਖਰਾਬੇ ਤੋਂ ਬਗੈਰ ਛੱਡੇ, ਖੂਨ ਖਰਾਬਾ ਕਰਕੇ ਛੱਡੇ, ਅਖੀਰ ਦੇਸ਼ ਪੰਜਾਬ ਨੂੰ ਭਾਰਤ ਦਾ ਆਪਣਾ ਕਬਜ਼ਾ ਛੱਡਣਾ ਪੈਣਾ। ਕਿਉਂਕਿ ਜਦੋਂ ਕਵੀ ਵੀ ਕਹਿੰਦੇ ਹੁੰਦੇ ਸੀ ਨਾ ਉਦੋਂ ਵੀ ਇਹ ਜ਼ਿਕਰ ਹੁੰਦਾ ਸੀ ਕਿ ਜੰਗ ਹਿੰਦ ਤੇ ਪੰਜਾਬ ਦਾ ਹੋਣ ਲੱਗਾ। ਇਟ ਮੀਨਸ ਕਿ ਹਿੰਦ ਵੱਖਰਾ ਦੇਸ਼ ਹੈ ਤੇ ਪੰਜਾਬ ਇੱਕ ਵੱਖਰਾ ਦੇਸ਼ ਹੈ। ਪੰਜਾਬ ਸਿੱਖਾਂ ਦਾ ਦੇਸ਼ ਹੈ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਰਾਜ ਕੀਤਾ, ਜਿੱਥੇ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ। ਸੋ ਵਾਹਿਗੁਰੂ ਕਿਰਪਾ ਕਰੇ, ਅਕਾਲ ਪੁਰਖ ਨੇ ਖਾਲਸਾ ਪੰਥ ਸਾਜਿਆ ਤੇ ਉਹ ਖਾਲਸਾ ਪੰਥ ਦੀ ਬੋੜੀ ਵੀ ਕਰੇਗਾ। ਤੇ ਮੈਨੂੰ ਆ ਜਿਹੜੀਆਂ ਵਿਚਰੀਆਂ ਜਥੇਬੰਦੀਆਂ ਕਿਸੇ ਨੇ ਖਾਲਸਾ ਨਹੀਂ ਬਣਾਉਣਾ। ਕੋਈ ਕਲਗੀਧਰ ਸੱਚੇ ਪਾਤਸ਼ਾਹ ਮਰਦ ਕੰਬੜੇ ਨੂੰ ਥਾਪੜਾ ਦਊਗਾ ਤੇ ਉਹ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਆਪਣੇ ਦੇਸ਼ ਪੰਜਾਬ ਨੂੰ ਯਾਦ ਕਰਾਏਗਾ। ਚੰਨੀ ਜੀ, ਜਾਂਦੇ ਘੱਟ ਤੋਂ ਘੱਟ ਲਾਈਨਾਂ ਵਿੱਚ ਜਿਹੜੇ ਸਿੱਖ ਪਰਿਵਾਰਾਂ ਦੇ ਵਿੱਚ ਮੈਂ ਬਹੁਤ ਸਾਰੇ ਪਰਿਵਾਰਾਂ ਜਾਣਾ, ਤੁਸੀਂ ਵੀ ਜਾਣੇ ਹੋਗੇ, ਸੁਣਦੇ ਹੋਗੇ ਉਹਨਾਂ ਦੇ ਮੂੰਹੋਂ। ਉਹ ਕਹਿੰਦੇ ਅਸੀਂ ਔਖੇ ਤਾਂ ਬੜੇ ਹੈਗੇ ਆ, ਭਾਰਤ ਦੇਸ਼ 'ਚ ਰਹਿੰਦੇ ਹੈਗੇ ਆ, ਕੇਂਦਰ ਸਰਕਾਰ, ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ, ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਹੈਗਾ। ਕੋਰਟ ਚੌਥਾ ਥੰਮ ਜਿਹਨੂੰ ਲੋਕ ਤੰਤਰ ਦਾ ਕਿਹਾ ਜਾਂਦਾ, ਮੀਡੀਆ ਵੀ ਉਹ ਵੀ ਇਹਨਾਂ ਲੋਕਾਂ ਨੇ ਸੁੱਟ ਦਿੱਤਾ ਹੈਗਾ ਭਈ ਇਹਨਾਂ ਦੇ ਕੋਲ ਕੋਈ ਵਧੀਆ ਨੀਤੀਆਂ ਨਹੀਂ ਹੈਗੀਆਂ, ਲੋਕ ਬੜੇ ਦੁਖੀ ਹੈਗੇ ਆ। ਪਰ ਉਹਦੇ ਬਾਵਜੂਦ ਵੀ ਉਹ ਲੋਕ ਇੱਦਾਂ ਕਹਿੰਦੇ ਆ, ਜਦੋਂ ਉਹਨਾਂ ਨੂੰ ਜੇ ਕੋਈ ਗੱਲ ਕਰਦਾ ਸੰਤ ਭਿੰਡਰਾਂ ਵਾਲਿਆਂ ਦੀ, ਉਹ ਕਹਿੰਦੇ ਵੀ ਠੀਕ ਆ, ਚਲੋ ਹੋ ਸਕਦਾ ਉਹ ਚੰਗੇ ਹੋਣਗੇ ਪਰ ਫਾਇਦਾ ਵੀ ਕੀ ਹੋਇਆ। ਕੌਮ ਕਹਿੰਦੇ ਮਰਵਾਤੀ ਸੰਤ ਭਿੰਡਰਾਂ ਵਾਲੇ ਨੇ, ਭਈ ਫਾਇਦਾ ਤਾਂ ਫਿਰ ਵੀ ਕੋਈ ਨਹੀਂ ਹੋਇਆ। ਹਾਲਾਤ ਤੇ ਅੱਜ ਵੀ ਆਮ ਲੋਕਾਂ ਦੇ ਇੱਦਾਂ ਹੀ ਆ। ਉਹਨਾਂ ਲੋਕਾਂ ਨੂੰ ਕਹਿਣ ਵਾਸਤੇ ਕੁਛ ਹੈ ਜਿਹੜੇ ਇੱਦਾਂ ਸੋਚਦੇ ਆ? ਬਿਲਕੁਲ ਨਹੀਂ ਸੋਚਣਾ ਚਾਹੀਦਾ। ਕੱਲ੍ਹ ਨੂੰ ਤਾਂ ਤੁਸੀਂ ਫਿਰ ਸਾਡੇ ਇਤਿਹਾਸ ਨੂੰ ਵੀ ਕਲੰਕਿਤ ਕਰੋਗੇ ਕਿ ਜਿਹੜਾ ਛੋਟਾ ਘੱਲੂਘਾਰਾ ਹੋਇਆ ਉਹਦੇ 'ਚ 8-9-10 ਹਜ਼ਾਰ ਬੰਦਾ ਮਰ ਗਿਆ ਸਾਡਾ ਇੱਕ ਦਿਨ ਦੇ ਵਿੱਚ। ਜਿਹੜਾ ਇੱਥੇ ਵੱਡਾ ਘੱਲੂਘਾਰਾ ਹੋਇਆ ਉੱਥੇ 15-16 ਹਜ਼ਾਰ ਬੰਦਾ ਸਾਡਾ ਮਰ ਗਿਆ ਇੱਥੇ। ਤੇ ਫਿਰ ਅਸੀਂ ਇਹ ਜੱਸਾ ਸਿੰਘ ਤੇ ਉਹਨਾਂ ਸਾਰਿਆਂ ਨੂੰ ਦੋਸ਼ੀ ਕਹੀਏ ਵੀ ਤੁਸੀਂ ਸਾਡੇ ਬੰਦੇ ਮਰਵਾਤੇ ਸਾਰੇ? ਕਿੰਨਾ ਨੁਕਸਾਨ ਹੋਇਆ ਸੀ ਉੱਥੇ? ਇਸ ਤਰ੍ਹਾਂ ਨਹੀਂ, ਬਿਲਕੁਲ ਨਹੀਂ। ਇਹ ਜੇ ਲੜਾਈ ਆਪਾਂ ਨਹੀਂ ਲੜਦੇ ਸਰਕਾਰ ਦੇ ਨਾਲ ਤੇ ਇਹ ਜੇ ਲੜੀਏ ਤੇ ਇਹਦੇ ਦੋਸ਼ ਨਹੀਂ ਦੇਣਾ ਚਾਹੀਦਾ। ਆਪਾਂ ਤੇ ਇਹ ਦੇਖਣ ਦੋਸ਼ ਤੇ ਉਹਨਾਂ ਨੂੰ ਦਿਓ ਵੀ ਜਿਹੜੇ ਸੋਹਾਂ ਖਾਧੀਆਂ ਜਿਨ੍ਹਾਂ ਨੇ ਅਕਾਲ ਤਖਤ ਤੇ ਮਰਜੀਵੜਿਆਂ ਦੀਆਂ ਸਭ ਕੁਝ ਕੀਤਾ ਤੇ ਉਹ ਅਕਾਲ ਤਖਤ ਤੋਂ ਪਿੱਠ ਦੇ ਕੇ ਆ ਗਏ, ਹੈਂਜੀ।
ਤੇ ਸੰਤਾਂ ਨੂੰ ਪਿੱਟ ਦੇ ਕੇ ਆ ਗਏ, ਲਾਸ਼ਾਂ ਦੇ ਪੈਰ ਧਰ ਕੇ ਆ ਗਏ। ਦੋਸ਼ ਉਹਨਾਂ ਨੂੰ ਦਿਓ ਜਿਹੜਾ ਲੜ ਕੇ ਮਰ ਗਿਆ। ਇਹਨਾਂ ਦਾ ਤਾਂ ਕੰਮ ਹੀ ਇਹੀ ਹੈ। ਆ ਭਾਈ ਅਮਰੀਕ ਸਿੰਘ ਦੀ ਲਾ ਲਓ, ਛੋਟੀ ਜਿਹੀ ਗੱਲ, 1979 ਦੀਆਂ ਇਲੈਕਸ਼ਨਾਂ ਹੋਈਆਂ ਸ਼੍ਰੋਮਣੀ ਕਮੇਟੀ ਦੀਆਂ। ਭਾਈ ਅਮਰੀਕ ਸਿੰਘ ਜੀਵਨ ਸਿੰਘ ਉਮਰਾ ਨੰਗਲ ਦੇ ਸਾਹਮਣੇ ਖੜ ਗਿਆ। ਹੁਣ ਜੀਵਨ ਸਿੰਘ ਉਮਰਾ ਨੰਗਲ ਉਹ ਬੰਦਾ ਜਿਹੜਾ ਜਦੋਂ 1978 'ਚ ਕਾਂਡ ਹੋਇਆ ਨਰਕਧਾਰੀਆਂ ਦਾ, 13 ਸਿੱਖ ਸ਼ਹੀਦ ਹੋਏ, ਤੇ ਉਦੋਂ ਇਹ ਮਾਲ ਮੰਤਰੀ ਪੰਜਾਬ ਸੀ। ਇਹ ਸਟੇਜ ਦੇ ਉੱਤੇ ਸੀਗਾ, ਬਾਦਲ ਨੇ ਡਿਊਟੀ ਲਾਈ ਹੋਈ ਸੀ। ਬਾਦਲ ਖੁਦ ਆਪ ਸੀ, ਐਵੇਂ ਫਾੜ ਆਂਦਾ ਵੀ ਮੈਂ ਬੰਬੇ ਗਿਆ ਹੋਇਆ ਸੀ। ਬਾਦਲ ਉੱਥੇ ਅੰਮ੍ਰਿਤਸਰ ਸੀਗਾ। ਆਪਣੇ ਇੱਥੇ ਆ ਫਲੋਰ ਪੱਤਰਕਾਰ ਨੇ ਦਲਬੀਰ ਸਿੰਘ, ਉਹਨਾਂ ਨੇ ਸਾਫ਼ ਗਿਆ ਵੀ ਬਾਦਲ ਇੱਥੇ ਫਲਾਣੇ ਗੈਸਟ ਵਿੱਚ ਬੈਠੇ, ਮੈਂ ਆਪ ਮੁਲਾਕਾਤ ਕਰਕੇ ਆਇਆ। ਹਾਂਜੀ, ਸਾਰੀ ਪਿਕਚਰ ਦੇਖ ਰਿਹਾ ਸੀ ਵੀ ਕੀ ਹੋ ਰਿਹਾ। ਹੁਣ ਭਾਈ ਅਮਰੀਕ ਸਿੰਘ ਚੋਣਾਂ ਦੇ ਦੌਰਾਨ ਅਕਾਲੀ ਇਲਜ਼ਾਮ ਲਾ ਰਹੇ ਜੀ ਇਹ ਤਾਂ ਕਾਂਗਰਸ ਦੇ ਏਜੰਟ ਨੇ ਜੀ। ਭਾਈ ਅਮਰੀਕ ਸਿੰਘ ਕਹਿੰਦੇ ਕਾਂਗਰਸ ਦੇ ਏਜੰਟ ਨੇ, ਤੇ ਆ ਜਿਹੜਾ ਉਮਰਾ ਨੰਗਲ ਇਹਨੂੰ ਵੋਟ ਪਾਓ, ਇਹ ਪੰਥਕ ਬੰਦਾ। ਨਰਕਧਾਰੀਆਂ ਵੇਲੇ 13 ਸਿੱਖ ਮਰਵਾਉਣ ਵਾਲਾ ਬੰਦਾ ਸਟੇਜ ਤੇ ਖੜ ਕੇ, ਉਹ ਪੰਥਕ, ਤੇ ਭਾਈ ਅਮਰੀਕ ਸਿੰਘ ਉਹ ਕਾਂਗਰਸ ਦਾ ਏਜੰਟ। ਹੁਣ ਤੁਸੀਂ ਮੈਨੂੰ ਦੱਸੋ, ਜਿਹੜਾ ਕਾਂਗਰਸ ਦਾ ਏਜੰਟ ਸੀ ਉਹ ਕਾਂਗਰਸ ਦੇ ਭੇਜੇ ਟੈਂਕਾਂ ਦੇ ਅੱਗੇ ਖੜ ਕੇ ਸ਼ਹੀਦ ਹੋ ਗਿਆ, ਉਹ ਕਾਂਗਰਸ ਦਾ ਏਜੰਟ, ਤੇ ਜਿਹੜੇ ਕਾਂਗਰਸ ਦੇ ਹਮਲੇ ਵੇਲੇ ਹੱਥ ਖੜੇ ਕਰਕੇ ਬਾਹਰ ਆ ਗਏ ਉਹ ਪੰਥ। ਇਹ ਕਿੱਦਾਂ ਹੋ ਸਕਦਾ ਜੀ? ਇਹ ਇਲਜ਼ਾਮਬਾਜ਼ੀ ਇਹਨਾਂ ਨੂੰ ਲੱਗਦੀ ਰਹਿਣੀ ਹੈ, ਇਹਦੇ 'ਚ ਕੋਈ ਦੋ ਰਾਹ ਨਹੀਂ। ਨਾ ਛੋਟੇ ਘੱਲੂਘਾਰੇ ਵੇਲੇ ਸਾਡੇ ਜਥੇਦਾਰ ਦੋਸ਼ੀ ਨੇ, ਨਾ ਵੱਡੇ ਘੱਲੂਘਾਰੇ ਵੇਲੇ ਦੋਸ਼ੀ ਨੇ, ਤੇ ਤੀਜਾ ਘੱਲੂਘਾਰਾ ਇਹ ਹੈ ਸੰਤ ਜਰਨੈਲ ਸਿੰਘ, ਕੋਈ ਦੋਸ਼ੀ ਨਹੀਂ। ਜਦੋਂ ਕੋਈ ਫੌਜਾਂ ਚੜ੍ਹ ਕੇ ਆਈਆਂ, ਸਿੰਘਾਂ ਨੇ ਡਟ ਕੇ ਮੁਕਾਬਲਾ ਕਰਦਾ। ਗਾਂ ਆਉਣ ਵਾਲੇ ਦਿਨਾਂ 'ਚ ਵੀ ਹੋਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸੋ ਚੰਨੀ ਜੀ ਦਾ ਜੋ ਕਹਿਣਾ ਹੈਗਾ ਉਹ ਇਹ ਹੈ ਕਿ ਜਿਹੜੇ ਲੋਕ ਇਦਾਂ ਸੋਚਦੇ ਆ ਕਿ ਸੰਤ ਭਿੰਡਰਾਂ ਵਾਲੇ ਨੇ ਕੌਮ ਮਰਵਾਤੀ, ਫਾਇਦਾ ਕੀ ਹੋਇਆ। ਚੰਨੀ ਜੀ ਸ਼ਾਇਦ ਇਹ ਕਹਿਣਾ ਚਾਹੁੰਦੇ ਹੈਗੇ ਕਿ ਉਹ ਲੋਕ ਆਪਣੇ ਆਪ ਨੂੰ ਤਾਂ ਦੋਸ਼ ਦੇਣ ਕਿ ਅਸੀਂ ਇੰਨੇ ਜੋਗੇ ਨਹੀਂ ਹੈਗੇ ਕਿ ਸਰਕਾਰਾਂ ਦੇ ਜ਼ੁਲਮਾਂ ਦੇ ਅੱਗੇ ਅਸੀਂ ਹਿੱਕਾ ਤਣ ਕੇ ਖੜੇ ਹੋ ਸਕੀਏ, ਪਰ ਜਿਹੜੇ ਲੋਕ ਇੰਨੇ ਜੋਗੇ ਸੀਗੇ, ਜਿਹੜੇ ਹਿੱਕਾ ਤਣ ਕੇ ਖੜੇ, ਉਹਨਾਂ ਨੂੰ ਕਿਰਪਾ ਕਰਕੇ ਦੋਸ਼ ਨਾ ਦਿਓ। ਇਹ ਚੰਨੀ ਜੀ ਦਾ ਕਹਿਣਾ ਹੈਗਾ। ਮੈਨੂੰ ਲੱਗਦਾ ਚੰਨੀ ਜੀ ਦੇ ਕੋਲ ਬਹੁਤ ਕੁਝ ਇੱਦਾਂ ਦਾ ਹੈਗਾ ਕਹਿਣ ਵਾਸਤੇ, ਔਰ ਜਿਹੜਾ ਕਿ ਬਹੁਤ ਹੀ ਜ਼ਿਆਦਾ ਦਿਲਚਸਪੀ ਵੀ ਹੈਗਾ, ਜਿੱਥੇ ਬੜੀ ਵੱਡੀ ਇੱਕ ਜਾਣਕਾਰੀ, ਇੱਕ ਬੜਾ ਵੱਡਾ ਖਜ਼ਾਨਾ ਹੈਗਾ ਇਹਨਾਂ ਦੇ ਕੋਲ, ਕਿਉਂਕਿ ਜਿਹਨਾਂ ਲੋਕਾਂ ਨੇ ਉਹਨਾਂ ਸੂਰਬੀਰ ਯੋਧਿਆਂ ਦਾ ਸਾਥ ਮਾਣਿਆ ਹੁੰਦਾ, ਔਰ ਬੜੀਆਂ ਇੱਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ, ਬੜਾ ਕੁਛ ਉਹਨਾਂ ਨੂੰ ਚੇਤੇ ਆਉਂਦਾ ਹੈਗਾ, ਪਰ ਸਮਾਂ ਬਹੁਤ ਜ਼ਿਆਦਾ ਹੋ ਗਿਆ। ਆਸ ਕਰਦੇ ਹਾਂ ਕਿ ਚੰਨੀ ਜੀ ਦੇ ਕੋਲ ਆਪਾਂ ਜਦੋਂ ਦੁਬਾਰਾ ਫਿਰ ਆਵਾਂਗੇ ਤਾਂ ਇਸ ਤੋਂ ਇਲਾਵਾ ਹੋਰ ਬਹੁਤ ਸਾਰੀ ਜਾਣਕਾਰੀ ਉਹ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨਗੇ। ਅਸੀਂ ਵੀ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਚੰਨੀ ਜੀ ਨੂੰ ਅਸੀਂ ਫਿਰ ਕਿਤੇ ਸਬੱਬ ਬਣਿਆ ਤੁਹਾਡੇ ਰੂਬਰੂ ਲੈ ਕੇ ਫਿਰ ਆਵਾਂਗੇ। ਚੰਨੀ ਜੀ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।